ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਉਹ ਮਸਲੇ ਲੈਂਦੇ ਹਾਂ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਪੂਰੇ ਭਖਦੇ ਨੇ। ਤੇ ਖੰਨਾ ਜੀ, ਉਹ ਮਸਲਾ ਜਿਹੜਾ ਲੈਣਾ ਸੀ, ਜਿਹੜੀ ਦਰਸ਼ਕਾਂ ਨੂੰ ਜਾਣਕਾਰੀ ਦੇਣੀ, ਉਹ ਪਹਿਲਾ ਮਸਲਾ ਕਿਹੜਾ ਭਲਾ? ਪਹਿਲਾ ਮਸਲਾ ਇਹ ਹੈ ਕਿ ਫਿਰ ਬਾਰਿਸ਼ ਹੋਈ ਹੈ ਜੀ ਪੰਜਾਬ ਦੇ ਵਿੱਚ, ਸਾਰੀ ਰਾਤ ਮੀਂਹ ਵਰਿਆ, ਸਵੇਰੇ ਤੜਕੇ ਸਾਰ ਜਾ ਕੇ ਥੋੜਾ ਬਹੁਤ ਰਾਹਤ ਮਿਲੀ, ਠੰਡ ਵੱਧ ਗਈ ਕਿਉਂਕਿ ਪਾਰਾ ਘਟ ਗਿਆ, ਟੈਂਪਰੇਚਰ ਡਾਊਨ ਚਲਾ ਗਿਆ। ਪਰ ਕਣਕ ਦੀ ਤਬਾਹੀ ਪਹਿਲਾਂ ਵੀ ਹੋਈ ਸੀ ਜਦੋਂ ਕਾਫੀ ਬਾਰਿਸ਼ ਹੋਈ, ਤੇ 15 ਤਰੀਕ ਤੋਂ ਬਾਅਦ ਆਪਾਂ ਵਾਢੀ ਧਰੀ ਸੀ, ਤੇ ਹੁਣ ਫਿਰ ਬਾਰਿਸ਼ ਹੋ ਗਈ ਹੈ। ਪੂਰੀ ਵਾਢੀ ਤੇ ਹਜੇ ਹੋਈ ਨਹੀਂ, ਹੁਣ ਜਿਹੜਾ ਬਾਕੀ ਰਹਿੰਦਾ ਖੁੰਦਾ ਕੰਮ ਮੀਂਹ ਨੇ ਹੁਣ ਕਰ ਦਿੱਤਾ ਹੈ। ਹੁਣ ਦੇਖੋ ਉਹਦਾ ਕੀ ਹਾਲ ਹੁੰਦਾ ਹੈ, ਕੁਆਲਿਟੀ ਦੇ ਉੱਤੇ ਕੀ ਹਾਲ ਹੋਏਗਾ, ਤੇ ਫਸਲਾਂ ਦਾ ਕੀ ਮੁੱਲ ਮਿਲੂਗਾ। ਤੇ ਐਕਸਪਰਟਸ ਕਹਿੰਦੇ ਨੇ ਕਿਤੇ ਜੇ ਜ਼ਿਆਦਾ ਕਿਤੇ ਖਰਾਬੀ ਹੋ ਗਈ ਤੇ ਕਿਤੇ ਅਕਾਲ ਵਾਲੀ ਸਥਿਤੀ ਨਾ ਪੈਦਾ ਹੋ ਜਾਏ, ਫੂਡ ਪ੍ਰੋਬਲਮ ਨਾ ਖੜੀ ਹੋ ਜਾਏ। ਇਹ ਸਾਡੇ ਦਰਸ਼ਕ ਭਲੀ ਭਾਂਤ ਜਾਣਦੇ ਨੇ ਕਿ ਜਿਸ ਤਰ੍ਹਾਂ ਇਹ ਮੌਸਮ ਵਿੱਚ ਰਾਹਤ ਤਾਂ ਆ ਗਈ ਹੈ, ਕਿਉਂਕਿ ਗਰਮੀ ਅੰਤਾਂ ਦੀ ਸੀਗੀ। 48 ਡਿਗਰੀ ਤੱਕ ਜਿਹੜਾ ਮੌਸਮ ਚਲੇ ਗਿਆ ਸੀਗਾ, ਗਰਮੀ ਤਪਸ਼ ਆ ਗਈ ਸੀਗੀ, ਤੇ ਸੂਰਜ ਦੀ ਤਪਸ਼ ਨੂੰ ਲੋਕਾਂ ਨੇ ਬਹੁਤਾ ਸਹਾਰਿਆ ਤਾਂ ਨਹੀਂ। ਬੱਚੇ ਵੀ ਜਿਹੜੇ ਉਹ ਇਸ ਨੁਕਸਾਨ ਤੋਂ ਔਰ ਇਸ ਜਿਹੜਾ ਮੌਸਮ ਆ ਇਸ ਤੋਂ ਖਫਾ ਸੀਗੇ। ਪਰ ਜਿਹੜੀ ਇਸ ਵੇਲੇ ਕਿਸਾਨਾਂ ਨਾਲ ਨੁਕਸਾਨ ਦੀ ਭਰਪਾਈ ਹੋਈ ਆ, ਉਹ ਅਸੀਂ ਜਾਣਦੇ ਹਾਂ ਕਿ ਪਹਿਲਾਂ ਵੀ ਬਾਰਿਸ਼ ਨਾਲ ਬਹੁਤ ਬੁਰਾ ਹਾਲ ਹੋ ਗਿਆ ਸੀਗਾ। ਕਣਕਾਂ ਡਿੱਗ ਪਈਆਂ ਸੀਗੀਆਂ ਔਰ ਝਾੜ 'ਚ ਬਹੁਤ ਘਾਟਾ ਪੈ ਗਿਆ ਸੀਗਾ, ਔਰ ਉਹਨਾਂ ਨੂੰ ਪੂਰਾ ਮੁੱਲ ਵੀ ਨਹੀਂ ਸੀ ਮਿਲ ਰਿਹਾ। ਔਰ ਕੇਂਦਰ ਨੇ ਵੀ ਉਹਨਾਂ ਵੱਲੋਂ ਹੱਥ ਆਪਣੇ ਪਿੱਛੇ ਖਿੱਚ ਲਏ ਗਏ, ਔਰ ਉਹਦੇ 'ਚ ਜਿੰਨੀਆਂ ਵੀ ਨਿਗਮ ਨੇ ਕਣਕ ਖਰੀਦਣ ਵਾਲੀਆਂ ਔਰ ਢੋਆ ਢੁਆਈ ਵਾਲੀਆਂ, ਉਹ ਵੀ ਪਿੱਛੇ ਹਟ ਗਈਆਂ ਸੀਗੀਆਂ। ਔਰ ਇਹਦੇ ਨਾਲ ਇੱਕ ਤਾਂ ਕੁਦਰਤੀ ਆਫਤ ਹੁੰਦੀ ਹੈ ਜਿਹਦੇ 'ਚ ਕਣਕਾਂ ਜਾਂ ਫਸਲਾਂ ਜਾਂ ਖੜੀਆਂ ਫਸਲਾਂ ਜਿਹੜੀਆਂ ਤਬਾਹ ਹੋ ਜਾਂਦੀਆਂ ਬਾਰਿਸ਼ ਨਾਲ, ਹਨੇਰੀ ਨਾਲ, ਤੂਫਾਨ ਨਾਲ। ਤੇ ਰਾਤੀ ਵੀ ਪੂਰੀ ਹਵਾ ਤੇਜ਼ ਚੱਲੀ ਹੈ, ਔਰ ਇਹਦੇ ਨਾਲ ਜਦੋਂ ਮੀਂਹ ਪੈਂਦਾ ਵਾ, ਮੀਂਹ ਪੈਣ ਨਾਲ ਜੜ੍ਹਾਂ ਗਿੱਲੀਆਂ ਹੋ ਜਾਂਦੀਆਂ ਤੇ ਹਵਾ ਨਾਲ ਫਿਰ ਕਣਕ ਜਿਹੜੀ ਖੜੀ ਖਲੋਤੀ ਉਹ ਡਿੱਗ ਪੈਂਦੀ ਹੈ। ਇਹਦੇ ਵਿੱਚ ਕੁਛ ਤਾਂ ਕਣਕਾਂ ਜਿਹੜੀਆਂ ਖੜੀਆਂ ਸੀਗੀਆਂ ਉਹ ਵੀ ਡਿੱਗ ਪਈਆਂ। ਹੁਣ ਉਹਨਾਂ ਨੂੰ ਕੱਟਣ ਲਈ ਨਾ ਜਿਹੜੀਆਂ ਮਸ਼ੀਨਾਂ ਆ ਰਹੀਆਂ ਉਹ ਬਿਲਕੁਲ ਕੰਮ ਨਹੀਂ ਕਰਨਗੀਆਂ। ਇੱਕ ਜਦੋਂ ਕਣਕ ਡਿੱਗ ਪੈਂਦੀ ਆ, ਇਹ ਪੁੰਗਰ ਆਉਂਦੀ ਆ। ਇਸ ਵੇਲੇ ਸਿੱਟੇ ਬਿਲਕੁਲ ਹੀ ਪੱਕੇ ਪਏ ਆ, ਔਰ ਉਹ ਕਣਕ ਦੀ ਵਾਢੀ ਜ਼ੋਰਾਂ 'ਤੇ ਸੀਗੀ, ਔਰ ਮੈਨੂੰ ਲੱਗਦਾ 75% ਤੱਕ ਕਣਕ ਕੱਟੀ ਗਈ ਆ। ਉਹਦੇ ਵਿੱਚ ਅਨਾਜ ਜਿਹੜਾ ਕਈ ਮੈਟ੍ਰਿਕ ਟਨ ਜਿਹੜਾ ਮੰਡੀਆਂ 'ਚ ਆ ਗਿਆ, ਉਹਦੀ ਢੋਆ ਢੁਆਈ ਜਿਹੜੀ ਆ ਟਰਾਲੀਆਂ ਟਰੈਕਟਰਾਂ 'ਤੇ ਹੋ ਰਹੀ ਆ। ਔਰ ਕੇਂਦਰ ਨੇ ਵੀ ਉਹਦੇ 'ਚ ਕਿਹਾ ਸੀਗਾ ਕਿ ਅਸੀਂ ਇਹਨੂੰ ਸੰਭਾਲਣ ਲਈ ਸਾਰਾ ਕੁਝ ਕਰਾਂਗੇ, ਯੋਗਦਾਨ ਦੇਵਾਂਗੇ। ਪਰ ਪਤਾ ਨਹੀਂ ਖੰਨਾ ਜੀ, ਸਾਡੇ ਦਰਸ਼ਕ ਜਾਣਦੇ ਆ ਕਿ ਇੰਦਰ ਦੇਵਤਾ ਸ਼ਾਇਦ ਕਿਸਾਨਾਂ ਨਾਲ ਨਾਰਾਜ਼ ਹੋ ਗਿਆ। ਇੱਕ ਪਾਸੇ ਸਰਕਾਰ ਨਾਰਾਜ਼ ਹੋ ਜਾਂਦੀ ਹੈ, ਇੱਕ ਪਾਸੇ ਇੰਦਰ ਦੇਵਤਾ ਵੀ ਜਿਹੜਾ ਉਹ ਇੰਨੀ ਆਫਤ ਔਰ ਇੰਨੀ ਜਿਹੜਾ ਨੁਕਸਾਨ ਨਾਲ ਵਾਲੀ ਹਵਾ ਵਗਾ ਦਿੰਦਾ, ਉਹਦੇ ਨਾਲ ਸਾਰੀਆਂ ਫਸਲਾਂ ਢਹਿ ਢੇਰੀ ਹੁੰਦੀਆਂ। ਕਹਿੰਦੇ ਨੇ ਕਿ ਜਦੋਂ ਨਾ ਇਨਸਾਨ ਅੱਤ ਚੁੱਕ ਲੈਂਦਾ ਤਾਂ ਕੁਦਰਤ ਸਾਥ ਦੇਣਾ ਬੰਦ ਕਰ ਦਿੰਦੀ ਹੈ। ਹੁਣ ਜਿਹੜੀ ਅੱਤ ਚੁੱਕੀ ਹੋਈ ਹੈ, ਕਰਪਸ਼ਨ ਵੱਢਣ ਲੱਗੇ ਪਏ ਨੇ ਦੇਸ਼ ਨੂੰ, ਸਮਾਜ ਨੂੰ, ਲੋਕਾਂ ਨੂੰ। ਕੋਈ ਮਤਲਬ ਕਦਰ ਹੀ ਨਹੀਂ ਇਨਸਾਨ ਦੀ ਜ਼ਿੰਦਗੀ ਦੀ। ਦੇਖੋ ਤਾਂ ਸਹੀ ਕੀ ਹੁੰਦਾ ਪਿਆ ਸਾਰੇ ਥਾਂ ਦੇ ਉੱਤੇ। ਮਤਲਬ ਸ਼ਾਇਦ ਕਿ ਕੋਈ ਵੀ ਨਹੀਂ ਬਚੀ ਐਸੀ ਥਾਂ, ਕੋਈ ਰੱਬੋਂ ਹੀ ਬਚੀ ਹੋਏਗੀ ਜਿਹੜੀ ਬਿਨਾਂ ਕਰਪਸ਼ਨ ਤੋਂ ਹੋਏ। ਸਹੀ ਗੱਲ। ਜਦੋਂ ਇਨਸਾਨ ਅੱਤ ਚੁੱਕ ਲੈਂਦਾ ਨਾ, ਤੇ ਅੱਤ ਦਾ ਤੇ ਖੁਦਾ ਦਾ ਵੈਰ ਹੁੰਦਾ, ਫਿਰ ਕੁਦਰਤ ਸਾਥ ਦੇਣਾ ਬੰਦ ਕਰ ਦਿੰਦੀ ਜਦੋਂ ਇਨਸਾਨ ਅੱਤ ਚੁੱਕਦਾ। ਮੈਨੂੰ ਤਾਂ ਲੱਗਦਾ ਹੈ, ਔਰ ਮੈਨੂੰ ਕੀ ਬਹੁਤੇਰਿਆਂ ਨੂੰ ਇਹੀ ਲੱਗਦਾ ਜਿਹੜੇ ਰੱਬ ਨੂੰ ਮੰਨਦੇ ਨੇ, ਕਿ ਇਹ ਰੱਬ ਦੀ ਕਰੋਪੀ ਤਾਂ ਹੀ ਆਉਂਦੀ ਜਦੋਂ ਬੰਦਾ ਨਾ ਰੱਬ ਦੀ ਹੋਂਦ ਨੂੰ ਚੈਲੰਜ ਕਰਦਾ, ਚੁਣੌਤੀ ਦਿੰਦਾ, ਕੁਦਰਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ, ਖੁਦ ਹੀ ਖੁਦਾ ਬਣਨ ਦੀ ਕੋਸ਼ਿਸ਼ ਕਰਦਾ। ਇਹ ਤਾਂ ਗੱਲ ਸਹੀ ਹੈ ਕਿ ਅਖਾਣ ਮੀਆਂ ਮੁਹਾਵਰਾ ਹੀ ਹੈ ਕਿ ਅੱਤ ਖੁਦਾ ਦਾ ਵੈਰ ਹੈ, ਅੱਤ ਹੁੰਦੀ ਮਾੜੀ। ਜਦ ਪਹਿਲੀ ਵਾਰ ਦਰਾਨੀਆਂ ਨੇ ਹਿੰਦ ਲਤਾੜੀ, ਉਹਨਾਂ ਟੁਕੜਾ ਟੁਕੜਾ ਕਰਕੇ ਤਰਦਾ ਕਰ ਦਿੱਤਾ ਫਾੜੀ ਫਾੜੀ। ਇਹ ਜਿਹੜੀ ਹੈਗੀ ਆ ਕਿ ਜਦੋਂ ਕੋਈ ਬਾਹਰੋਂ ਹਮਲਾਵਰ ਆਉਂਦੇ ਜਾਂ ਕੁਛ ਆਉਂਦਾ, ਜਦੋਂ ਲੋਕਾਂ ਦੇ ਵਿੱਚੋਂ ਹਉਮੈ ਆ ਵੜਦੀ ਆ, ਔਰ ਲੋਕ ਜਿਹੜੇ ਕਹਿੰਦੇ ਮੈਂ ਹੀ ਆ ਸਾਰਾ ਕੁਛ, ਮੈਂ ਕੀ ਜਾਣਦਾ ਕਿਸੇ ਨੂੰ, ਫਿਰ ਕੋਈ ਨਾ ਕੋਈ ਬਹਾਨਾ ਬਣਦਾ, ਹਮਲਾਵਰ ਆ ਜਾਂਦੇ, ਲੁੱਟ ਖੋਹ ਹੁੰਦੀ ਆ, ਹੈ ਨਾ, ਬਲੱਡ ਸ਼ੈਡ ਹੁੰਦਾ, ਖੂਨ ਖਰਾਬ ਹੁੰਦਾ, ਬੜਾ ਕੁਛ ਹੁੰਦਾ, ਫਿਰ ਆਫਤਾਂ ਵੀ ਆਉਂਦੀਆਂ। ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਸ ਵੇਲੇ ਨਾ ਕੇਵਲ ਪੰਜਾਬ 'ਚ ਆ, ਪੂਰੀ ਜਿਹੜੀ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਹੈ ਪੂਰੇ ਦੇਸ਼ ਵਿੱਚ ਫੈਲ ਗਈ ਆ। ਹੁਣੇ ਇੱਕ ਰਿਪੋਰਟ ਵੀ ਆ ਗਈ ਸਿੱਟ ਦੀ, ਜਿਹੜੀ ਹਾਈ ਕੋਰਟ ਹਰਿਆਣਾ ਅਤੇ ਪੰਜਾਬ ਦੀ ਹਾਈ ਕੋਰਟ ਆ, ਉਹਦੇ ਵਿੱਚ ਬਹੁਤ ਪੁਲਿਸ ਵਾਲਿਆਂ ਦੇ ਨਾਮ, ਜਿਹਦੇ ਵਿੱਚ ਰਾਜਜੀਤ ਜਿਹੜੇ SSP ਰਹੇ ਆ, ਉਹਨਾਂ ਮੋਗੇ ਰਹੇ ਆ, ਉਹਨਾਂ ਦਾ ਨਾਂ ਆ ਗਿਆ, ਉਹਨਾਂ ਨੂੰ ਬਰਖਾਸਤ ਕਰਤਾ। ਔਰ ਭਗਵੰਤ ਮਾਨ ਨੇ ਖੁਦ ਕਿਹਾ ਕਿ ਜੇ ਹੁਣ ਜੋ ਕੁਛ ਆ ਰਿਹਾ, ਜਿਹੜੇ ਇਹਦੇ ਵਿੱਚ ਇਨਵੋਲਵ ਆ, ਮੈਂ ਉਹਨਾਂ ਨੂੰ ਬਖਸ਼ੂੰਗਾ ਨਹੀਂ ਗਾ, ਕਿਉਂਕਿ ਉਹ ਮੁੱਖ ਮੰਤਰੀ ਪੰਜਾਬ ਹੈਗਾ। ਜਿਹਨੂੰ ਉਹਨੇ ਜੋ ਕੁਛ ਕੀਤਾ ਉਸੇ ਤਰ੍ਹਾਂ ਦਾ ਉਹਦਾ ਸਾਰਾ ਭਰਪਾਈ ਹੋ ਜਾਊਗੀ, ਉਹਦੇ ਵਿੱਚ ਸਾਰਾ ਉਸੇ ਤਰ੍ਹਾਂ ਦਾ ਸਿੱਟਾ ਨਿਕਲੂਗਾ।
ਉਹਦਾ ਹੁਕਮ ਹੀ ਹੋਣਾ ਜੋ ਕੁਝ ਹੋਇਆ। ਪਰ ਇਹਦੇ ਵਿੱਚ ਇਹ ਗੱਲ ਹੈਗੀ ਆ ਕਿ ਇਹਦੇ ਨਾਲ ਇੱਕ ਇਹ ਰਾਜਜੀਤ ਨਹੀਂ ਹੈਗਾ, ਇਹਦੇ ਨਾਲ ਇੰਦਰਜੀਤ ਸੀ ਇੱਕ, ਉਹ ਵੀ ਇਹਦੇ ਨਾਲ ਇਸੇ ਗਰੁੱਪ ਦੇ ਵਿੱਚ ਸੀਗੀ। ਔਰ ਇਹਨਾਂ ਦੇ ਸਾਰੀ ਪਮਾਇਸ਼ ਹੋ ਗਈ ਹੈ, ਘਰ ਦੀ ਬਾਹਰ ਦੀ, ਜੋ ਕੁਝ ਇਹਨਾਂ ਨੇ ਬਣਾਇਆ। ਇਹਦੇ ਕੋਲ ਆਪਣੀ ਜ਼ਮੀਨ ਤਾਂ ਬਹੁਤ ਥੋੜੀ ਸੀ, ਉਹਦੇ ਕੋਲ 5-7 ਕਨਾਲਾਂ ਜ਼ਮੀਨ ਸੀ। ਮਤਲਬ ਇਹ ਹੈ ਕਿ ਆਮਦਨ ਨਾਲੋਂ ਜ਼ਿਆਦਾ ਇਹੀ ਹੈ ਜੋ ਜਾਇਦਾਦ ਹੈ ਇਹਨਾਂ ਕੋਲ। ਇਹਦੇ ਵਿੱਚ ਨਾ ਜਿਹੜੀ ਪਹਿਲੀ ਖਬਰ ਆਪਾਂ ਹੁਣੇ ਡਿਸਕਸ ਕੀਤੀ ਮੌਸਮ ਦੀ, ਇਹ 'ਚ ਦੋ ਕੜੀਆਂ ਨਿਕਲੀਆਂ। ਇੱਕ ਤਾਂ ਕਣਕ ਦੀ, ਕੇਂਦਰ ਸਰਕਾਰ ਵੱਲੋਂ ਓਪਨ ਮੰਡੀ ਕਰ ਦਿੱਤੀ ਗਈ ਹੈ, ਖੁੱਲਾ ਸੱਦਾ ਹੈ ਕਿ ਆ ਕੇ ਅਨਾਜ ਦਿਓ। ਤੇ ਦੂਜੀ ਇਹ ਹੈ ਕਿ ਜਿਹੜੇ ਪੰਜਾਬ ਸਰਕਾਰ ਨੇ ਸਖਤ ਕਦਮ ਚੁੱਕਣੇ ਨੇ ਸਰਕਾਰੀ ਅਧਿਕਾਰੀਆਂ ਵਿਰੁੱਧ ਜਿਹੜੇ ਇਨਵੋਲਵ ਨੇ ਸਾਰੇ ਕਰਪਸ਼ਨ ਦੇ ਕੇਸਾਂ 'ਚ। ਪਹਿਲਾਂ ਆਪਾਂ ਕਣਕ ਦੀ ਗੱਲ ਕਰਦੇ ਹਾਂ ਕਿ ਜਿਹੜੇ ਕੇਂਦਰ ਸਰਕਾਰ ਨੇ ਹਰੀ ਝੰਡੀ ਦਿੱਤੀ ਹੈ ਗੋਦਾਮਾਂ ਦੇ ਵਿੱਚ ਕਣਕ ਪਾਉਣ ਵਾਸਤੇ। ਹਾਂਜੀ, ਅੱਛਾ, ਇਹ ਤਾਂ ਹੈਗੀ ਆ ਜਿਹੜੀ ਕੇਂਦਰ ਵੱਲੋਂ ਆ ਗਿਆ ਹੁਣ ਇਹ ਸਾਰਾ ਹੁਕਮ ਕਿ ਜਿੱਥੇ ਜਿੱਥੇ ਕਣਕ ਖਰੀਦੀ ਜਾ ਰਹੀ ਹੈ ਨਾ ਮੰਡੀਆਂ ਦੇ ਵਿੱਚ, ਔਰ ਝਾੜ ਤਾਂ ਅੱਛਾ ਕਣਕ ਆ ਰਹੀ ਆ, ਜਿੱਥੇ ਜਿੱਥੇ ਬਚੀ ਵੀ ਆ ਜਾਂ ਜਿੱਥੇ ਡਿੱਗੀ ਆ ਉਹਨੂੰ ਵੀ ਇਹਨਾਂ ਦੁਬਾਰਾ ਆਪਣੀ ਮਸ਼ੀਨਾਂ ਨਾਲ ਕੱਢ ਕੇ ਤੇ ਕਣਕ ਵੱਖਰੀ ਕਰਕੇ ਤੂੜੀ ਵੱਖਰੀ ਕਰ ਰਹੇ ਆ, ਔਰ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੇ ਆ। ਪਰ ਆਫਤਾਂ ਜਿਹੜੀਆਂ ਇਹ ਤਾਂ ਕਿਸਾਨਾਂ ਨੂੰ ਅੱਗੇ ਨਹੀਂ ਲੱਗਣ ਦਿੰਦੀਆਂ, ਜਿਹੜੀਆਂ ਕੁਦਰਤੀ ਆਫਤਾਂ ਆਉਂਦੀਆਂ। ਪਰ ਇਹਦੇ ਵਿੱਚ ਹੁਣੇ ਜਿਹੜਾ ਕੇਂਦਰ ਵੱਲੋਂ ਇੱਕ ਆਰਡਰ ਆ ਗਿਆ, ਉਹਦੇ ਵਿੱਚ ਹੈਗਾ ਕਿ ਜਿਹੜੇ ਓਪਨ ਸਟੋਰ ਨੇ, ਜਿਹੜੇ ਖੁੱਲ੍ਹੇ ਓਪਨ ਸਟੋਰ ਹੈ, ਉਹਨਾਂ ਵਿੱਚ ਕਣਕ ਨੂੰ ਦੁਬਾਰਾ ਉਹਦੇ ਵਿੱਚ ਅਸੀਂ ਭਰਾਂਗੇ, ਉਹਦੇ 'ਚ ਸੰਭਾਲਿਆ ਜਾਊਗਾ। ਔਰ ਜਿਹਦੇ ਵਿੱਚ ਬਾਹਰਲੇ ਸੂਬਿਆਂ 'ਚ ਵੀ ਉਹ ਸਟੋਰ ਹੈਗੇ ਆ ਕਿ ਦਿੱਲੀ ਤੱਕ ਜਿਹੜੇ ਸਟੋਰ ਹੈਗੇ ਉਹਦੇ 'ਚ ਕਣਕ ਭਰੀ ਜਾਊਗੀ। ਬੇਸਿਕਲੀ ਜਿਹੜੀ ਕਣਕ ਦੀ ਸੈਂਟਰਲ ਕੰਟਰੀਬਿਊਸ਼ਨ ਆ ਜਿਹੜੀ ਅਸੀਂ ਉੱਥੇ ਦਿੰਦੇ ਹਾਂ, ਸਹਿਯੋਗ ਦਿੰਦੇ ਹਾਂ ਪੰਜਾਬ, ਉਹ 60% ਹੈਗਾ ਪੂਰੇ ਦੇਸ਼ ਤੋਂ। ਦੇਖ ਲਓ 100 ਬੋਰੀ ਹੋਣੀ ਆ, ਇਕੱਲਾ ਪੰਜਾਬ ਵੀ 60 ਬੋਰੀਆਂ ਦੇ ਦਿੰਦਾ, ਝੋਨੇ ਦੀਆਂ ਵੀ ਅਤੇ ਕਣਕ ਦੀਆਂ ਵੀ। ਔਰ ਇਹਦੇ ਵਿੱਚ ਹੁਣ ਢੋਈ ਲੱਗ ਗਈ ਆ, ਜਿਹੜਾ ਇਹਨਾਂ ਦਾ ਕਾਰਪੋਰੇਸ਼ਨ ਹੈਗੀ ਆ, ਨਿਗਮ ਹੈਗਾ ਇਹ ਕਣਕ ਦੀ ਢੋਈ ਤੇ ਫਸਲ ਸੰਭਾਲਣ ਲਈ, ਉਹਨਾਂ ਵੱਲੋਂ ਵੀ ਹੁਕਮ ਆ ਗਏ ਆ। ਔਰ ਜਿੰਨਾ ਉਹਨਾਂ ਨੇ ਕਿਹਾ ਕਿ ਫ੍ਰੀ ਆਵਾਜਾਈ ਹੋਗੀ, ਔਰ ਪਹਿਲੇ ਦਿਨ ਇਹਨਾਂ ਨੂੰ ਪੈਸੇ ਦਿੱਤੇ ਜਾਇਆ ਕਰਨਗੇ, ਉਹਨਾਂ ਦੇ ਅਕਾਊਂਟ 'ਚ ਜਾਣਗੇ। ਪੰਜਾਬ ਗੌਰਮੈਂਟ ਨੇ ਵੀ ਕਹਿ ਦਿੱਤਾ, ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਉਸੇ ਦਿਨ ਇਹਨਾਂ ਦੇ ਪੈਸੇ ਉਹਨਾਂ ਦੇ ਅਕਾਊਂਟ 'ਚ ਜਾਣੇ ਚਾਹੀਦੇ ਕਿਸਾਨਾਂ ਦੇ। ਕਿਸਾਨ ਤਾਂ ਅੱਗੇ ਵਿਚਾਰੇ ਸਾਰੇ ਪਾਸੇ ਹੀ ਨੁਕਸਾਨ ਉਠਾ ਰਹੇ ਆ। ਔਰ ਆਹ ਜਿਹੜਾ ਨਵਾਂ ਆਰਡਰ ਆਇਆ, ਇਹਦੇ ਨਾਲ ਪੰਜਾਬ ਦੇ ਕਿਸਾਨਾਂ ਲਈ ਬਹੁਤ ਵੱਡੀ ਰਾਹਤ ਹੈ, ਬਹੁਤ ਵੱਡਾ ਜਿਹੜਾ ਨੁਕਸਾਨ ਪੂਰਾ ਹੋ ਗਿਆ, ਕਿਉਂਕਿ ਇਹਨਾਂ ਨੇ ਕਣਕ ਆਪ ਸੰਭਾਲ ਲੈਣੀ, ਪੈਸੇ ਉਹਨਾਂ ਨੂੰ ਦਿੱਤੇ ਜਾਣੇ। ਕਿਸਾਨ ਨੂੰ ਪੈਸੇ ਚਾਹੀਦੇ ਆ, ਕਣਕ ਉਹਦੇ ਕੋਲ ਸੰਭਾਲੀ ਨਹੀਂ ਜਾਣੀ, ਕਿਉਂਕਿ ਕਿਸਾਨ ਦੇ ਆਪਣੇ ਤਾਂ ਸਟੋਰ ਹੈ ਨਹੀਂ ਜਿੱਥੇ ਕਣਕ ਸੰਭਾਲ ਲੂਗਾ। ਚਾਹੀਦੀ ਤਾਂ ਦੇਸ਼ ਨੂੰ ਹੈਗੀ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜੇ ਇਹ ਨਾ ਕੀਤਾ ਗਿਆ, ਕਣਕ ਨਾ ਸੰਭਾਲੀ ਪਈ ਗਈ ਤਾਂ ਕਾਲ ਪੈ ਸਕਦਾ। ਇੱਕ ਵਾਰ ਪੂਰੇ ਹਿੰਦੁਸਤਾਨ 'ਚ ਕਾਲ ਪੈ ਗਿਆ ਸੀਗਾ ਅਤੇ ਰੋਟੀ ਤੋਂ ਲੋਕ ਤਰਸ ਗਏ ਸੀ, ਲੋਕ ਮਰ ਗਏ ਸੀ ਬਹੁਤ ਕਾਲ ਨਾਲ। ਔਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਵੀ ਕਾਲ ਪਿਆ ਸੀਗਾ। ਮਹਾਰਾਜਾ ਰਣਜੀਤ ਸਿੰਘ ਆਪ ਸਟੋਰ ਦੇ ਸਾਹਮਣੇ ਆ ਕੇ ਖਲੋ ਕੇ ਤੇ ਲੋੜਵੰਦਾਂ ਨੂੰ ਕਣਕ ਦਿੰਦਾ ਸੀਗਾ, ਔਰ ਉਹ ਕਵਿਤਾਵਾਂ ਵੀ ਬਣ ਗਈਆਂ। ਔਰ ਜਦੋਂ ਕਿ ਬਜ਼ੁਰਗ ਆ ਕੇ ਕਣਕ ਲੈਣ ਲਈ ਆਇਆ ਸੀਗਾ ਤਾਂ ਸਾਰਾ ਪਰਿਵਾਰ ਭੁੱਖਾ ਸੀਗਾ। ਬਜ਼ੁਰਗ ਵਿਚਾਰਾ ਬੋਰੀ ਚੁੱਕ ਕੇ ਲੈ ਜਾ ਨਹੀਂ ਸਕਦਾ, ਉਹਨੇ ਬੋਰੀ ਭਰਵਾ ਲਈ ਔਰ ਉਹਦੇ 'ਚ 2 ਹਿੱਸੇ ਬਣ ਗਏ। ਇੱਕ ਨਾਲ ਉਹਦਾ ਪੋਤਰਾ ਸੀਗਾ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਤੂੰ ਚੁੱਕ ਕੇ ਇੱਕ ਤੋੜਾ, ਇੱਕ ਮੈਂ ਚੁੱਕਦਾ। ਰਣਜੀਤ ਸਿੰਘ ਨੇ ਜਦੋਂ ਤੋੜਾ ਚੁੱਕ ਕੇ ਲੈ ਗਿਆ ਉਹਦੇ ਘਰ, ਜਦੋਂ ਉਹਨੇ ਉੱਤੋਂ ਚਾਦਰ ਲਾਈ ਤੇ ਅੱਗੇ ਕਲਗੀ ਤੋੜਾ ਨਜ਼ਰ ਆਇਆ, ਉਹ ਜਿਹੜਾ ਬਜ਼ੁਰਗ ਸੀਗਾ ਉਹ ਤੇ ਪੈਰੀਂ ਪੈ ਗਿਆ ਕਿ ਗੁਰੂ ਆਪ ਆ ਕੇ ਬਾਦਸ਼ਾਹ ਮੇਰੇ ਘਰ ਵਿੱਚ। ਇੱਦਾਂ ਦੇ ਵੀ ਕੰਮ ਰਹੇ ਆ, ਕਿਉਂਕਿ ਉਹਨਾਂ ਲੋੜਵੰਦਾਂ ਦੀ ਸਹਾਇਤਾ ਲਈ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਆਪ ਅੱਗੇ ਆ ਜਾਂਦਾ ਸੀ। ਇਸ ਤਰ੍ਹਾਂ ਦੇ ਕਾਲ ਪੈ ਸਕਦੇ ਆ ਔਰ ਜ਼ਮਾਨਾ ਤੋਂ ਹੀ ਹੈ। ਅੱਛਾ, ਦੂਜੀ ਗੱਲ ਹੈ ਕਿ ਹੁਣ ਤਾਂ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ। ਬਿਲਕੁਲ, ਉਦੋਂ ਤਾਂ ਪਾਪੂਲੇਸ਼ਨ ਥੋੜ੍ਹੀ ਸੀਗੀ, ਇੰਨੀ ਜ਼ਿਆਦਾ ਪਾਪੂਲੇਸ਼ਨ ਨਹੀਂ ਸੀ, ਇੱਕ 2 ਬੱਚੇ ਹੁੰਦੇ ਸੀਗੇ। ਅੰਗਰੇਜ਼ ਸਰਕਾਰ ਤਾਂ ਕਹਿੰਦੀ ਬੱਚੇ ਪੈਦਾ ਕਰੋ, ਅਸੀਂ ਜ਼ਗੀਰਾਂ ਦੇਵਾਂਗੇ ਤੁਹਾਨੂੰ। ਬੱਚੇ ਘੱਟ ਸੀ ਲੋਕਾਂ ਦੇ, ਹੁਣ ਬੱਚੇ ਜ਼ਿਆਦਾ ਹੋ ਗਏ, ਮਹਿੰਗਾਈ ਜ਼ਿਆਦਾ ਹੋ ਗਈ, ਕਣਕ ਜਿਹੜੀ ਉਨੀ ਨਹੀਂ ਰਹੀ। ਇੱਕ ਜ਼ਮਾਨਾ ਸੀ ਕਿ ਆਪਾਂ ਨੂੰ ਕਣਕ ਰਸ਼ੀਆ ਤੋਂ ਤੇ ਅਮਰੀਕਾ ਤੋਂ ਮੰਗਵਾਉਂਦੇ ਸੀ, ਉਹ ਜ਼ਮਾਨਾ ਸੀਗਾ। ਲੋਕ ਚੌਲ ਹੀ ਖਾਂਦੇ ਸੀਗੇ ਤੇ ਮੱਕੀ ਬਹੁਤ ਹੁੰਦੀ ਸੀ, ਇਸ ਤਰ੍ਹਾਂ ਦੀਆਂ ਚੀਜ਼ਾਂ ਸੀਗੀਆਂ। ਪਰ ਹੁਣ ਮੈਕਸੀਕਨ ਕਣਕ ਖਾਣ ਨਾਲ ਝਾੜ ਵਧੇਰੇ ਹੋ ਗਿਆ, ਬੜਾ ਵਧੀਆ ਗਿਆ। ਪਰ ਕਾਲ ਪੈਣ ਤੋਂ ਲੋਕਾਂ ਨੂੰ ਪਤਾ ਹੈਗਾ ਨਹੀਂ ਪੈ ਸਕਦਾ। ਪਰ ਜਿਸ ਤਰ੍ਹਾਂ ਦੀ ਕੁਦਰਤ ਨੇ ਇਹ ਸਾਰਾ ਕੁਝ ਕਰ ਦਿੱਤਾ, ਕਾਲ ਪੈ ਸਕਦਾ। ਵਾਕਿਆ ਤੁਹਾਡੀ ਗੱਲ ਸਹੀ ਆ, ਕਣਕਾਂ ਖਰਾਬ ਹੋ ਗਈਆਂ ਤੇ ਰੋਟੀਆਂ ਹੁਣ ਕਾਲੀਆਂ ਬਣ ਗਈਆਂ, ਚਿੱਟੀ ਵੀ ਨਹੀਂ ਬਣਨੀ। ਜਿਹੜੀ ਪਹਿਲਾਂ ਮੈਕਸੀਕਨ ਕਣਕ ਹੋਈ ਸੀ ਨਾ, ਇਹਦੀ ਰੋਟੀ ਲਾਲ ਬਣਦੀ ਸੀ, ਕਿਉਂਕਿ ਇਹ ਮਿੱਟੀ ਨਾਲ ਅਜੇ ਜਜ਼ਬ ਨਹੀਂ ਸੀ। ਜਦੋਂ ਇਹ ਫਿਰ ਜਜ਼ਬ ਹੋ ਗਈ, ਜਦੋਂ ਆਪਣੀ ਮਿੱਟੀ ਨਾਲ ਇਹ ਪੂਰੀ ਮਿਲ ਗਈ, ਇਹਨੇ ਫਿਰ ਇਸ ਤਰ੍ਹਾਂ ਦੀ ਰੋਟੀ ਬਣਾਈ ਤੇ ਕਣਕ ਦੇ ਸਿੱਟੇ ਵਿੱਚ ਵੀ ਚਿੱਟੇ ਨਿਕਲਣ ਲੱਗ ਪਏ। ਔਰ ਇਹਦਾ ਕੱਦ ਛੋਟਾ ਸੀਗਾ, ਹੁਣ ਇਹਦਾ ਹਾਈਟ ਵੀ ਵੱਡੀ ਹੋ ਗਈ, ਸਿੱਟੇ ਵੀ ਬਹੁਤ ਵੱਡੇ ਹੋ ਗਏ ਆ। ਇਹ ਹੈਗਾ ਕਣਕ ਦੀ ਬੱਲੀਆਂ ਦੇ, ਕਣਕ ਬੱਲੀਏ ਕਣਕ ਦੀ ਤੈਨੂੰ ਖਾਣਗੇ ਨਸੀਬਾਂ ਵਾਲੇ, ਲੋਕ ਗੀਤਾਂ ਵਿੱਚ ਵੀ ਹੈਗਾ, ਇਹ ਹੈਗਾ ਲੋਕ ਗੀਤ ਵੀ ਹੈਗੇ ਕਣਕ। ਸੋ ਗੱਲ ਇਹੀ ਹੈ ਕਿ ਜਿੰਨਾ ਸੰਭਾਲ ਸਕੋ ਜ਼ਰੂਰ ਸੰਭਾਲਣਾ ਚਾਹੀਦਾ। ਵੈਸੇ ਕਹਿੰਦੇ ਨੇ ਨਾ ਕਿ ਸਾਰਾ ਅਨਾਜ ਘਰ ਨਹੀਂ ਆਉਂਦਾ, ਖੇਤਾਂ 'ਚ ਵੀ ਰਹਿ ਜਾਂਦਾ। ਜਦੋਂ ਬੋਰੀਆਂ ਭਰਦੇ ਆ ਆਪਾਂ, ਉਹ ਪੰਛੀਆਂ ਵਾਸਤੇ ਹੁੰਦਾ, ਉਹਨੂੰ ਕਹਿੰਦੇ ਨੇ ਜ਼ਮੀਨ ਦਾ ਭੋਗ ਹੈ। ਤੇ ਫਿਰ ਜਿਹੜਾ ਆਪਾਂ ਲੱਦ ਕੇ ਬੋਰੀਆਂ 'ਚੋਂ ਘਰ ਲੈ ਕੇ ਆਉਂਦੇ, ਉਹ ਵੀ ਸਾਰਾ ਘਰ ਨਹੀਂ ਆਉਂਦਾ, ਉਹ ਵੀ ਕੁਝ ਨਾ ਕੁਝ ਬੋਰੀਆਂ 'ਚੋਂ ਡਿੱਗਦਾ, ਉਹ ਵੀ ਜੀਵ ਜੰਤੂ ਖਾਂਦੇ ਨੇ। ਇੱਕ ਖੇਤ ਦਾ ਅਨਾਜ ਪਤਾ ਨਹੀਂ ਕਿੰਨੇ ਮੂੰਹਾਂ 'ਚ ਪੈਂਦਾ, ਕਿੰਨੇ ਜਨੌਰਾਂ ਦੇ, ਕਿੰਨੇ ਜੀਵਾਂ ਦੇ, ਕਿੰਨੇ ਪੰਛੀ ਪਰਿੰਦਿਆਂ ਦੇ ਮੂੰਹਾਂ 'ਚ ਪੈਂਦਾ।
ਤਾਂ ਜਿਹੜਾ ਫਿਰ ਘਰ ਲੈ ਕੇ ਆਉਨੇ ਆ ਆਪਾਂ ਉਹਨੂੰ ਵੀ ਸੰਭਾਲ ਕੇ ਰੱਖਣਾ ਚਾਹੀਦਾ, ਕਿਉਂਕਿ ਉਹਦੇ ਨਾਲ ਹੀ ਆਪਾਂ ਪੂਰਾ ਸਾਲ ਕੱਟਣਾ ਹੁੰਦਾ। 6 ਮਹੀਨੇ ਤਾਂ ਆਪਾਂ ਨੂੰ ਉਹ ਅਨਾਜ ਚਾਹੀਦਾ, 6 ਮਹੀਨੇ ਬਾਅਦ ਫਿਰ ਤੁਹਾਡੀ ਗੱਲ ਸਹੀ ਆ। ਜਿਹਦਾ ਅਨਾਜ ਦੀ ਤੁਸੀਂ ਗੱਲ ਕੀਤੀ ਹੈ, ਕਿਸਾਨ ਦੀ ਕੋਠੀ 'ਚ ਤਾਂ ਉਹਨਾਂ ਕੀ ਜਾਂਦਾ, ਕੋਠੀ ਜਾਂ ਭੜੋਲਿਆਂ 'ਚ ਪਾਉਂਦੇ ਹੁੰਦੇ ਸੀ ਜਿਹੜਾ ਕਣਕ ਦਾ ਆਮਦ ਸੀਗਾ। ਪਰ ਉਹਦੇ ਵਿੱਚ ਬਾਅਦ 'ਚ ਨਾ ਜਿਹੜੀ ਧਾਰਮਿਕ ਸਥਾਨ ਗੁਰਦੁਆਰਿਆਂ 'ਚ ਵੀ ਦਿੰਦੇ ਆ ਕਣਕ। ਜਦੋਂ ਆਉਂਦੀ ਆ ਸੇਵਾਦਾਰ ਲੈ ਕੇ ਬੋਰੀਆਂ ਭਰ ਕੇ ਲੈ ਕੇ ਜਾਂਦੇ, ਜਿਹੜਾ ਆਪਾਂ ਲੰਗਰ ਛਕਦੇ ਆ ਇਹ ਸਾਰਾ ਕੁਝ ਕਿਸਾਨਾਂ ਵੱਲੋਂ ਕਮਾਇਆ ਤੇ ਭੇਜਿਆ, ਜਿਹੜਾ ਉਹ ਆਟਾ ਤੇ ਉਹੀ ਕਣਕ ਹੁੰਦੀ ਆ। ਦਾਲਾਂ ਵੀ ਭੇਜਦੇ ਆ ਹਨਾ, ਉਹਦੇ 'ਚ ਤੇਲ ਵੀ ਭੇਜਦੇ ਆ ਕਿ ਸਾਰੀਆਂ ਚੀਜ਼ਾਂ ਭੇਜ ਕੇ ਤੇ ਲੰਗਰ ਅਟੁੱਟ ਵਰਤਦੇ ਆ ਗੁਰੂ ਸਾਹਿਬ ਦੇ। ਇਹ ਬਿਲਕੁਲ ਗੁਰੂ ਸਾਹਿਬ ਦੀ ਨਸੀਹਤ, ਕਿਰਤ ਕਰ ਨਾਮ ਜਪ ਵੰਡ ਛਕ, ਬਿਲਕੁਲ ਔਰ ਪੂਰੀ ਦੁਨੀਆ ਤਾਰ ਦਿੱਤੀ ਹੈ ਇਸ ਇੱਕ ਮੂਲ ਮੰਤਰ ਨੇ। ਸਹੀ ਗੱਲ। ਇੱਥੇ ਚੱਲੋ ਤਾਂ ਕਿਸੇ ਇਕਨੋਮੀ ਦਾ ਬਜਟ ਬਣਾਉਣ ਦੀ ਲੋੜ ਨਹੀਂ ਪੈਂਦੀ, ਉਹ ਸਾਰੇ ਬਜਟ ਇਹਦੇ 'ਚ ਹੀ ਆ ਜਾਂਦੇ। ਹਾਂ, ਤਦੇ ਗੁਰੂ ਨਾਨਕ ਸਾਹਿਬ ਨੇ 13 ਕੇ ਬੋਲ ਕੇ ਤੇ ਲੋਕਾਂ ਦੀ ਝੋਲੀਆਂ ਭਰਤੀਆਂ ਸੁਲਤਾਨਪੁਰ ਲੋਧੀ ਵੀ ਸਭ ਕੁਝ ਤੇਰਾ ਹੀ ਹੈ। ਉਹ ਬਸ ਹੁਣ ਉਹੀ ਮਿਹਰ ਚਾਹੀਦੀ ਹੈ ਬਾਬੇ ਦੀ ਕਿ ਇੱਕ ਫਸਲਾਂ ਦਾ ਸਾਰਾ ਸਹੀ ਸਲਾਮਤ ਹੋ ਜਾਵੇ ਤਾਂ ਕਿ ਕਾਲ ਨਾ ਪਵੇ ਖੁਰਾਕ ਦਾ, ਔਰ ਸਭ ਕੁਝ ਕਿਸਾਨਾਂ ਦੇ ਪੱਲੇ ਵੀ ਪੈਸੇ ਪੈਣ ਤੇ ਜਨਤਾ ਵੀ ਰੱਜ ਕੇ ਖਾਵੇ, ਰੱਜ ਕੇ ਭੋਜਨ ਕਰੇ ਤੇ ਆਪਣੇ ਸਹੀ ਸੋਚ ਨਾਲ। ਤੇ ਆ ਜਿਹੜਾ ਅੱਤ ਖੁਦਾ ਦਾ ਵੈਰ ਹੈ ਨਾ, ਇਹ ਅੱਤ ਚੁੱਕਣੀ ਇਨਸਾਨ ਬੰਦ ਕਰ ਦਵੇ। ਖੁਦਾ ਨਾਲ ਬੈਰ ਕਮਾਉਣਾ ਸਹੀ ਨਹੀਂ, ਤਾਂ ਖੁਦਾ ਵੀ ਦਇਆ ਕਰੇ, ਤਾਂ ਸਾਨੂੰ ਸੁਮੱਤ ਬਖਸ਼ੇ ਸਾਰਿਆਂ ਨੂੰ। ਤੇ ਅੱਗੋਂ ਸੁਮੱਤ ਵਾਲੀ ਗੱਲ ਫੇਰ ਆ ਗਈ ਜੀ। ਤਸਕਰੀ ਦੇ ਕੇਸ, ਨਸ਼ਾ ਤਸਕਰੀ ਦੇ ਕੇਸ, ਭ੍ਰਸ਼ਟਾਚਾਰ ਦੇ ਕੇਸ, ਇਹਦੇ ਵਿੱਚ ਜਿਹੜੇ ਸਰਕਾਰੀ ਅਧਿਕਾਰੀ ਸਿਆਸੀ ਨੇਤਾ ਫਸੇ ਹੋਏ ਨੇ, ਪੰਜਾਬ ਸਰਕਾਰ ਕਹਿੰਦੀ ਹੈ, ਮਾਨ ਸਾਹਿਬ ਕਹਿੰਦੇ ਨੇ ਉਹਨਾਂ ਦੇ ਖਿਲਾਫ ਸਖਤ ਕਦਮ ਚੁੱਕੇ ਜਾਣਗੇ, ਸਖਤ ਕਾਰਵਾਈ ਹੋਏਗੀ ਕਾਨੂੰਨ ਦੇ ਮੁਤਾਬਿਕ। ਹਾਂ, ਪੰਜਾਬ ਸਰਕਾਰ ਵੱਲੋਂ ਜਿਹੜੀ ਰਿਪੋਰਟ ਇਹਨਾਂ ਦੇ ਹੱਥ 'ਚ ਆਈ ਆ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਿੱਟ ਜਿਹੜੀ ਆ ਉਹਨੇ ਤਬਦੀਸ਼ ਕੀਤੀ ਸੀ, ਉਹਨਾਂ ਨੇ ਰਿਪੋਰਟ ਭੇਜੀ ਸੀ। ਉੱਥੇ ਸਾਰੀ ਜਿਊਰੀ ਨੇ, ਜੱਜਾਂ ਨੇ ਬੈਠ ਕੇ ਬਣਾ ਲਈ ਰਿਪੋਰਟ, ਔਰ ਰਿਪੋਰਟ ਜਿਹੜੀ ਹੈ ਸੀਲ ਬੰਦ ਮਾਨ ਸਰਕਾਰ ਨੂੰ ਸੌਂਪ ਦਿੱਤੀ ਹੈ। ਔਰ ਉਹਨਾਂ ਨੂੰ ਇਹਨਾਂ ਨੇ ਵੇਖਿਆ, ਘੋਖਿਆ, ਪਰਖਿਆ ਭਗਵੰਤ ਮਾਨ ਜੀ ਨੇ, ਪਰ ਇਹ ਵਾਕਿਆ ਗੁੱਸੇ 'ਚ ਆ ਗਏ। ਇਹਨਾਂ ਨੇ ਕਿਹਾ ਸੀ ਕਿ ਹੁਣ ਮੈਂ ਕੋਈ ਬਖਸ਼ੂਗਾ ਨਹੀਂ ਗਾ, ਇਹਦੇ ਵਿੱਚ ਜਿੰਨਾ ਵੀ ਨਸ਼ਾ ਫੈਲਾਇਆ ਵਾ ਪਿਛਲੀਆਂ ਸਰਕਾਰਾਂ ਵੇਲੇ ਵੀ ਸਾਰਾ ਕੁਝ ਫੈਲ ਗਿਆ, ਪਰ ਸਰਕਾਰਾਂ ਦਾ ਤਾਂ ਉਹਨਾਂ ਦੋਸ਼ ਨਹੀਂ ਜਿੰਨਾ ਅਧਿਕਾਰੀਆਂ ਦਾ ਦੋਸ਼ ਆ, ਜਿਹਦੇ 'ਚ ਕੁਝ ਪੁਲਿਸ ਆਫੀਸਰ ਫੜੇ ਗਏ ਆ ਜਿਨ੍ਹਾਂ 'ਤੇ ਸਕੰਜਾ ਕੱਸਿਆ ਗਿਆ, ਜਿਹਦੇ ਵਿੱਚ ਵਿਜੀਲੈਂਸ ਨੇ ਤਬਦੀਸ਼ ਕਰ ਦਿੱਤੀ ਆ। ਉਹਨਾਂ ਜਾਇਦਾਦਾਂ ਹੀ ਇੰਨੀਆਂ ਬਣਾ ਲਈਆਂ ਸੀ, ਇੰਨੀ ਪ੍ਰਾਪਰਟੀ ਬਣਾ ਲਈ ਸੀ ਕਿ ਉਹ ਪਤਾ ਨਹੀਂ ਲੱਗ ਰਿਹਾ ਉਹਦੇ ਵਿੱਚ ਇਹਨਾਂ ਨੇ ਕੀਤਾ ਕੀ ਖੰਨਾ ਜੀ, ਕਿ ਜਿਹੜੇ ਤਾਂ ਤਸਕਰੀ ਕਰ ਰਹੇ ਆ, ਜਿਹੜੇ ਵੇਚ ਰਹੇ ਆ, ਉਹਨਾਂ 'ਤੇ ਤਾਂ ਕੋਈ ਕੇਸ ਕੀਤਾ ਨਹੀਂ ਗਾ, ਜਿਹੜੇ ਨਹੀਂ ਵੇਚ ਰਹੇ ਉਹਨਾਂ 'ਤੇ ਝੂਠੇ ਕੇਸ ਕਰਕੇ ਪੈਸੇ ਬਟੋਰ ਲਿਆ, ਔਰ ਉਹ ਵਿਚਾਰੇ ਡਰਦੇ ਮਾਰਦੇ ਉਹਨਾਂ ਪੈਸੇ ਦੇ ਦਿੱਤੇ ਆ। ਉਹ ਕੇਸ ਸਾਹਮਣੇ ਆ ਗਿਆ। ਰਾਜਜੀਤ ਜਿਹੜੇ ਐਸਐਸਪੀ ਨੇ, ਆ ਹੁਣੇ ਉਹਨਾਂ 'ਤੇ ਸਕੰਜਾ ਕੱਸਿਆ, ਉਹਨਾਂ 'ਤੇ ਤਬਦੀਸ਼ ਚੱਲ ਰਹੀ ਆ, ਉਹਨਾਂ ਦੀ ਪਮਾਇਸ਼ ਹੋ ਗਈ ਘਰਾਂ ਦੀ, ਉਹਦੇ ਆਲੇ ਦੁਆਲੇ ਸਾਰਾ ਕੁਝ ਪਤਾ ਲੱਗ ਗਿਆ ਵੀ ਕਿੱਧਰੋਂ ਪੈਸਾ ਆਇਆ ਔਰ ਕੀ ਕੁਝ ਕੀਤਾ। ਉਹਨਾਂ ਦੇ ਨਾਲ ਇੰਦਰਜੀਤ ਸਿੰਘ ਜੀ ਸਿਪਾਹੀ ਤੋਂ SHO ਇੰਸਪੈਕਟਰ ਬਣੇ, ਉਹਨਾਂ ਦੇ ਵੀ ਕੇਸ ਹੋਇਆ, ਉਹ ਵੀ ਬਰਖਾਸਤ ਹੋਏ ਆ। ਔਰ ਇਹਦੇ ਨਾਲ ਲੱਗਦੇ ਹੋਰ ਵੀ ਬੜੇ ਜਿਹੜੀਆਂ ਨਾਲ ਜਾਣਕਾਰੀ ਮਿਲ ਰਹੀ ਆ। ਖਾਸ ਪੁਲਿਸ ਅਫਸਰ ਬਹੁਤ ਰਹੇ ਆ, ਕਿਉਂਕਿ ਕੇਸ ਤਾਂ ਪੁਲਿਸ ਕੋਲ ਹੀ ਆਉਣੇ ਆ। ਪੁਲਿਸ ਤੋਂ ਬਾਅਦ ਫਿਰ FIR ਲੌਜ ਹੋ ਕੇ ਫਿਰ ਧਾਰਾ ਲਾ ਕੇ, ਪੁਲਿਸ ਲਾਉਣ ਦੀ ਧਾਰਾ ਲਾ ਕੇ ਜਿਹੜੀ ਨਸ਼ੇ ਦੀ ਆ ਉਹ ਧਾਰਾ ਲੱਗਣ ਤੋਂ ਬਾਅਦ ਫਿਰ ਜੁਡੀਸ਼ਰੀ 'ਚ ਜਾਂਦੀ ਹੈ। ਜੁਡੀਸ਼ਰੀ ਤੋਂ ਬਾਅਦ ਫਿਰ ਉੱਥੇ ਮੰਤਰੀ ਵੀ ਇਨਵੋਲਵ ਆ, ਸਾਰਾ ਕੁਝ। ਅੱਜ ਮੰਤਰੀਆਂ 'ਤੇ ਵੀ ਬਹੁਤ ਹੋ ਗਿਆ, ਮੰਤਰੀਆਂ 'ਤੇ ਵੀ ਗੱਜ ਡਿੱਗੀ ਆ। ਕਈ ਮੰਤਰੀ ਜਿਹੜੇ ਆ, ਸੁੰਦਰ ਸ਼ਾਮ ਅਰੋੜਾ, ਉਹਦੀ ਵੀ ਪਮਾਇਸ਼ ਹੋ ਰਹੀ ਆ, ਹੈ ਨਾ। ਬਲਬੀਰ ਸਿੰਘ ਆ, ਉਹਨਾਂ ਦੀ ਪਮਾਇਸ਼ ਹੋ ਰਹੀ ਆ, ਜਿਹੜੇ ਰਹੇ ਪਹਿਲੋਂ। ਇਹ ਜਿਹੜੇ ਆ ਕਾਂਗਰਸ ਸਰਕਾਰ ਦੇ ਸਮੇਂ ਤੇ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਜਿਹੜੀਆਂ ਨੇਤਾ ਸੀ, ਉਹਨਾਂ 'ਤੇ ਇਸ ਵੇਲੇ ਪੂਰੀ ਗੱਜ ਡਿੱਗੀ ਪਈ ਆ। ਉਹਨਾਂ ਨਾਲ ਹੀ ਪੁਲਿਸ ਨੇ ਸਿਰ ਚੁੱਕਿਆ। ਸਿਰ ਇਸ ਕਰਕੇ ਚੁੱਕਿਆ, ਜਦੋਂ MLA ਰਜਾਮੰਦ ਆ, ਜਦੋਂ ਮੰਤਰੀ ਰਜਾਮੰਦ ਆ, ਤਾਂ ਕਹਿੰਦੇ ਸਾਨੂੰ ਕਾਹਦਾ ਡਰ ਹੈ, ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਤਾਂ ਅਸੀਂ ਵੀ ਖਾਵਾਂਗੇ ਨਾਲ। ਉਦੋਂ ਤੱਕ ਸਾਰਿਆਂ ਨੂੰ ਨੁਕਸਾਨ ਹੋਇਆ, ਪਬਲਿਕ ਨੂੰ ਨੁਕਸਾਨ ਹੋਇਆ, ਸਟੂਡੈਂਟਸ ਨੂੰ ਨੁਕਸਾਨ ਹੋਇਆ, ਜਿਹੜੇ ਨੌਕਰੀ ਕਰ ਰਹੇ ਸਿਵਲ ਦੀ ਦੂਜੇ ਲੋਕ, ਔਰ ਉਹਨਾਂ ਨੂੰ। ਔਰ ਉਹਦੇ ਵਿੱਚ ਬੀਬੀਆਂ ਵਿਚਾਰੀਆਂ ਇਹਨਾਂ ਨੂੰ ਰੋ ਕੇ ਸਾਰੇ ਉਹ ਸਿਆਪਾ ਕਰ ਰਹੀਆਂ, ਇਹਦੇ ਵਿੱਚ ਰੋਂਦੀਆਂ ਵਾ ਕਿ ਗਲਤ ਗੱਲ ਆ, ਸਾਡਾ ਘਰ ਉਜਾੜ ਦਿੱਤਾ। ਕਿਉਂਕਿ ਬੱਚਾ ਜਦੋਂ ਫੜਿਆ ਜਾਂਦਾ ਤੇ ਅੰਦਰ ਜੇਲ੍ਹ ਦੇ ਅੰਦਰ ਚਲ ਜਾਂਦਾ ਤਾਂ ਘਰ ਬਰਬਾਦ ਹੋ ਜਾਂਦਾ। ਔਰ ਇਸ ਤਰ੍ਹਾਂ ਨਸ਼ੇ ਵੀ ਕਈ ਇਹਨਾਂ ਨੇ ਆਪ ਖਵਾਉਣਾ ਸ਼ੁਰੂ ਕਰ ਦਿੱਤਾ ਨੌਜਵਾਨਾਂ ਨੂੰ, ਵੰਡੇ ਨਸ਼ੇ। ਔਰ ਉਹਦੇ 'ਚ ਕੌਣ ਹੈਗੇ ਆ? ਉਹਦੇ 'ਚ ਨੇਤਾ ਵਾ, ਉਹਨਾਂ 'ਚ ਪੁਲਿਸ ਅਫਸਰ ਆ, ਸਾਰਾ ਕੁਛ ਹੈਗਾ। ਇਹ ਹਾਲਤ ਇੰਨੀ ਤਰਸਯੋਗ ਹਾਲਤ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਫੈਲਾਉਣ ਲਈ ਪਤਾ ਨਹੀਂ ਇਹਦੇ ਪਿੱਛੇ ਕੀ ਏਜੰਸੀ ਹੈ। ਕੋਈ ਕਦੀ ਕਹਿੰਦੇ ਰਾਜਸਥਾਨ 'ਚੋਂ ਆ ਗਿਆ, ਕਦੀ ਕਹਿੰਦੇ ਪਾਕਿਸਤਾਨ 'ਚੋਂ ਆ ਗਿਆ, ਫਿਰ ਉਹਨਾਂ 'ਤੇ ਦੋਸ਼ ਮੜ ਦਿੰਦੇ। ਕੈਮੀਕਲ ਨਸ਼ੇ ਇੱਥੇ ਬਣਦੇ ਰਹੇ, ਹਿਮਾਚਲ 'ਚ ਵੀ ਬਣਦੇ ਰਹੇ, ਹਰਿਆਣੇ 'ਚ ਵੀ ਬਣਦੇ ਰਹੇ, ਰਾਜਸਥਾਨ 'ਚ ਵੀ ਬਣਦੇ ਆ, ਖੁਦ ਪੰਜਾਬ 'ਚ ਵੀ ਬਣ ਰਹੇ ਆ। ਦੇਖੋ ਬਲਕਾਰ ਜੀ, ਜਿਹੜੇ ਮਾਹਿਰ ਨੇ ਨਾ, ਉਹ ਇਹ ਕਹਿੰਦੇ ਨੇ ਕਿ ਬਿਨਾਂ ਮਿਲੇ ਭਗਤ ਦੇ ਇਹ ਕੰਮ ਨਹੀਂ ਹੋ ਸਕਦਾ।
ਜਦੋਂ ਤੱਕ ਕੁੱਤੀ ਚੋਰਾਂ ਨਾਲ ਨਾ ਰਲੇ ਸਹੀ ਗੱਲ। ਉਦੋਂ ਤੱਕ ਨਸ਼ੇ ਦਾ ਨੈਟਵਰਕ ਨਹੀਂ ਚੱਲ ਸਕਦਾ। ਹਾਂ ਹਾਂ ਇਹ ਅਸੀਂ ਸਾਰੇ ਜਾਣਦੇ ਹਾਂ। ਜੇਲ੍ਹਾਂ ਦੇ ਅੰਦਰ ਤੱਕ ਤੇ ਪਹੁੰਚਿਆ ਹੋਇਆ, ਆ ਕਿੱਥੇ ਨਹੀਂ ਪਹੁੰਚਿਆ ਹੋਇਆ। ਔਰ ਤੁਹਾਨੂੰ ਨਹੀਂ ਪਤਾ ਕਿ ਹਰ ਦੂਜਾ ਬੰਦਾ ਨਸ਼ੇ ਦਾ ਤਸਕਰ ਹੋ ਸਕਦਾ ਹੈ, ਉਸ ਨੈਟਵਰਕ ਦਾ ਹਿੱਸਾ ਹੋ ਸਕਦਾ ਹੈ, ਸਪਲਾਇਰ ਹੋ ਸਕਦਾ, ਕੁਝ ਵੀ ਹੋ ਸਕਦਾ ਹੈ। ਮੰਨ ਲਓ ਸੜਕ ਦੇ ਕੰਢੇ ਖੜੇ ਰੇੜੀ ਲਾ ਕੇ ਖੜਾ ਹੈ, ਗੋਲ ਗੱਪੇ ਵੇਚਦਾ ਪਿਆ, ਕੀ ਪਤਾ ਅੰਦਰ ਖਾਤੇ ਉਹ ਨਸ਼ਾ ਵੀ ਸਪਲਾਈ ਕਰਦਾ। ਸਹੀ ਗੱਲ, ਫੜੇ ਗਏ ਕਈ, ਕਿਸੇ ਨੂੰ ਕੁਝ ਨਹੀਂ ਪਤਾ। ਕਿ ਚਾਹ ਪਿਆਉਣ ਵਾਲੇ ਫੜੇ ਗਏ, ਕਿ ਟਰੱਕਾਂ ਵਾਲੇ ਫੜੇ ਗਏ, ਇਹਦੇ ਵਿੱਚ ਸਪਲਾਈ ਕਰਨ ਵਾਲੇ ਤਾਂ ਹੈਗੇ ਹੀ ਆ। ਕੈਮਿਸਟ ਫੜੇ ਗਏ, ਨਾ ਕੈਮਿਸਟ ਵੀ ਵੇਚਦੇ, ਟੀਕੇ, ਇੰਜੈਕਸ਼ਨ, ਕੈਮੀਕਲ, ਉਹਦੇ 'ਚ ਸਾਰਾ ਕੁਝ ਹੈਗਾ। ਹੁਣ ਤਾਂ ਇੱਥੋਂ ਤੱਕ ਓਪਨ ਹੋ ਗਿਆ ਕਿ ਜਿੱਦਾਂ ਲਿਖਿਆ ਕਿ ਇੱਥੇ ਸ਼ਰਾਬ ਦਾ ਠੇਕਾ ਹੈ, ਤੇ ਇਦਾਂ ਹੁਣ ਐਰੋ ਮਾਰਕ ਦੇ ਕਹਿੰਦੇ ਇਧਰ ਚਿੱਟਾ ਮਿਲਦਾ ਹੈ। ਤੇ ਪੁਲਿਸ ਕੀ ਕਰ ਰਹੀ ਹੈ? ਕੀ ਪੁਲਿਸ ਨੂੰ ਤਾਂ ਖੋਪਿਆ ਹੈ ਜਾਂ ਐਨਕਾਂ ਰਾਹੀਂ ਨਜ਼ਰ ਨਹੀਂ ਆ ਰਿਹਾ? ਉਹਨਾਂ ਦਾ ਵੀ ਹਿੱਸਾ ਤੈਅ ਹੋਵੇ, ਜਿਨ੍ਹਾਂ ਦਾ ਹਿੱਸਾ ਤੈਅ ਹੋਵੇ, ਕਿਉਂਕਿ ਕਰਪਸ਼ਨ ਦੇ ਚਾਰजेस ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਹੈ ਕਿ ਕਰਪਸ਼ਨ ਦੇ ਚਾਰਜ ਦੇ ਵਿੱਚ ਸਿੱਟ ਦੀ ਰਿਪੋਰਟ ਆਈ ਹੈ, ਉਹਦੇ ਵਿੱਚ ਪੁਲਿਸ ਅਧਿਕਾਰੀ ਵੀ ਇਨਵੋਲਵ ਨੇ। ਇਨਵੋਲਵ ਕੀ ਪਤਾ ਕੌਣ ਕਿੱਥੋਂ ਹਿੱਸਾ ਲੈਂਦਾ ਪਿਆ, ਪਰਸੈਂਟੇਜ ਤੈਅ ਹੋਈ ਹੈ, ਉਧਰ ਅੱਖਾਂ ਹੀ ਨਹੀਂ ਕਰਦੇ। ਸਹੀ ਗੱਲ। ਕਿਹੜਾ ਗੈਰ ਕਾਨੂੰਨੀ ਕੰਮ ਹੈ ਜਿਹੜਾ ਨਹੀਂ ਹੁੰਦਾ, ਤੇ ਕਿਹੜਾ ਗੈਰ ਕਾਨੂੰਨੀ ਕੰਮ ਹੈ ਜਿਹੜਾ ਪੁਲਿਸ ਨੂੰ ਨਹੀਂ ਪਤਾ ਇੱਥੇ ਹੋ ਰਿਹਾ ਹੈ। ਕਿਉਂ ਨਹੀਂ ਛਾਪਾ ਵੱਜਦਾ, ਕਿਉਂ ਨਹੀਂ ਰੋਕਿਆ ਜਾਂਦਾ? ਕਿਉਂਕਿ ਵੱਡੇ ਵੱਡੇ ਲੋਕਾਂ ਤੱਕ ਪਹੁੰਚ ਹੈਗੀ ਹੈ, ਸਭ ਦੇ ਹਿੱਸੇ ਤੈਅ ਨੇ, ਮਿਲ ਜੁਲ ਕੇ ਖਾਂਦੇ ਨੇ। ਤੇ ਸਮਾਜ ਦਾ ਵਿਗਾੜ, ਸਮਾਜ ਦਾ ਬੁਰਾ ਹਾਲ ਜੋ ਮਰਜ਼ੀ ਹੋਵੇ, ਨੌਜਵਾਨ ਪੀੜ੍ਹੀ ਦਾ ਜੋ ਮਰਜ਼ੀ ਹੋਵੇ, ਸਾਡੀਆਂ ਜੇਬਾਂ 'ਚ ਪੈਸੇ ਆਣੇ ਚਾਹੀਦੇ। ਵੈਸੇ ਖੰਨਾ ਜੀ ਗੱਲ ਹੈਗੀ ਆ, ਜੇ ਪਿੱਛੇ ਨੂੰ ਝਾਤੀ ਮਾਰੀ ਨਾ ਪੰਜਾਬ ਦੇ ਸਾਰੇ ਪਿਛੋਕੜ ਵੱਲ, ਤਾਂ ਆਹ ਦਿਨ ਨਹੀਂ ਸੀ ਵੇਖੇ। ਮੈਂ ਵੀ ਕਾਫੀ ਸਕੂਲ 'ਚ ਪੜ੍ਹਦਾ ਰਿਹਾ, ਕਾਲਜ ਵੀ ਗਿਆ, ਜੌਬ ਵੀ ਕੀਤੀ, ਸਭ ਕੁਝ ਹੈ। ਪਰ ਜੋ ਹੁਣ ਕੁਝ ਹੋ ਰਿਹਾ, 1 ਮਿੰਟ ਹੋਣ ਤੋਂ ਬਾਅਦ ਵੀ ਕਹਿੰਦੇ ਧੱਥਾ ਮੱਥਾ ਕਰ ਦਿਓ, ਕੁਝ ਨਹੀਂ ਹੋਇਆ। ਜਿਹਦੇ ਵਿੱਚ ਆਪਾਂ ਗੱਲ ਕੀਤੀ ਹੈ ਨੇਤਾ, ਖਾਸ ਤੌਰ ਤੇ ਉਹਨਾਂ ਨਾਲ ਮਿਲੀ ਭੁਗਤ ਹੈਗਾ। ਪੁਲਿਸ ਅਫਸਰ ਆਪ ਮਿਲੇ ਹੈਗੇ ਆ, ਪੁਲਿਸ ਅਫਸਰ ਆਪ ਖਾਂਦੇ ਨਸ਼ਾ, ਤੇ ਉਹ ਕੀ ਹਟਾਉਣਗੇ? ਉਹਨਾਂ ਕੋਲ ਤਾਂ ਫੜਿਆ ਗਿਆ, ਉਹਨਾਂ ਦੀ ਜੇਬਾਂ 'ਚ ਉਹਨਾਂ ਦੀਆਂ ਵੀਡੀਓ ਆ ਰਹੀਆਂ ਜਿਸ 'ਚ ਗੱਡੀਆਂ 'ਚ ਬਹਿ ਕੇ ਯੂਨੀਫਾਰਮ 'ਚ ਨਸ਼ਾ ਲੈ ਰਹੇ ਆ। ਔਰ ਉਹ ਕੀ ਲੋਕਾਂ ਨੂੰ ਸੇਫ ਰੱਖਣਗੇ, ਕੀ ਲੋਕਾਂ ਨੂੰ ਬਚਾਉਣਗੇ, ਉਹ ਕੀ ਸੁਰੱਖਿਆ ਦੇਣਗੇ ਜਦੋਂ ਆਪ ਹੀ ਸੁਰੱਖਿਆ ਦੇਣ ਵਾਲੇ ਇਸ ਤਰ੍ਹਾਂ ਕਰ ਲੈਣ? ਜੇ ਤੁਸੀਂ ਦੇਖਦੇ ਜੇ ਬਾਹਰਲੀ ਪੁਲਿਸ ਦੇਖੋ, ਕੈਨੇਡਾ ਦੀ, ਅਮਰੀਕਾ ਦੀ, ਤੁਸੀਂ ਰਸ਼ੀਆ ਦੀ ਔਰ ਇੰਗਲੈਂਡ ਦੀ, ਉਹ ਇਸ ਤਰ੍ਹਾਂ ਇਨਵੋਲਵਮੈਂਟ ਨਹੀਂ ਉਹਨਾਂ ਦੀ ਹੈਗੀ। ਜੋ ਕੰਮ ਕਰਦੇ ਆ ਸਬੂਤ ਇਕੱਠੇ ਕਰਕੇ ਤੇ ਲੋਕਾਂ ਨੂੰ ਫੜਦੇ ਆ, ਪਰ ਲੋਕਾਂ ਨੂੰ ਮੈਂਟਲੀ ਟੌਰਚਰ ਨਹੀਂ ਕਰਦੇ ਤੇ ਨਸ਼ਿਆਂ ਵੱਲ ਨਹੀਂ ਪ੍ਰੇਰਿਤ ਕਰਦੇ। ਸਾਡੀ ਪੁਲਿਸ, ਸਾਡੀ ਸਿਕਿਉਰਿਟੀ, ਸਾਡੀ ਸਾਰੀ ਕੁਝ ਜਿਹੜੀਆਂ ਸੰਸਥਾਵਾਂ ਬਣੀਆਂ ਨੇ ਨਿੱਜੀ ਤੌਰ ਤੇ, ਉਹ ਵੀ ਬੜਾ ਕੁਝ ਕਰ ਰਹੀਆਂ। ਇੱਕ ਗੱਲ ਹੋਰ ਹੈਗੀ ਆ, ਮੈਨੂੰ ਉਹ ਗੱਲ ਯਾਦ ਆਈ ਹੈ ਕਿ ਜਿਹੜੇ ਨਸ਼ਾ ਛਡਾਊ ਕੇਂਦਰ ਬਣ ਗਏ, ਉਹ ਵੀ ਇੱਕ ਤਰ੍ਹਾਂ ਦੀਆਂ ਦੁਕਾਨਾਂ ਸੀਗੀਆਂ ਜਿਹਦੇ ਵਿੱਚ ਨਸ਼ਾ ਦੇ ਕੇ ਉਹਨਾਂ ਨੂੰ ਠੀਕ ਕਰ ਦਿੰਦੇ ਸੀ, ਉਹਨਾਂ ਨੂੰ ਪੁੜੀਆਂ ਦਿੰਦੇ ਸੀ, ਉਹਨਾਂ ਨੂੰ ਗੋਲੀਆਂ ਦਿੰਦੇ ਸੀ। ਨਸ਼ਾ ਉਹਨਾਂ ਦਾ ਕੀ ਛੁੱਟਣਾ, ਉਹਨਾਂ ਨੂੰ ਤਾਂ ਆਪਣੇ ਨੂੰ ਨਸ਼ਾ ਦੇ ਜਾਂਦੇ ਸੀ, ਤੇ ਉਹਨਾਂ ਦਾ ਕੀ ਸੁਰਖਰੂ ਹੋਣਾ ਤੇ ਕੀ ਉਹਨਾਂ ਦੀ ਤੰਦਰੁਸਤੀ ਹੋਣੀ ਆ। ਪੈਸਾ ਘਰ ਵਾਲਿਆਂ ਕੋਲ 50,000 ਪਹਿਲੋਂ ਜਮ੍ਹਾਂ ਕਰਾ ਲੈਂਦੇ, ਫਿਰ 70,000 ਹੋਰ ਦੇ ਦਿਓ ਜੀ। ਉਹ ਵਿਚਾਰੇ ਉਹ ਮਜਬੂਰੀ ਦੇ ਮਾਰੇ ਪੈਸਾ ਦੇ ਦਿੰਦੇ ਸੀ। ਨੌਜਵਾਨ ਗਰਕ ਹੋ ਰਹੇ ਸੀਗੇ। ਇਸ ਦਲਦਲ ਚੋਂ ਕੱਢਣ ਲਈ ਉਹਨਾਂ ਨੇ ਕੋਈ ਵਾਹ ਨਹੀਂ ਲਾਈ, ਉਸ ਦਲਦਲ ਚੋਂ ਉਸ ਚਿੱਕੜ 'ਚ ਦੁਬਾਰਾ ਫਸਾਇਆ। ਜਿਹੜੇ ਨਸ਼ਾ ਛਡਾਊ ਕੇਂਦਰ ਫੜੇ ਵੀ ਗਏ। ਇਹ ਵੀ ਦੇਖੋ ਨਸ਼ਾ ਨਾਲ ਜਿਹੜੇ ਆ ਦੇਖੋ ਨਾ ਜਲਸੇ ਹੁੰਦੇ ਨੇ, ਜੀ ਸੜਕਾਂ ਤੇ ਮੁਜ਼ਾਹਰੇ ਹੁੰਦੇ ਨੇ, ਦੰਗੇ ਹੋ ਜਾਂਦੇ ਨੇ, ਠੀਕ ਹੈ ਨਾ, ਜਾਨਾਂ ਵੀ ਜਾਂਦੀਆਂ ਲੋਕਾਂ ਦੀਆਂ। ਕੋਈ ਕਿਸੇ ਪਾਰਟੀ ਦੇ ਵਰਕਰ ਨੇ, ਕੋਈ ਕਿਸੇ ਪਾਰਟੀ ਦੇ ਵਰਕਰ ਨੇ, ਆਪਸ ਝੜਪ ਹੋ ਗਈ, ਪੁਲਿਸ ਕੇਸ ਹੋ ਗਈ, ਕਿਸੇ ਦੀ ਜਾਨ ਵੀ ਚਲੀ ਗਈ, ਗੋਲੀ ਚੱਲ ਗਈ, ਹੈ ਨਾ, ਨੌਜਵਾਨ ਮਾਰੇ ਗਏ। ਇਹਨਾਂ ਸਾਰੇ ਦੰਗਾ ਕਰਨ ਵਾਲਿਆਂ ਵਿੱਚ ਜਿਹੜੇ ਇਹ ਨੇਤਾ ਨੇ, ਇਹਨਾਂ ਦਾ ਇੱਕ ਬੱਚਾ ਨਹੀਂ ਹੁੰਦਾ, ਇਹਨਾਂ ਦਾ ਕੋਈ ਇੱਕ ਰਿਸ਼ਤੇਦਾਰ ਨਹੀਂ ਹੁੰਦਾ। ਰਾਜ ਕਰਨ ਵਾਸਤੇ ਇਹ, ਤੇ ਮਰਨ ਮਰਾਨ ਵਾਸਤੇ ਸਾਡੇ ਬੱਚੇ, ਦੰਗੇ ਕਰਨ ਵਾਸਤੇ ਸਾਡੇ ਬੱਚੇ। ਇਹ ਜਿਹੜੀ ਜ਼ਹਿਰ ਫੈਲਦੀ ਪਈ ਹੈ ਨਾ ਸਮਾਜ ਦੇ ਵਿੱਚ, ਇਸ ਜ਼ਹਿਰ ਨੂੰ ਮਾਂ ਬਾਪ ਨੂੰ ਸਮਝਣਾ ਚਾਹੀਦਾ ਕਿ ਇਹ ਲੋਕ ਜਿਹੜੇ ਇਹ ਨੇਤਾ ਨੇ, ਕਈ ਐਸੇ ਨੇਤਾ ਹੈਗੇ ਨੇ ਜਿਹੜੇ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਸਾਡੇ ਬੱਚਿਆਂ ਨੂੰ ਇਸਤੇਮਾਲ ਕਰਕੇ ਦੰਗਿਆਂ 'ਚ ਮਰਵਾ ਦਿੰਦੇ ਨੇ, ਤੇ ਆਪਣੇ ਬੱਚੇ ਇਹਨਾਂ ਦੇ ਕਿੱਥੇ ਨੇ? ਵਿਦੇਸ਼ਾਂ 'ਚ ਪੜ੍ਹਦੇ ਪਏ ਨੇ, ਵਿਦੇਸ਼ਾਂ 'ਚ ਸੈਟਲਡ ਨੇ। ਤੁਹਾਡੀ ਗੱਲ ਸਹੀ ਹੈ। ਮੈਂ ਇਹਦੀ ਇੱਕ ਉਦਾਹਰਣ ਦਿੰਦਾ। ਜਿਸ ਤਰ੍ਹਾਂ ਹੁਣ ਖੀਰੀ 'ਚ ਜਾ ਕੇ ਜਦੋਂ ਅੰਦੋਲਨ ਸੀ ਕਿਸਾਨਾਂ ਦਾ ਚੱਲ ਰਿਹਾ, ਕਿਸਾਨ ਤਾਂ ਅੰਦੋਲਨ ਲਈ ਸੜਕ ਤੇ ਬੈਠੇ ਆ। ਉਦੋਂ ਬਾਅਦ ਮਿਸ਼ਰਾ ਜੀ ਜਿਹੜੇ ਸੀ, ਉਹਦਾ ਬੇਟਾ ਗੱਡੀ ਲੈ ਕੇ ਆਇਆ, ਉਹਦੇ ਵਿੱਚ ਉਹਦੇ ਕੋਲ ਪੂਰੇ ਹੋਰ ਵੀ ਮੁੰਡੇ ਨਾਲ ਹੈਗੇ ਆ, ਤੇ ਗੱਡੀ ਇੰਨੀ ਤੇਜ਼ ਚਲਾ ਕੇ ਬੈਠਿਆਂ ਨੂੰ ਦਰੜ ਦਿੱਤਾ। ਉਹਨਾਂ ਨੂੰ ਮਾਰ ਦਿੱਤਾ। ਇਹਦੇ ਵਿੱਚ ਕੀ ਹੈ? ਪੋਲਿਟਿਕਸ, ਇਹਦੇ ਵਿੱਚ ਸਿਆਸਤ ਹੈਗੀ ਆ। ਕਿਸਾਨਾਂ ਨੂੰ ਮਾਰਨ ਦਾ ਕੀ ਮਤਲਬ ਸੀਗਾ? ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਆ, ਉਹ ਕਰ ਰਹੇ, ਉਹ ਸਿਆਸਤ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ। ਅਜੇ ਤੱਕ ਉਹ ਕੇਸ ਕਿਸੇ ਪਾਸੇ ਨਹੀਂ ਲੱਗਾ, ਉਹ ਜੁਡੀਸ਼ਰੀ 'ਚ ਚੱਲ ਰਿਹਾ। ਪਰ ਘਰ ਤਾਂ ਗਏ ਨਾ ਉੱਜੜ। ਜਿਸ ਤਰ੍ਹਾਂ ਘਰਾਂ ਦੇ ਬੱਚੇ ਜਾਂ ਬਜ਼ੁਰਗ ਬੈਠੇ ਸੀਗੇ, ਉਹਨਾਂ ਨੂੰ ਬਗੈਰ ਮਤਲਬ ਮਾਰ ਦਿੱਤਾ। ਹੰਕਾਰ ਹੈ, ਤਾਕਤ ਦਾ ਨਸ਼ਾ ਸਿਰ ਚੜ ਕੇ ਬੋਲਦਾ ਪਿਆ। ਸਹੀ ਗੱਲ, ਠੀਕ ਹੈ ਨਾ। ਔਰ ਲੋਕਾਂ ਨੂੰ ਚਾਹੀਦਾ ਕਿ ਇਸ ਜ਼ਹਿਰ ਤੋਂ ਆਪਣੇ ਬੱਚਿਆਂ ਨੂੰ ਬਚਾਓ, ਕਿਉਂਕਿ ਇਹਨਾਂ ਦੇ ਆਪਣੇ ਬੱਚੇ ਵਿਦੇਸ਼ਾਂ 'ਚ ਸੈਟਲਡ ਨੇ, ਵੱਡੇ ਵੱਡੇ ਕਾਰੋਬਾਰ ਕਰਦੇ ਨੇ। ਕੋਈ ਸੜਕਾਂ ਤੇ ਨਹੀਂ ਉਤਰਦਾ ਝੰਡਾ ਲੈ ਕੇ। ਇਹਨਾਂ ਦੇ ਬੱਚਿਆਂ ਵਿੱਚੋਂ, ਇਹਨਾਂ ਦੇ ਰਿਸ਼ਤੇਦਾਰਾਂ 'ਚੋਂ ਮਰਨ ਮਰਵਾਉਣ ਵਾਸਤੇ ਸਾਡੇ ਬੱਚੇ ਨੇ। ਬਿਲਕੁਲ, ਜਿਹੜੇ ਇਹ ਰਾਜ ਕਰਨ ਵਾਸਤੇ ਨੇ, ਇਹ ਐਸ਼ ਕਰਨ ਵਾਸਤੇ ਨੇ।
ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਇਸ ਜ਼ਹਿਰ ਤੋਂ ਆਪਣੇ ਬੱਚਿਆਂ ਨੂੰ ਕਿਵੇਂ ਬਚਾਉਣਾ ਹੈ ਤੇ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਨਵੇਂ ਕੈਰੀਅਰ ਵਿੱਚ ਨਵੀਂ ਜ਼ਿੰਦਗੀ ਵਿੱਚ ਕਿਵੇਂ ਲੈ ਕੇ ਜਾਣਾ ਹੈ। ਕਿਉਂਕਿ ਪਿੱਛੇ ਜੇ ਇੱਕ ਸਟੇਟਮੈਂਟਸ ਵੀ ਆਈਆਂ ਜਿਹੜੀਆਂ ਗੈਂਗਸਟਰਸ ਦੇ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਨੇ। ਇੱਕ ਕਹਿੰਦੇ ਗੈਂਗਸਟਰ ਨੇ ਇੱਕ ਗੱਲ ਕਹੀ, ਸਾਨੂੰ ਤੁਸੀਂ ਗੈਂਗਸਟਰ ਕਹਿੰਦੇ ਹੋ ਤੇ ਸਾਨੂੰ ਗੈਂਗਸਟਰ ਬਣਾਇਆ ਕਿਹਨਾਂ ਨੇ ਹੈ? ਗੱਲ ਤਾਂ ਉਹੀ, ਮੂਲ ਮੁੱਦਾ ਤਾਂ ਇਹੀ ਆ, ਬਣਾਉਣ ਵਾਲੇ ਤੇ ਉਹੀ ਪੋਲਿਟਿਕਸ ਉਹਨਾਂ ਨੇ ਰੱਖੇ ਹੁੰਦੇ ਸਾਰਾ ਕੁਝ। ਇਹ ਕਰਦੇ ਵਰਤਦੇ ਪਤਾ ਕਦੋਂ ਆ, ਜਦੋਂ ਸਰਕਾਰ ਇਹਨਾਂ ਦੀ ਇੱਕ ਪਾਸੇ ਚਲੇ ਜਾਂਦੀ ਆ, ਜਦੋਂ ਜਿੱਤ ਪ੍ਰਾਪਤ ਨਹੀਂ ਕਰਦੀ ਤੇ ਇਹ ਵਿਹਲੇ ਬਹਿ ਜਾਂਦੇ ਆ, ਫਿਰ ਵਰਤਦੇ ਆ ਉਹਨਾਂ ਮੁੰਡਿਆਂ ਨੂੰ, ਯੂਥ ਨੂੰ, ਉਹਨਾਂ ਨੂੰ ਇਸ ਪਾਸੇ ਲਾ ਦਿੰਦੇ ਆ। ਯੂਥ ਤਾਂ ਜਿੱਧਰ ਮਰਜ਼ੀ ਲੈ ਜਾਓ ਉਹਦੇ ਕੋਲ એનર્ਜੀ ਹੁੰਦੀ ਆ, ਉਹਨੂੰ ਜਿੱਧਰ ਲਾਤਾ ਉਹਨੇ ਕਰ ਦੇਣਾ। ਉਲਟਾ ਸਿੱਧੇ ਦਾ ਪਤਾ ਨਹੀਂ ਹੁੰਦਾ, ਉਮਰ ਛੋਟੀ ਹੁੰਦੀ ਆ, ਉਹਦਾ ਸਟੇਟ ਆਫ ਮਾਈਂਡ ਉਹ ਨਹੀਂ ਹੁੰਦਾ ਜੋ ਉਹਨੂੰ ਸਮਝਣ ਵਾਲਾ ਹੁੰਦਾ। ਉਹਨੂੰ ਜਿੱਧਰ ਲਾਤਾ, ਪੈਸਾ ਦੇ ਦਿੱਤਾ, ਕਈ ਤਰ੍ਹਾਂ ਦੀ ਲਾਲਚ ਦੇਤੀ, ਉਹ ਫਿਰ ਖਰਾਬ ਕਰਦਾ ਕੰਮ ਨੂੰ, ਨੁਕਸਾਨ ਪਹੁੰਚਾਉਂਦਾ ਲੋਕਾਂ ਨੂੰ। ਇਹ ਗੈਂਗਵਾਦ ਹੁੰਦਾ। ਉਹਨਾਂ ਨੂੰ ਅੰਦਰੂਨੀ ਤੌਰ ਤੇ ਨਹੀਂ ਪਤਾ ਹੁੰਦਾ ਕਿ ਸਾਡਾ ਦੇਸ਼ ਹੈ, ਸਾਡੀ ਪ੍ਰਾਪਰਟੀ, ਸਾਡਾ ਘਰ-ਬਾਰ ਹੈਗਾ, ਅਸੀਂ ਕਿਉਂ ਇਹਨੂੰ ਸੇਫ ਨਹੀਂ ਰੱਖਦੇ, ਕਿਉਂ ਇਹਨੂੰ ਨੁਕਸਾਨ ਪਹੁੰਚਾ ਰਹੇ ਹਾਂ। ਸਾਡਾ ਮਾਂ ਪਿਓ ਇੱਥੇ ਵਸ ਰਿਹਾ, ਸਾਡੀਆਂ ਜ਼ਮੀਨਾਂ ਇੱਥੇ ਆ, ਸਾਡੀ ਆਪਣੀ ਜ਼ਿੰਦਗੀ ਹੈ, ਆਪਣੀ ਲਾਈਫ ਦੀ ਪਰਵਾਹ ਨਹੀਂ ਕਰਦੇ। ਬਿਲਕੁਲ। ਔਰ ਕਿਸੇ ਸਿਆਣੇ ਨੇ ਕਿਹਾ ਸੀਗਾ ਕਿ ਜਿਹੜੇ ਇਹ ਨੌਜਵਾਨ ਨੇ ਨਾ, ਇਹ ਖਿੱਚ ਕੇ ਛੱਡਿਆ ਹੋਇਆ ਤੀਰ ਨੇ, ਪਰ ਡਾਇਰੈਕਸ਼ਨ ਕੋਈ ਨਹੀਂ, ਦਿਸ਼ਾ ਕੋਈ ਨਹੀਂ। ਸਹੀ ਗੱਲ। ਇਸ ਕਰਕੇ ਕਦੀ ਪੱਥਰਾਂ 'ਚ ਵੱਜਦੇ ਨੇ, ਕਦੀ ਕੰਧਾਂ 'ਚ ਵੱਜਦੇ ਨੇ। ਜੇ ਡਾਇਰੈਕਸ਼ਨ ਦਿੱਤੀ ਜਾਵੇ, ਜਿਵੇਂ ਭਗਤ ਸਿੰਘ ਕਹਿੰਦਾ, ਜੇ ਦਿਸ਼ਾ ਦਿੱਤੀ ਜਾਵੇ ਤਾਂ ਖਿੱਚ ਕੇ ਛੱਡਿਆ ਹੋਇਆ ਤੀਰ ਹੈ, ਨਿਸ਼ਾਨੇ ਤੇ ਵੱਜੇਗਾ, ਪਤਾ ਨਹੀਂ ਕੀ ਕੁਝ ਬਣ ਕੇ ਦੇਸ਼ ਦਾ ਨਾਂ ਚਮਕਾਏਗਾ। ਕਹਿੰਦੇ ਨੇ ਕਮਾਨ ਚੋਂ ਨਿਕਲਿਆ ਤੀਰ ਕਦੀ ਵਾਪਸ ਨਹੀਂ ਆਉਂਦਾ, ਤੇ ਜ਼ਬਾਨ ਚੋਂ ਨਿਕਲਿਆ ਸ਼ਬਦ ਕਦੀ ਵਾਪਸ ਨਹੀਂ ਆਉਂਦਾ। ਪਰ ਇਹ ਵਾਪਸ ਲੈ ਆਉਂਦੇ ਨੇ। ਜੋ ਕੁਝ ਹੋਇਆ ਇਹਨਾਂ ਤੇ ਤੀਰ ਚਲਾਤੇ, ਇਸ ਕਰਕੇ ਚਲਾਉਂਦੇ ਆ ਕਿ ਦੂਜੀ ਪਾਸੇ ਆਪੋਜੀਸ਼ਨ ਦਾ ਰੋਲ ਹੁੰਦਾ, ਸਿਆਸੀ ਲੀਡਰਾਂ ਦਾ ਰੋਲ ਹੁੰਦਾ ਕਿ ਉਹਨਾਂ ਨੂੰ ਬਾਅਦ ਤਾਂ ਮੁੜ ਕੇ ਸਟੇਟਮੈਂਟ ਦਈਏ ਕਿ ਪੰਜਾਬ 'ਚ ਇਸ ਵੇਲੇ ਕੋਈ ਸੇਫ ਨਹੀਂ, ਕੋਈ ਸਿਕਿਉਰਿਟੀ ਨਹੀਂ, ਪੰਜਾਬ ਇਸ ਵੇਲੇ ਤਸ਼ੱਦਦ ਵਰਤ ਰਿਹਾ। ਉਹਨਾਂ ਨੇ ਸਟੇਟਮੈਂਟਾਂ ਦੇਣੀਆਂ ਨਹੀਂ। ਦੇਖੋ ਬਕਾਰ ਜੀ, ਤੀਰ ਛੱਡਿਆ ਵਾਪਸ ਨਹੀਂ ਆਂਦਾ, ਇਹ ਤੁਹਾਡੀ ਗੱਲ ਮੰਨ ਲਈ, ਪਰ ਸ਼ਬਦ ਇਹ ਵਾਪਸ ਲੈ ਆਉਂਦੇ ਨੇ। ਮੈਂ ਆਪਣੀ ਕਹੀ ਹੋਈ ਗੱਲ ਤੋਂ ਮਾਫੀ ਮੰਗਦਾ, ਮੈਂ ਆਪਣੇ ਸ਼ਬਦ ਵਾਪਸ ਲੈਂਦਾ। ਦੱਸੋ, ਪਰ ਉਦੋਂ ਤੱਕ ਖਲਾਰਾ ਪੈ ਸ਼ਬਦ ਤਾਂ ਤੂੰ ਕੱਢ ਦਿੱਤੇ, ਹੁਣ ਵਾਪਸ ਕਿੱਦਾਂ ਖਿੱਚੇਗਾ ਉਹਨਾਂ ਨੂੰ? ਲੋਕਾਂ ਨੂੰ ਤਾਂ ਪਤਾ ਲੱਗ ਗਿਆ ਇਹ ਤੂੰ ਆਪਣੇ ਬਚਾਓ ਵਾਸਤੇ, ਆਪਣੇ ਆਪ ਨੂੰ ਕਵਰ ਕਰਨ ਵਾਸਤੇ ਮਾਫੀ ਮੰਗ ਕੇ ਕਹਿਤਾ ਮੈਂ ਆਪਣੇ ਸ਼ਬਦ ਵਾਪਸ ਲੈਣਾ। ਪਰ ਜਿਹੜੇ ਉਹ ਸ਼ਬਦਾਂ ਨੇ ਜਿਹੜੇ ਜ਼ਖਮ ਕਰਨੇ ਸੀ, ਜਿਹੜੀਆਂ ਸੱਟਾਂ ਮਾਰਨੀਆਂ ਸੀ, ਉਹ ਕੰਮ ਹੋ ਚੁੱਕਾ ਹੈ, ਤਦੇ ਵਾਪਸ ਨਹੀਂ ਵੱਜ ਗਈਆਂ। ਸ਼ਬਦ ਜਿਹੜਾ ਹੈਗਾ ਉਹਦਾ ਘਾਹ ਮਿਟਦਾ ਨਹੀਂ। ਜੋ ਕੁਝ ਕਰ ਗਿਆ ਜ਼ਬਾਨ ਦਾ, ਜਿਹੜੇ ਜ਼ਖਮ ਹੁੰਦੇ ਨਹੀਂ ਮਿਟਦੇ ਕਦੇ। ਚਲੋ, ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕੀਤੀ ਸੀ ਇਹਨਾਂ ਗੱਲਾਂ ਦੇ ਵਿੱਚ ਹੀ, ਤੇ 18 ਤੇ 19 ਨੂੰ ਫਿਰ ਤੋਂ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਕਿਸਾਨ ਫਿਰ ਤੋਂ ਰੇਲ ਰੋਕੋ, ਇਹ ਸਭ ਅੰਦੋਲਨ ਫਿਰ ਤੋਂ ਸ਼ੁਰੂ ਹੋ ਰਿਹਾ। ਹਾਂ, ਹੁਣੇ ਆ 2 ਦਿਨ ਦੀ ਇਹਨਾਂ ਨੇ ਅਨਾਉਂਸ ਕੀਤਾ ਸੀ ਇਹ ਪ੍ਰਦਰਸ਼ਨੀ, ਇਹ ਧਰਨਾ ਖਾਸ ਤੌਰ ਤੇ ਮਾਝੇ, ਮਾਲਵੇ ਔਰ ਦੁਆਬੇ 'ਚ ਵੀ ਹੋਇਆ। ਤਿੰਨਾਂ 'ਚ ਹੀ ਇਹਨਾਂ ਦਾ ਜਿਹੜੀਆਂ ਮੰਗਾਂ ਨੇ ਉਹ ਕੁਝ ਲਟਕਰੀਆਂ, ਇਹਨਾਂ ਦਾ ਜਿਹੜੇ ਮੰਗ ਪੱਤਰ ਨੇ ਉਹ ਇਹਨਾਂ ਨੇ ਸੌਂਪੇ ਉਹਨਾਂ ਨੂੰ, ਔਰ ਉਹਦੇ 'ਚ ਇਹਨਾਂ ਨੇ ਰੇਲ ਰੋਕੂ ਮਤਾ ਪਾਸ ਕੀਤਾ ਸੀਗਾ। ਔਰ ਕੱਲ੍ਹ 18 ਸੀ, 19 ਆ, ਰੇਲਾਂ ਨਹੀਂ ਚੱਲੀਆਂ, ਜਿੱਥੇ ਜਿੱਥੇ ਚੱਲੀਆਂ ਇਹਨਾਂ ਨੇ ਰੋਕ ਲਈਆਂ। ਇਹਨਾਂ ਨੇ ਟਰੈਕ ਉੱਤੇ ਆਪ ਆਪਣਾ ਜਮਘਟਾ ਬਣਾ ਲਿਆ ਆ ਉਹਨਾਂ ਨੂੰ ਰੋਕਣ ਲਈ। ਇਹਨਾਂ ਪੂਰੀ ਵਾਹ ਲਾਈ, ਔਰ ਲੋਕ ਤਾਂ ਜਿਹੜੇ ਡਰਾਈਵਰ ਨੇ ਗੱਡੀਆਂ ਦੇ, ਉਹਨਾਂ ਨੂੰ ਪਤਾ ਹੁੰਦਾ ਕਿ ਜੇ ਕੋਈ ਬੰਦਾ ਮਰ ਗਿਆ ਸਾਡੀ ਨੌਕਰੀ ਗਈ। ਉਹਨਾਂ ਨੂੰ ਪਤਾ ਵੀ ਹੈਗਾ ਕਿ ਇਸ ਵੇਲੇ ਅੰਦੋਲਨ ਚੱਲ ਰਿਹਾ ਤੇ ਅਸੀਂ ਨਾ ਇਹ ਕੰਮ ਕਰੀਏ। ਔਰ ਉਹਦੇ 'ਚ ਕਿਉਂ ਨੁਕਸਾਨ ਉਠਾਉਂਦੇ ਆ? ਜਿਹੜੇ ਯਾਤਰੂ ਆ, ਜਿਹੜੇ ਲੋਕ ਜਾ ਰਹੇ ਆ ਜ਼ਰੂਰੀ ਕੰਮਾਂ 'ਤੇ, ਜਿਹੜੇ ਬੱਚੇ ਆਪਣੀ ਇੰਟਰਵਿਊ ਲਈ ਜਾ ਰਹੇ ਆ, ਜਿਨ੍ਹਾਂ ਦਾ ਆਪਣਾ ਭਵਿੱਖ ਬਣਨਾ ਹੈਗਾ, ਕੋਈ IAS ਦੀ ਤਿਆਰੀ ਲਈ ਜਾ ਰਿਹਾ, ਕੋਈ IPS ਲਈ ਜਾ ਰਿਹਾ ਦਿੱਲੀ, ਕੋਈ ਕਿਤੇ ਜਾ ਰਿਹਾ ਬਾਹਰਲੇ ਸੂਬਿਆਂ ਵਿੱਚ, ਉਹਨਾਂ ਦੀ ਤਾਂ ਜ਼ਿੰਦਗੀ ਖਰਾਬ ਹੋ ਗਈ ਨਾ। ਕੀ ਕਹਿਣਗੇ? ਅੰਦੋਲਨ ਆ ਸਾਡੇ, ਔਰ ਉੱਥੇ ਗੌਰਮੈਂਟ ਨਹੀਂ ਮੰਨਦੀ, ਉਹਨਾਂ ਦਾ ਤਾਂ ਕੈਂਸਲੇਸ਼ਨ ਹੋ ਜੂਗੀ, ਉਹ ਨਹੀਂ ਕਰ ਪਾਉਣਗੇ। ਕਈ ਵਿਚਾਰੇ ਬਿਮਾਰ ਜਾ ਰਹੇ ਆ, ਕਈ ਲੋੜਵੰਦ ਜਾ ਰਹੇ ਆ, ਕਈਆਂ ਨੇ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਹੁੰਦਾ। ਟ੍ਰੇਨ 'ਚ ਕੌਣ ਪੈਂਦਾ? ਕੋਈ ਅਜਾਸ਼ੀ ਲਈ ਨਹੀਂ ਪੈਂਦੇ, ਜਾਂ ਕੋਈ ਐਵੇਂ ਨਹੀਂ ਜਾਂਦਾ, ਜਾਂ ਤਾਂ ਕੋਈ ਧਾਰਮਿਕ ਸਥਾਨ 'ਤੇ ਜਾ ਰਿਹਾ, ਜਾਂ ਕੋਈ ਸਰਕਾਰ ਆਪਣੇ ਭਰਾਵਾਂ ਨੂੰ ਮਿਲਣ ਜਾ ਰਿਹਾ, ਕੋਈ ਲੋੜਵੰਦ ਲੋਕ ਜਾ ਰਹੇ ਆ। ਕਿਸਾਨਾਂ ਨੂੰ ਵੀ ਚਾਹੀਦਾ ਹੈਗਾ ਕਿ ਖਾਸ ਤੌਰ ਤੇ ਕੋਈ ਇੱਕ ਅੱਧਾ ਦਿਨ ਰੱਖਣ, ਰੋਜ਼-ਰੋਜ਼ ਨਾ ਰੱਖਣ, ਕਿਉਂਕਿ ਆ 2 ਦਿਨ ਤਾਂ ਹੈਗੇ ਆ। ਅਸੀਂ ਮੀਡੀਆ ਨੂੰ ਕਹਿ ਰਹੇ ਹਾਂ 2 ਦਿਨ ਤੱਕ ਕਰ ਦਿੱਤਾ, 1 ਦਿਨ ਨਾਲ ਵੀ ਬਹੁਤ ਸੀਗਾ। ਸਰਕਾਰ ਦੇ ਕੰਨਾਂ ਤੱਕ ਹੀ ਗੱਲ ਪਹੁੰਚਾਉਣੀ ਆ। ਮੰਗ ਪੱਤਰ ਜਾ ਕੇ 5 ਜਾਂ 10 ਨੁਮਾਇੰਦੇ ਵੀ ਦੇ ਸਕਦੇ ਆ। ਇਹ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹ ਸਾਰਾ ਹੋਇਆ ਅਨਾਉਂਸ, ਔਰ ਇਹ ਗਾਇਬ ਹੁੰਦਾ ਰਹਿੰਦਾ ਗਾ। ਔਰ ਲੋਕ ਹੁਣ ਇਸ ਧਰਨਿਆਂ ਤੋਂ, ਇਸ ਪ੍ਰਦਰਸ਼ਨੀਆਂ ਤੋਂ ਤੰਗ ਆ ਗਏ। ਰੋਜ਼-ਰੋਜ਼ ਦੀ ਜਿਹੜੀ ਗੱਲ ਹੁੰਦੀ ਆ ਉਹ ਲੋਕਾਂ ਦੇ ਵੱਸ ਤੋਂ ਬਾਹਰ ਦੀ ਗੱਲ ਹੁੰਦੀ ਆ, ਲੋਕਾਂ ਦੀ ਪਾਚਨ ਸ਼ਕਤੀ ਤੋਂ ਬਾਹਰ ਦੀ ਗੱਲ ਹੁੰਦੀ ਆ। ਨਾ ਕਿ ਲੋਕ ਇਹ ਚਾਹੁੰਦੇ, ਲੋਕ ਕਿਸਾਨਾਂ ਦੇ ਵੱਲ ਹੈ ਨੇ, ਉਹਨਾਂ ਦੇ ਲਈ ਭਰਾਤਰੀ ਭਾਵ ਹੈ, ਉਹਨਾਂ ਨੂੰ ਪਤਾ ਹੈ ਕਿ ਸਾਂਝਾ ਮਸਲਾ ਹੁੰਦਾ। ਪਰ ਰੋਜ਼-ਰੋਜ਼ ਜਿਹੜੇ ਮਸਲੇ, ਰੋਜ਼-ਰੋਜ਼ ਪ੍ਰਦਰਸ਼ਨਾਂ ਨਾਲ ਕੁਝ ਨਹੀਂ ਹੁੰਦਾ। ਡੈਮੋਸਟ੍ਰੇਸ਼ਨ ਕਰਨੀ ਤੇ 1 ਦਿਨ ਕਰਨ, ਨੋਮੀਨੇਸ਼ਨ ਹੋਣੀ ਹੈ ਤਾਂ ਆਪਣੇ 10 ਬੰਦੇ ਜਾ ਕੇ ਮਿਲਣ, ਜਾ ਕੇ ਉੱਥੇ ਦਿੱਲੀ ਭੇਜੋ ਉਹਨਾਂ ਨੂੰ, ਮੁੱਖ ਮੰਤਰੀ ਨੂੰ ਮਿਲਣ ਉੱਥੇ ਜਾ ਕੇ। ਚੰਡੀਗੜ੍ਹ ਕਿੰਨਾ ਕੁ ਦੂਰ ਹੈਗਾ? ਇਹ ਬਾਹਰਲੇ ਦੇਸ਼ਾਂ 'ਚ ਪ੍ਰਦਰਸ਼ਨੀਆਂ ਨਹੀਂ ਹੁੰਦੀਆਂ, ਇਹ ਸਿਰਫ ਤੇ ਹੁੰਦੀਆਂ ਪੰਜਾਬ 'ਚ ਹੁੰਦੀਆਂ, ਹਿੰਦੁਸਤਾਨ 'ਚ ਹੁੰਦੀਆਂ। ਅੱਗਾਂ ਲਾ ਦਿਓ, ਰੇਲਾਂ ਤੋੜ ਦਿਓ, ਸੜਕਾਂ ਤੋੜ ਦਿਓ, ਹੈ ਨਾ, ਪ੍ਰਾਪਰਟੀ ਤਬਾਹ ਕਰ ਦਿਓ, ਇਹ ਆਪਣੀ ਹੈਗਾ।
ਪਹਿਲਾਂ ਤਾਂ ਅਸੀਂ ਗਰੀਬੀ ਨਾਲ ਜੂਝ ਰਹੇ ਹਾਂ, ਪਹਿਲਾਂ ਤਾਂ ਰੋਜ਼ੀ ਰੋਟੀ ਨਾਲ ਜੂਝ ਰਹੇ ਹਾਂ, ਹੈ ਨਾ, ਫਿਰ ਨਸ਼ਿਆਂ ਨਾਲ ਜੂਝ ਰਹੇ ਹਾਂ, ਤੇ ਕੋਈ ਤਾਂ ਪੂਰੀ ਗੱਲ ਹੈ ਨਹੀਂ। ਤੇ ਫਿਰ ਜਿਹੜਾ ਮਾੜਾ ਮੋਟਾ ਬਣਿਆ ਹੁੰਦਾ ਉਹਨੂੰ ਉਹਨਾਂ ਦੇ ਤਬਾਹ ਕਰ ਦਿਓ। ਇਹ ਸੋਚ ਹੈ ਤੰਗ ਦਿਲੀ ਹੈ ਸਾਰੇ ਲੋਕਾਂ ਦੀ, ਨਾ ਕੇਵਲ ਕਿਸਾਨਾਂ ਦੀ, ਸਾਰੇ ਲੋਕ ਕਰਦੇ ਆ। ਐਜੂਕੇਸ਼ਨ ਦੇ ਲੋਕ ਜਿਹੜੇ ਆ ਕਰ ਰਹੇ ਆ, ਟੀਚਰ ਚਲੇ ਜਾਂਦੇ ਉੱਥੇ, ਤਨਖਾਹ ਘੱਟ ਹੈਗੀ, ਉਹ ਰੌਲਾ ਪਾਉਂਦੇ ਆ। ਲੋੜਾਂ ਹੈਗੀਆਂ ਪਰ ਲੋੜਾਂ ਰੌਲੇ ਨਾਲ ਨਹੀਂ ਪੂਰੀਆਂ ਹੁੰਦੀਆਂ ਜੀ। ਮੈਨੂੰ ਕਿਸੇ ਵਕਤ ਨਾ ਗੱਲ ਯਾਦ ਆਉਂਦੀ ਆ ਅੰਗਰੇਜ਼ਾਂ ਦੀ। ਸਿਆਣੇ ਦੱਸਦੇ ਨੇ ਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਸਾਨੂੰ ਆਜ਼ਾਦੀ ਨਹੀਂ ਮਿਲੀ ਸੀ, ਉਦੋਂ ਸਟ੍ਰਾਈਕਸ ਕਰਦੇ ਸੀ, ਹੜਤਾਲਾਂ ਕਰਦੇ ਸੀ, ਧਰਨੇ ਪ੍ਰਦਰਸ਼ਨ ਕਰਦੇ ਸੀ। ਤਾਂ ਸਿਆਣੇ ਕਹਿੰਦੇ ਨੇ ਕਿ ਉਸ ਵਕਤ ਇਹ ਗੱਲ ਚੱਲਦੀ ਸੀ ਕਿ ਅੰਗਰੇਜ਼ ਕਹਿੰਦੇ ਹੁੰਦੇ ਸੀ ਕਿ ਅਸੀਂ ਤਾਂ ਚਲੇ ਹੀ ਜਾਣਾ, ਪਰ ਇਹਨਾਂ ਧਰਨਿਆਂ ਪ੍ਰਦਰਸ਼ਨਾਂ ਨੇ, ਇਹਨਾਂ ਸਟ੍ਰਾਈਕਾਂ ਹੜਤਾਲਾਂ ਨੇ ਤੁਹਾਨੂੰ ਤੰਗ ਕਰਨਾ ਹੈ। ਸਿਖਾਇਆ ਉਹਨਾਂ ਨੇ, ਸ਼ੁਰੂ ਉਹਨਾਂ ਨੇ ਕੀਤਾ, ਅੰਗਰੇਜ਼ਾਂ ਨੇ ਕੀਤਾ। ਇਹ ਜਿਹੜੇ ਡੈਮੋਨਸਟ੍ਰੇਸ਼ਨ ਜਾਂ ਧਰਨੇ ਆ ਜਾਂ ਇਹ ਸਾਰਾ ਕੁਝ ਉਹਨਾਂ ਨੇ ਕੀਤਾ। ਪ੍ਰਤਾਪ ਸਿੰਘ ਕੈਰੋਂ ਦਾ ਰਾਜ ਸੀ, ਅਨਡਿਵਾਈਡਡ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਆਜ਼ਾਦੀ ਤੋਂ ਬਾਅਦ। ਔਰ ਜਦੋਂ ਉਹਨਾਂ ਨੇ ਕੀਤਾ ਤੇ ਪਟਵਾਰੀਆਂ ਤੇ ਤਹਿਸੀਲਦਾਰਾਂ ਨੇ ਸਟ੍ਰਾਈਕ ਕਰਤੀ ਸੀ। ਜਦੋਂ ਸਟ੍ਰਾਈਕ ਕੀਤੀ ਤੇ ਕਿਸਾਨ ਉਹਨਾਂ ਕੋਲ ਗਏ ਵੀ ਕੈਰੋਂ ਸਾਹਿਬ ਆ ਦੇਖ ਲਓ ਸਾਰਾ ਕੁਝ ਹੋ ਗਿਆ, ਤਾਂ ਅਸੀਂ ਕਿੱਥੋਂ ਲਈਏ ਮਾਮਲਾ, ਤੇ ਕਿੱਥੋਂ ਦਈਏ ਫਰਦਾਂ, ਤੇ ਕਿੱਥੋਂ ਲਈਏ ਰਜਿਸਟਰੀਆਂ ਕਰਾਈਏ, ਸਾਰਾ ਕੁਝ ਹੈਗਾ। ਉਹ ਕਹਿੰਦੇ ਮੈਨੂੰ ਰਿਪੋਰਟ ਦਿਓ। ਉਹਨਾਂ ਰਿਪੋਰਟ ਲਈ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਕੋਲ, ਸਕੱਤਰ ਜਿਹੜਾ ਸੀ ਉਹਨਾਂ ਕੋਲ, ਸੈਕਟਰੀ ਕੋਲ, ਉਦੋਂ ਕਰਕੇ ਆਂਦਾ ਇਮੀਡੀਏਟ ਸਸਪੈਂਡਡ ਆਲ ਦਿਸ ਇਨਵੋਲਵ ਟੂ ਦਿਸ ਐਜੀਟੇਸ਼ਨ। ਉਹਦੋਂ ਬਾਅਦ ਸਾਰੇ ਸਸਪੈਂਡ ਕਰਦੇ, ਮੁੜ ਕੇ ਲਾ ਲਏ ਕੰਨਾਂ ਨੂੰ ਹੱਥ, ਮੁੜ ਕੇ ਕਿਨੇ ਐਜੀਟੇਸ਼ਨ ਨਹੀਂ ਕੀਤੀ। ਇਹ ਸਖਤੀ ਦੀ ਗੱਲ ਹੈਗੀ। ਜਦੋਂ ਸਰਕਾਰ ਹੀ ਸਖਤ ਨਹੀਂ ਹੈਗੀ ਤੇ ਫਿਰ ਡੈਮੋਨਸਟ੍ਰੇਸ਼ਨ ਤਾਂ ਹੋਣੀ ਹੋਣੀ ਆ। ਤੁਸੀਂ ਯੂਰਪ ਚਲੇ ਜਾਓ, ਤੁਸੀਂ ਮੁਸਲਿਮ ਕੰਟਰੀਆਂ ਚਲੇ ਜਾਓ, ਜਦੋਂ ਉੱਥੇ ਕੋਈ ਅਪਰਾਧ ਕਰਦਾ ਉਹਦੀ ਸਜ਼ਾ ਪਤਾ ਕਿੰਨੀ, ਉਹਨੂੰ ਸਾਹਮਣੇ ਲਟਕਾ ਕੇ ਮਾਰਦੇ ਆ। ਜੇ ਕਿਸੇ ਨੇ ਰੇਪ ਕੀਤਾ ਤਾਂ ਉਹਨੂੰ ਸਾਹਮਣੇ, ਉਸ ਕੁੜੀ ਦੇ ਸਾਹਮਣੇ ਲਟਕਾ ਕੇ ਮਾਰਿਆ ਜਾਂਦਾ ਜਾਂ ਕੁੱਤਿਆਂ ਕੋ ਪੜਵਾਇਆ ਜਾਂਦਾ। ਔਰ ਦੇਖ ਲਓ ਉਦੋਂ ਬਾਅਦ ਉੱਥੇ ਜਿਹੜੇ ਤਸ਼ੱਦਦ ਜਾਂ ਉੱਥੇ ਅਪਰਾਧ ਬਹੁਤ ਘੱਟ ਹੁੰਦੇ। ਸਾਡੀ ਡੈਮੋਕ੍ਰੇਸੀ ਹੈ, ਸਾਡੇ ਅਪਰਾਧ ਹੈ ਲੜੀਵਾਰੀ ਹੁੰਦੇ ਆ। ਰੇਪ ਹੋ ਗਿਆ, ਲਓ ਜੀ ਜੁਡੀਸ਼ਰੀ 'ਚ ਭੇਜੋ, ਜੁਡੀਸ਼ਰੀ ਚਲੇ ਗਿਆ, ਚੱਲਦਾ ਰਿਹਾ 15 ਸਾਲ ਇੱਦਾਂ ਲੰਘ ਜਾਂਦੇ ਆ। ਉਦੋਂ ਬਾਅਦ ਜਿਹੜੇ ਕੇਸ ਵਾਲੇ ਅੱਧੇ ਮਰ ਹੀ ਜਾਂਦੇ। ਇਹ ਸਾਡੀ ਸਲੋ ਹੈ। ਕਿਤੇ ਗਵਾਹ ਮੁੱਕਰ ਜਾਂਦੇ ਨੇ, ਕਿਸੇ ਸਬੂਤ ਖਤਮ ਹੋ ਜਾਂਦੇ ਨੇ, ਨਾ ਗਵਾਹ ਨਾ ਸਬੂਤ। ਤੇ ਸਹੀ ਗੱਲ। ਹਾਂ, ਕੋਰਟ ਕੀ ਕਰੇ? ਜੱਜ ਸਾਹਿਬ ਕਿਸ ਚੀਜ਼ ਦੇ ਉੱਤੇ ਫੈਸਲਾ ਦੇਣ? ਬਾਅਦ ਉਹਨਾਂ ਤਾਂ ਗਵਾਹੀ ਲੈਣੀ ਆ, ਉਹਨਾਂ ਤਾਂ ਉਹੀ ਕਰਨਾ। ਸੋ ਇਹ ਸਭ ਚੱਲਦਾ ਪਿਆ। ਦੇਖੋ ਅਤੀਕ ਮੁਹੰਮਦ ਦਾ ਤੁਸੀਂ ਯੂਪੀ ਦੇ ਵਿੱਚ ਦੇਖ ਲਓ, ਜਿਹੜਾ ਪੁਲਿਸ ਦੀ ਕਸਟਡੀ 'ਚ ਜਦੋਂ ਹਸਪਤਾਲ ਲੈ ਕੇ ਗਏ ਨੇ, ਦੋਵੇਂ ਭਰਾਵਾਂ ਨੂੰ, 3 ਜਾਣੇ ਬੱਚਿਆਂ ਨੇ ਆ ਕੇ, ਕੋਈ 22 ਸਾਲ ਦਾ, ਕੋਈ 18 ਸਾਲ ਦਾ, ਕੋਈ 23 ਸਾਲ ਦਾ, ਇਹਨਾਂ ਨੇ ਨਿੱਕੇ ਉਮਰ ਦੇ, ਉਹ ਦੋਵਾਂ ਨੂੰ ਉਹਨਾਂ ਨੇ ਪੁਲਿਸ ਕਸਟਡੀ ਦੇ ਵਿੱਚ ਗੋਲੀਆਂ ਮਾਰ ਕੇ ਦੋਵਾਂ ਨੂੰ ਮਾਰ ਸੁੱਟਿਆ। ਹਾਂ, 2-3 ਦਿਨ ਪਹਿਲਾਂ ਦੀ ਗੱਲ ਹੈ। ਪਰ ਵੇਖੋ ਉਹ ਤੁਹਾਡੀ ਗੱਲ ਤਾਂ ਠੀਕ ਆ। ਅੱਤ ਜਿਹਦੀ ਗੱਲ ਕੀਤੀ ਨਾ, ਅੱਤ ਤਾਂ ਉਹੀ ਹੈ ਨਾ, ਜਿਹੜੇ ਅੱਤ ਇਹਨਾਂ ਨੇ ਵੀ ਜੋ ਕੁਝ ਕੀਤਾ ਸੀਗਾ, ਬਹੁਤ ਮਰਡਰ ਕੀਤੇ ਇਹਨਾਂ ਨੇ, ਦਿਨ ਦਿਹਾੜੇ ਮਰਡਰ ਕੀਤੇ ਆ। ਜਿਹੜੀ ਗਵਾਹੀ ਆ, ਜਿਹੜਾ ਮਰਡਰ ਕਰਦਾ ਉਹਦੀ ਗਵਾਹੀ ਨਹੀਂ ਦਿੰਦਾ ਕੋਈ ਵੀ। ਜਿਹੜਾ ਭਲੇ ਮਾਨਸ ਬੰਦੇ, ਉਹ ਤਾਂ ਵਿਚਾਰੇ ਸ਼ਰੀਫ ਲੋਕ ਡਰ ਜਾਂਦੇ ਆ, ਉਹਨਾਂ ਨੂੰ ਫਿਰ ਮੂੰਹ ਪੈ ਜਾਂਦਾ, ਉਹ ਫਿਰ ਗੋਲੀਆਂ ਚਲਾਉਂਦੇ, ਬੰਦੇ ਮਾਰੀ ਜਾਂਦੇ, ਰੋਜ਼ ਮਾਰੀ ਜਾਂਦੇ ਆ। ਡਕੈਤੀ ਇਹਦੇ ਨਾਲ ਪੈਸਾ, ਦੋਨੋਂ ਚੀਜ਼ਾਂ ਆਉਂਦੀਆਂ ਨੇ ਨਾ। ਪਬਲਿਕ ਵੀ ਇਹੀ ਕਹਿ ਰਹੀ ਹੈ, ਚਲੋ ਇੱਕ ਤਰ੍ਹਾਂ ਦਾ ਇਨਕਾਊਂਟਰ ਕਰ ਦਿੱਤਾ ਪਬਲਿਕ ਨੇ, ਚਲੋ ਮਾਰ ਦਿੱਤਾ ਦੋਵਾਂ ਨੂੰ। ਦੂਜੇ ਪਾਸੇ ਇੱਕ ਧੜਾ ਇਹ ਵੀ ਕਹਿੰਦਾ ਪਿਆ ਕਿ ਜਦੋਂ ਪੁਲਿਸ ਦੀ ਕਸਟਡੀ 'ਚ ਨੇ, ਕੋਰਟ ਆਪਣਾ ਕੰਮ ਕਰਦਾ ਪਿਆ, ਤੇ ਫਿਰ ਇਦਾਂ ਕਿਉਂ ਮਾਰਿਆ? ਇਹ ਦੋਵੇਂ ਚੀਜ਼ਾਂ ਨੇ, ਦੋਵੇਂ ਡਾਇਲੋਗ ਚੱਲਦੇ ਪਏ ਨੇ। ਪਰ ਲੋਕਾਂ ਨੂੰ ਪਤਾ ਜਿੱਥੇ ਆਪਾਂ ਗੱਲ ਕੀਤੀ ਉੱਥੇ ਹੁੰਦੇ, ਉਹਨਾਂ ਨੂੰ ਪਤਾ ਕੋਰਟ ਨੇ ਤੇ ਇਹਨੂੰ ਲੰਬਾ ਕਰਨਾ, ਇਹ ਤੇ 20 ਸਾਲ ਲੱਗ ਜਾਂਦੇ ਕੋਰਟ ਕੋ। ਕੋਈ ਜਿਹੜੇ ਸੀਰੀਅਸਲੀ ਕੋਰਟ ਜਿਹੜੀ ਆ, ਕੋਰਟ ਦੂਜੇ ਕੇਸ ਲੈ ਲੈਂਦੀ ਹੈ। ਫੌਜਦਾਰੀ ਦਾ ਕੇਸ ਲੈ ਲਿਆ, ਮਰਡਰ ਦੇ ਕੇਸ ਜਿਹੜੀ 302 ਵਾਲੇ ਜਾਂ 307 ਵਾਲੇ ਕੇਸ ਜਿਹੜੀ ਇੰਡੀਅਨ ਪੈਨਲ ਕੋਡ ਵਾਲੇ ਆ, ਇਹ ਤਾਂ ਕੇਸ ਜਿਹੜੇ ਕਈ ਪੈਂਡਿੰਗ ਰਹਿੰਦੇ, ਗਵਾਹੀਆਂ ਨੂੰ ਉਡੀਕਦੇ ਰਹਿੰਦੇ ਆ। ਉਨੀ ਦੇਰ ਤੱਕ ਉਹ ਤਾਂ ਜੇ ਕੇਸ ਚੱਲ ਰਿਹਾ ਤਾਂ 10 ਬੰਦੇ ਹੋਰ ਮਾਰ ਦਿੰਦੇ ਆ, ਜਿਹਨਾਂ ਕੋਈ ਇੱਕ ਪ੍ਰੋਫੈਸ਼ਨ ਆ ਬੰਦੇ ਮਾਰਦਾ, ਬਿਲਕੁਲ, ਜਿਸ 'ਚ ਪ੍ਰਾਪਰਟੀ ਇਨਵੋਲਵ ਆ, ਬੜਾ ਕੁਝ ਇਨਵੋਲਵ ਹੁੰਦਾ। ਦੋਵੇਂ ਚੀਜ਼ਾਂ ਚੱਲਦੀਆਂ ਪਈਆਂ, ਦੋਵੇਂ ਡਿਸਕਸ਼ਨਸ ਚੱਲਦੀਆਂ ਪਈਆਂ। ਸਿੱਧਾ ਹੀ ਮਾਰੋ ਫਿਰ। ਇੱਕ ਤਾਂ ਕਹਿੰਦੇ ਨੇ ਕਿ ਐਨਕਾਊਂਟਰ ਕੀਤਾ, ਪਬਲਿਕ ਕਹਿੰਦੀ ਹੈ ਠੀਕ ਕੀਤਾ, ਜਿਹੜੇ ਪਬਲਿਕ ਦੇ ਵਿਊਜ਼ ਨੇ। ਕੁਝ ਲੋਕ ਕਹਿੰਦੇ ਨੇ ਠੀਕ ਕੀਤਾ, ਕੁਝ ਲੋਕ ਕਹਿੰਦੇ ਨੇ ਕਿ ਨਹੀਂ, ਜੁਡੀਸ਼ਰੀ ਆਪਣਾ ਕੰਮ ਕਰਦੀ। ਫਿਰ ਜੁਡੀਸ਼ਰੀ ਦਾ ਕੀ ਮਤਲਬ ਰਹਿ ਗਿਆ ਜੇ ਇਦਾਂ ਹੀ ਮਾਰਨੇ ਨੇ? ਮਤਲਬ ਇਹ ਦੋਵੇਂ ਤਰ੍ਹਾਂ ਦੇ ਡਿਬੇਟਸ ਚੱਲਦੇ ਪਏ ਨੇ ਕਿ ਜੁਡੀਸ਼ਰੀ ਵੱਲ ਵੀ ਜਾਂਦੇ ਪਏ ਨੇ, ਪਬਲਿਕ ਵੱਲ ਵੀ ਜਾਂਦੇ ਪਏ ਨੇ। ਮਾਰਨ ਵਾਲੇ ਉਹ ਬੰਦੇ ਆ ਜਿਹਨੇ ਦੁੱਖ ਚੋਂ ਨਿਕਲੇ ਆ, ਜਿਹਨਾਂ ਦੇ ਬੰਦੇ ਮਾਰੇ ਆ, ਜਿਹੜੇ ਕਹਿਣ ਵਾਲੇ ਆ ਕਿ ਉਹ ਤਾਂ ਸੁਖੀ ਆ, ਉਹਨਾਂ ਨੂੰ ਕੀ ਹੈਗਾ? ਜਿਸ ਬੰਦੇ ਦੇ ਘਰ ਅੱਗ ਲੱਗੀ ਵੀ ਉਹਨੂੰ ਪਤਾ ਅੱਗ ਕੀ ਹੈਗੀ, ਦੂਜਿਆਂ ਦੀ ਬਸੰਤਰ ਆ, ਉਹ ਤਾਂ ਕਹਿਣਗੇ ਕੋਈ ਨਹੀਂ। ਕਿ ਪਹਿਲਾਂ ਵੀ ਐਨਕਾਊਂਟਰਸ ਹੋਏ ਨੇ ਇਹਨਾਂ ਦੇ, ਦੋਵਾਂ ਜਿਹੜੇ ਮਾਰੇ ਗਏ ਨੇ, ਇਹਨਾਂ ਦੇ ਬੱਚੇ, ਇਹਨਾਂ ਦੇ ਯੂਪੀ 'ਚ ਬਹੁਤ ਬੇਟੇ ਦਾ ਵੀ ਐਨਕਾਊਂਟਰ ਥੋੜੇ ਦਿਨ ਪਹਿਲਾਂ ਹੋਇਆ ਸੀ, ਉਸ ਤੋਂ ਪਹਿਲਾਂ। ਸੋ ਇਹ ਐਨਕਾਊਂਟਰਸ ਵੀ ਚੱਲਦੇ ਪਏ ਨੇ। ਮਤਲਬ ਦੋਵੇਂ ਤਰ੍ਹਾਂ ਦੇ ਡਿਬੇਟਸ ਨੇ ਬਲਕਾਰ ਜੀ, ਕਿ ਜੇ ਸਭ ਕੁਝ ਇਦਾਂ ਹੀ ਕਰਨਾ ਹੈ ਤੇ ਫਿਰ ਜੁਡੀਸ਼ਰੀ ਦਾ ਕੀ ਮਤਲਬ ਬਣਦਾ? ਤੇ ਜੁਡੀਸ਼ਰੀ ਜੇ ਦੇਰ ਲਗਾਉਂਦੀ ਹੈ ਤੇ ਫਿਰ ਲੋਕੀ ਕਾਲੇ ਪੈ ਜਾਂਦੇ ਨੇ। ਬਸ ਗੱਲ ਤਾਂ ਦੋਵੇਂ ਪਾਸੇ ਨੇ। ਹੁਣ ਇਹ ਚੈੱਕ ਐਂਡ ਬੈਲੈਂਸ ਕਿੱਦਾਂ ਬਣੇਗਾ, ਇਹ ਤੇ ਟਾਈਮ ਹੀ ਦੱਸੇਗਾ। ਡੈਮੋਕ੍ਰੇਸੀ 'ਚ ਨਹੀਂ ਬਣਦਾ ਹੁੰਦਾ। ਜਿਹੜੀ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਆ, ਜਿਹੜੀ ਪ੍ਰਧਾਨਾਤਮਕ ਸਰਕਾਰ ਆ, ਉਹ ਕੁਇਕ ਫੈਸਲੇ ਹੁੰਦੇ ਆ। ਜਿੱਥੇ ਤਾਨਾਸ਼ਾਹੀ ਉੱਥੇ ਕੁਇਕਲੀ ਫੈਸਲੇ ਹੁੰਦੇ ਆ। ਜਿਹੜੀ ਡੈਮੋਕ੍ਰੇਸੀ ਆ, ਇਹ ਪਹਿਲਾਂ ਦੇਖਦੀ ਰਹਿੰਦੀ ਹੈ ਗਵਾਹੀਆਂ, ਇਹਨਾਂ ਦੇਖਣੀਆਂ ਕਿਹੜੀ ਇੰਡੀਅਨ ਪੈਨਲ ਕੋਡ ਦੀ ਧਾਰਾ ਲੱਗੀ ਆ, ਧਾਰਾ ਦੇ ਅਕੋਰਡਿੰਗ ਚੱਲਦਿਆਂ 20 ਸਾਲ ਲੱਗ ਜਾਂਦੇ ਆ ਕੇਸਾਂ ਦੇ।
ਉਹਦੇ 'ਚ ਸਾਰਾ ਕੁਝ ਕੇਸ ਹੁੰਦਾ। ਕਈ ਵਾਰੀ ਤਾਂ ਵਾਪਸ ਵੀ ਕਰ ਦਿੰਦੇ ਬੰਦਿਆਂ ਨੂੰ, ਜੇਲ੍ਹ 'ਚ 11 ਸਾਲ ਤੋਂ ਬਾਅਦ ਉਮਰ ਕੈਦ ਹੋ ਜਾਂਦੀ, ਵਾਪਸ ਕਰ ਦਿੰਦੇ ਆ, ਉਹ ਵਾਪਸ ਆ ਜਾਂਦੇ ਆ ਕਿਉਂਕਿ ਗਵਾਹੀਆਂ ਨਹੀਂ ਜਾਂਦੀਆਂ, ਕਈ ਕੁਝ ਹੁੰਦਾ। ਔਰ ਉਹ ਕੇਸ ਜਿਹੜੇ ਗੁਜਰਾਤ 'ਚ ਖਾਸ ਕਰਕੇ ਹੋਏ ਆ, ਬਿਹਾਰ 'ਚ ਬਹੁਤ ਹੋਏ ਆ, ਮੈਂ ਬਿਹਾਰ ਰਿਹਾ ਮੈਨੂੰ ਪਤਾ, ਔਰ ਯੂਪੀ 'ਚ ਬਹੁਤ ਰਹੇ ਆ, ਮੱਧ ਪ੍ਰਦੇਸ਼ 'ਚ ਬਹੁਤ ਹੋ ਰਹੇ ਆ। ਜੇ ਅਸੀਂ ਪੰਜਾਬ ਦੀ ਗੱਲ ਮੁਕਾਬਲਤਨ ਕਰੀਏ ਤਾਂ ਪੰਜਾਬ 'ਚ ਨਹੀਂ ਉਹ ਕੁਛ ਹੈਗਾ, ਪੰਜਾਬ 'ਚ ਸ਼ਾਂਤੀ ਆ, ਸਾਰਾ ਕੁਛ ਹੈਗਾ। ਛੋਟਾ ਮੋਟਾ ਹਿਊਮਨ ਸਾਈਕੀ ਆ, ਪ੍ਰਾਪਰਟੀ ਤੋਂ ਲੜ ਪੈਣਾ, ਪੁਰਾਣੀ ਵਿਰੋਧਤਾ ਹੈਗੀ ਆ, ਕਤਲਾਂ ਤੋਂ ਲੜ ਪੈਣਾ, ਇੱਕ ਦੋ ਹੁੰਦਾ ਮਰਡਰ ਹੁੰਦਾ ਕਿਉਂਕਿ ਦੁਨੀਆਦਾਰੀ ਆ, ਹਿਊਮੈਨਿਟੀ ਦੀ ਇੱਕ ਸੋਚ ਵੀ ਹੈਗੀ ਆ, ਦੂਜਾ ਹੈਗੀ ਪਾਪੂਲੇਸ਼ਨ ਵੀ ਬਹੁਤ ਹੈਗੀ, ਸਾਰਾ ਕੁਝ। ਔਰ ਜੋ ਕੁਝ ਹੁੰਦਾ ਨੇਚਰ ਦੇ ਅਗੇਂਸਟ ਜਾਣਾ, ਦੁਨੀਆ ਦੇ ਅਗੇਂਸਟ ਜਾਣਾ, ਸਾਰਾ ਕੁਝ ਪਾ ਲਾ ਕੇ ਕੁਛ ਨਾ ਕੁਛ ਬਲੱਡ ਸ਼ੈਡ ਹੁੰਦਾ, ਹੋਇਆ ਵੀ ਰਿਹਾ ਵਾ, ਪਰ ਉਹਨਾਂ ਨਹੀਂ ਹੋ ਰਿਹਾ ਜਿਹੜਾ ਬਾਹਰਲੇ ਸੂਬਿਆਂ ਵਿੱਚ ਅਜੇ ਵੀ ਹੋ ਰਿਹਾ। ਹੁਣ ਕੇਜਰੀਵਾਲ ਸਾਹਿਬ ਵੱਲ ਚੱਲਦੇ ਹਾਂ, ਦਿੱਲੀ ਦੀ ਗੱਲ ਕਰੀਏ ਕਿ ਵਿਸ਼ੇਸ਼ ਵਿਧਾਨ ਸਭਾ ਇਜਲਾਸ ਦੇ ਵਿੱਚ ਕੇਜਰੀਵਾਲ ਸਾਹਿਬ ਜਰਾ ਬੋਲੇ ਨੇ, ਪਹਿਲਾਂ ਵੀ ਬੋਲਦੇ ਰਹੇ ਨੇ, ਗੁੱਸੇ ਨਾਲ ਬੋਲਿਆ, ਹੁਣ ਗੁੱਸੇ 'ਚ ਬੋਲੇ ਨੇ, ਕੇਂਦਰ ਦੇ ਖਿਲਾਫ ਬੋਲੇ ਨੇ, ਔਰ ਮੋਦੀ ਸਾਹਿਬ ਤੇ ਵੀ ਬੜਾ ਵਰੇ ਨੇ, ਜਿੱਦਾਂ ਦੀ ਰਿਪੋਰਟ ਸਾਡੇ ਕੋਲ ਆ ਰਹੀਆਂ ਨੇ। ਸੋ ਕੇਜਰੀਵਾਲ ਸਾਹਿਬ ਨੂੰ ਵੀ ਜਿਵੇਂ ਮਨੀਸ਼ ਸਿਸੋਦੀਆ ਜੀ ਨੂੰ 26 ਜਨਵਰੀ ਨੂੰ ਅਰੈਸਟ ਕੀਤਾ ਸੀ, ਉਦੋਂ ਤੋਂ ਜੇਲ੍ਹ 'ਚ ਨੇ, ਤੇ ਇਹਨਾਂ ਨੂੰ ਵੀ ਪੁੱਛਗਿੱਛ ਵਾਸਤੇ ਬੁਲਾਇਆ ਗਿਆ ਆਬਕਾਰੀ ਨੀਤੀ ਨੂੰ ਲੈ ਕੇ। ਸੋ ਹੁਣ ਇਹ ਜ਼ਰਾ ਦੱਸੋ, ਖੁਲਾਸਾ ਕਰੋ ਸਾਡੇ ਦਰਸ਼ਕਾਂ ਨੂੰ। ਇਹ ਵੈਸੇ ਵਿਧਾਨ ਸਭਾ ਦਿੱਲੀ ਦਾ ਜਿਹੜਾ ਵਿਸ਼ੇਸ਼ ਇਜਲਾਸ ਸੀਗਾ, ਔਰ ਇਹਦੇ ਵਿੱਚ ਪਹਿਲਾਂ ਮੁੱਖ ਮੰਤਰੀ ਸੰਬੋਧਨ ਕਰਦਾ ਸਾਰੇ ਮੰਤਰੀਆਂ ਨੂੰ ਔਰ ਪਬਲਿਕ ਨੂੰ, ਔਰ ਜਦੋਂ ਉਹ ਸਟੇਜ ਤੇ ਆਇਆ ਉਹਨਾਂ ਨੇ ਬੋਲਿਆ ਕਿ ਮੇਰੀਆਂ ਜਿਹੜੀਆਂ ਵਿਕਾਸ ਨਾਲ ਸੰਬੰਧਿਤ ਸਕੀਮਾਂ ਨੇ ਜਿਹੜੀਆਂ ਮੈਂ ਦਿੱਲੀ ਨੂੰ ਦਿੱਤੀਆਂ, ਉਹ 'ਚ ਲੋਕ ਖੁਸ਼ ਨੇ। ਮੈਂ ਬਿਜਲੀ ਫ੍ਰੀ ਦਿੱਤੀ ਹੈ, ਔਰ ਬਿਜਲੀ ਇਹਦਾ ਮੇਰੇ ਘਰੋਂ ਨਹੀਂ ਆਈ, ਇਹ ਲੋਕਾਂ ਦੀ ਹੈ। ਪਾਣੀ ਮੈਂ ਫ੍ਰੀ ਦਿੱਤਾ, ਔਰ ਉਹਦੇ ਵਿੱਚ ਬਾਕੀ ਐਜੂਕੇਸ਼ਨ ਦਾ ਸਟੈਂਡਰਡ ਅਪ ਕੀਤਾ। ਆਬਕਾਰੀ ਨੀਤੀ ਜਿਹੜੀ ਹੈਗੀ ਇਹਦੇ ਵਿੱਚ ਕੋਈ ਵੀ ਭੋਰਾ ਵੀ ਇਹਦੇ 'ਚ ਕੋਈ ਇਸ ਤਰ੍ਹਾਂ ਦਾ ਸ਼ੰਕਾ ਨਹੀਂ ਹੈਗਾ, ਔਰ ਮੈਨੂੰ ਬਦੋ ਬਦੀ ਇਹਨਾਂ ਨੇ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ CBI ਨਹੀਂ ਕਰ ਸਕਦੀ। ਮੈਂ ਲੋਕਾਂ ਨੂੰ, ਪਬਲਿਕ ਨੂੰ ਦੱਸਦਾ ਕਿ ਇਨਵਾਇਰਨਮੈਂਟ ਸਿਰਫ ਤੇ ਸਿਰਫ ਸਿਆਸੀ ਹੈ, ਤੇ ਇਹ ਇਲੈਕਸ਼ਨ ਕਰਕੇ ਆਂਦਾ। ਮੈਂ 2 ਵਾਰੀ ਜਦੋਂ ਜਿੱਤ ਗਿਆ, ਇਹਨਾਂ ਨੂੰ ਉਹ ਮੇਰੀ ਗੱਲ ਨਹੀਂ ਪਚੀ, ਤੀਜੀ ਵਾਰ ਵੀ ਜਿੱਤੂਗਾ, ਔਰ ਅਸੀਂ ਸਾਡੀ ਨੈਸ਼ਨਲ ਪਾਰਟੀ ਬਣ ਗਈ ਹੈ, ਇਹ ਵੀ ਗੱਲ ਇਹਨਾਂ ਨੂੰ ਨਹੀਂ ਪਚੀ, ਲੋਕ ਹਾਮੀ ਭਰ ਰਹੇ ਆ। ਔਰ ਦੂਜੀ ਇਹਨਾਂ ਨੇ ਇਹ ਗੱਲ ਕੀਤੀ ਆ ਕਿ ਜਿਹੜਾ ਅਸੀਂ ਨੀਤੀਆਂ ਬਣਾ ਰਹੇ ਹਾਂ, ਆਬਕਾਰੀ ਨੀਤੀਆਂ ਜਾਂ ਸਾਰਾ ਕੁਝ ਬਣਾ ਰਹੇ ਹਾਂ, ਇਹ ਸਰਕਾਰ ਸੈਂਟਰ ਕੋਲ ਤਾਂ ਅਸੀਂ ਨਹੀਂ ਪੁੱਛਣੀਆਂ। ਕੁਝ ਨੀਤੀਆਂ ਜਿਹੜੀਆਂ ਹੈਗੀਆਂ ਹੁੰਦੀਆਂ ਅਕੋਰਡਿੰਗ ਕਨਸਟੀਟਿਊਸ਼ਨ ਸਟੇਟ ਹੀ ਕਰ ਲੈਂਦਾ। ਐਜੂਕੇਸ਼ਨ ਜਿਹੜੀ ਆ ਉਹਨਾਂ ਕੋਲ ਹੋ ਜਾਂਦੀ ਆ, ਜੌਬ ਦੇਣੀਆਂ ਲੋਕਾਂ ਨੂੰ ਸਟੇਟ ਗੌਰਮੈਂਟ ਕੋਲ ਹੁੰਦੀ ਆ, ਆਵਾਜਾਈ ਦੇ ਸਾਧਨ ਜਿਹੜੀ ਸਟੇਟ ਨੇ ਦੇਣੇ ਹੁੰਦੇ ਆ। ਆਂਦੇ ਇਹ ਸਾਰਾ ਕੁਝ ਅਸੀਂ ਸੈਂਟਰ ਕੋਲ ਨਹੀਂ ਪੁੱਛਣਾ, ਨਾ ਉਹਨਾਂ ਦੀ ਇਨਵਾਇਰਨਮੈਂਟ ਹੋਣੀ ਆ। ਤੀਜੀ ਗੱਲ ਉਹਨਾਂ ਨੇ ਕੀਤੀ ਹੈ ਕਿ ਜਿੱਥੇ ਜਿੱਥੇ ਆਪੋਜੀਸ਼ਨ ਬੈਠੀਆਂ, ਪਾਰਟੀਆਂ ਬੈਠੀਆਂ, ਉੱਥੇ ਜਿਹੜੀ ਸੈਂਟਰ ਗੌਰਮੈਂਟ ਆ, BJP ਦੀ ਗੌਰਮੈਂਟ ਆ, ਉਹ ਉਹਨਾਂ 'ਤੇ ਕੇਸ ਕਰਕੇ ਤੇ ਉਹਨਾਂ ਨੂੰ ਅੰਦਰ ਕਰਨ ਦੀ ਕੋਸ਼ਿਸ਼ ਕਰ ਰਹੇ, ਜਿਹਦੇ ਵਿੱਚ ਆਂਦਾ ਮੇਰੀ ਇਹ ਸਾਰੀ ਉਹਦੇ 'ਚ ਆਈ ਆ ਕਿ ਮੈਂ ਇਹਨੂੰ ਅੰਦਰ ਕਰਨ ਦਾ ਕੋਸ਼ਿਸ਼ ਕੀਤਾ। ਆਂਦਾ ਮੇਰਾ ਸਾਥੀ ਸਿਸੋਦੀਆ ਜੇ ਅੰਦਰ ਹੀ ਆ, ਜਾਂ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਚੱਲ ਰਿਹਾ, ਪਰ ਆਂਦੇ ਉਹਦੇ ਵਿੱਚ ਇਹ ਦੇਖੋ ਉਸ ਦੇਸ਼ ਦਾ ਵਿਕਾਸ ਕੀ ਹੋਊਗਾ ਉਹਨਾਂ ਨੇ ਕਿਹਾ, ਪਰ ਇਹ ਮੈਂ ਉਹਨਾਂ ਦੀ ਜ਼ਬਾਨੀ ਕਹਿ ਰਿਹਾ। ਉਹਨਾਂ ਨੇ ਕਿਹਾ ਕਿ ਜਿੱਥੇ ਦਾ ਦੇਸ਼ ਦਾ ਪ੍ਰਧਾਨ ਮੰਤਰੀ 3 ਜਮਾਤਾਂ ਨਾਲ ਪੜ੍ਹਿਆ ਹੋਵੇ, ਔਰ ਉਹਨੇ ਡਿਗਰੀਆਂ ਜਾਲੀ ਬਣਾਈਆਂ ਹੋਣ, ਔਰ ਉਦੋਂ ਬਾਅਦ ਡਿਗਰੀਆਂ ਹੱਥ ਨਾਲ ਲਿਖ ਕੇ ਆਪ ਬਣਾਈਆਂ ਹੋਣ ਜਦੋਂ ਕੰਪਿਊਟਰ ਯੁੱਗ ਹੈ ਨਹੀਂ, ਔਰ ਉਦੋਂ ਬਾਅਦ ਉਹਨੇ ਫਿਰ ਦੇਸ਼ ਦੀ ਪ੍ਰਾਪਰਟੀ ਵੇਚੀ ਹੋਵੇ 4 ਕਾਰਪੋਰੇਟ ਨੂੰ ਇਨਵੋਲਵ ਕਰਕੇ। ਉਹਨਾਂ ਨੇ ਇਹ ਬੜਾ ਕੁਝ ਕੀਤਾ ਕਿਉਂਕਿ ਲੀਡਰ ਤੇ ਬੋਲ ਸਕਦਾ, ਪਬਲਿਕ ਨਹੀਂ ਬੋਲਦੀ, ਪਰ ਪਬਲਿਕ ਨੂੰ ਸੰਬੋਧਨ ਕੀਤਾ ਉਹਨਾਂ ਨੇ, ਕੀਤਾ ਕਿ ਦੇਖੋ ਉਹ ਦੇਸ਼ ਦੇ ਬਾਰੇ ਕੀ ਸੋਚੂਗਾ। ਉਹਨਾਂ ਨੇ ਕਿਹਾ ਇਹ ਵੀ ਗੱਲ ਕਿ ਡਾਕਟਰ ਮਨਮੋਹਨ ਸਿੰਘ ਪੜ੍ਹੇ ਲਿਖੇ ਸੀਗੇ, ਉਹਨਾਂ ਦੀ ਕਿਤਾਬਾਂ ਵੀ ਲੱਗੀਆਂ ਨੇ ਆਕਸਫੋਰਡ ਯੂਨੀਵਰਸਿਟੀ ਵਿੱਚ, ਇਕਨੋਮਿਕਸ ਨੂੰ ਬਹੁਤ ਜਾਣਦੇ ਆ, ਮਨਟੇਕ ਸਿੰਘ ਆਹਲੂਵਾਲੀਆ ਉਹਨਾਂ ਦੇ ਨਾਲ ਰਹੇ ਆ, ਔਰ ਦੇਸ਼ ਦੀ ਆਰਥਿਕਤਾ ਨੂੰ ਜਿਹੜਾ ਸਥਿਰ ਰੱਖਣ ਲਈ ਜੋ ਉਹਨਾਂ ਦਾ ਕੰਟਰੀਬਿਊਸ਼ਨ ਆ ਕਿਸੇ ਦਾ ਵੀ ਨਹੀਂ ਹੋ ਸਕਦਾ ਕਿਉਂਕਿ ਪੜ੍ਹੇ ਲਿਖੇ ਸੀਗੇ। ਕਹਿੰਦੇ ਜੇ ਬਣਨਾ ਹੋਵੇ ਤਾਂ ਬਰਾਕ ਓਬਾਮਾ ਵਰਗੇ ਬਣੋ, ਡਾਕਟਰ ਮਨਮੋਹਨ ਸਿੰਘ ਵਰਗੇ ਬਣੋ, ਔਰ ਉਹਨਾਂ ਵਰਗੇ ਨਾ ਬਣੋ ਕਿ ਜਿਹੜੇ ਲੋਕ ਪਬਲਿਕ ਨੂੰ ਲੁੱਟ ਕੇ ਤੇ ਪੈਸਾ ਆਪਣੀ ਝੋਲੀ 'ਚ ਪਾ ਲੈਂਦੇ ਆ ਔਰ ਸਰਕਾਰ ਦੀਆਂ ਚੀਜ਼ਾਂ ਵੇਚ ਦਿੰਦੇ ਆ। ਉਹਨਾਂ ਨੇ ਵੀ ਬੋਲਿਆ, ਔਰ ਉਧਰੋਂ ਕੇਂਦਰ ਵੀ ਤਿੱਖੇ ਪ੍ਰਤੀਕਰਮ 'ਚ ਆ ਪੂਰੀ ਤਰ੍ਹਾਂ। ਕੁਝ ਦਿਨ ਪਹਿਲਾਂ ਸਤਿਆਪਾਲ ਮਲਿਕ ਜੋ ਜੰਮੂ ਐਂਡ ਕਸ਼ਮੀਰ ਦੇ ਆਖਰੀ ਗਵਰਨਰ ਰਹੇ ਨੇ, ਜਦੋਂ ਤੱਕ ਉਹ ਸਟੇਟ ਰਹੀ ਹੈ, ਫਿਰ ਤੋਂ ਉਹਨੂੰ ਰਿਡਿਊਸ ਕਰਕੇ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ, ਵੰਡ ਦਿੱਤਾ ਗਿਆ। ਸਤਿਆਪਾਲ ਮਲਿਕ ਇੱਕ ਇੰਟਰਵਿਊ ਦਿੱਤੀ ਹੈ ਤੇ ਉਹਦੇ ਵਿੱਚ ਵੀ ਉਹਨਾਂ ਨੇ ਗੱਲਾਂ ਕਹੀਆਂ ਨੇ ਜੋ ਪੁਲਵਾਮਾ ਅਟੈਕ ਨੂੰ ਲੈ ਕੇ ਕਹੀਆਂ ਨੇ, 370 ਧਾਰਾ ਨੂੰ ਲੈ ਕੇ ਕਹੀਆਂ ਨੇ, ਕਰਪਸ਼ਨ ਨੂੰ ਲੈ ਕੇ ਕਹੀਆਂ ਨੇ, ਠੀਕ ਹੈ। ਉਹਨਾਂ ਨੇ ਵੀ ਕਾਫੀ ਖੁਲਾਸੇ ਕੀਤੇ ਨੇ। ਹੁਣ ਉਹ ਇੰਟਰਵਿਊ ਵੀ ਬੜੀ ਜ਼ਿਆਦਾ ਚਰਚਾ ਦੇ ਵਿੱਚ ਹੈ ਕਿ ਕੀ ਬਣੇਗਾ, ਇਹਦਾ ਕੀ ਪ੍ਰਭਾਵ ਪਏਗਾ, ਆਉਣ ਵਾਲੀਆਂ ਇਲੈਕਸ਼ਨਸ ਦੇ ਉੱਤੇ ਕੀ ਪ੍ਰਭਾਵ ਪਏਗਾ। ਸੋ BJP ਵੀ ਹੁਣ ਇਹਦੇ ਮਤਲਬ ਇਹਨੂੰ ਕਨਫਰੰਟ ਕਰ ਰਹੀ ਹੈ ਜੋ ਇਹ ਇੰਟਰਵਿਊ ਹੈ, ਕਿਉਂਕਿ ਉਹ ਸਤਿਆਪਾਲ ਮਲਿਕ BJP ਦੇ ਹੀ ਨੇ, ਔਰ ਉਹ ਇਹ ਆਫਟਰ ਰਿਟਾਇਰਮੈਂਟ ਉਹਨਾਂ ਨੇ ਇਹ ਇੰਟਰਵਿਊ ਦਿੱਤੀ। ਉਹਨਾਂ ਕੋਲ ਸੱਚ ਬੋਲਿਆ ਗਿਆ,
ਕਿ ਆਹ ਗੱਲਾਂ ਸਾਡੇ ਕੋਲ ਜਿਹੜੀਆਂ ਹੋਈਆਂ ਵਾ ਲੋਕਾਂ ਨੂੰ ਨਹੀਂ ਉਹਨਾਂ ਨੇ ਕਿਹਾ ਸਾਡੀ ਗਲਤੀ ਸੀ ਜੋ ਪੁਲਵਾਮਾ ਅਟੈਕ ਹੋਇਆ, ਸਾਡੀ ਗਲਤੀ ਸੀ, ਸਾਨੂੰ ਉਹ 에ਅਰਕ੍ਰਾਫਟ ਦੇਣੇ ਚਾਹੀਦੇ ਸੀ ਪਰ ਉਹ 에ਅਰਕ੍ਰਾਫਟ ਨਹੀਂ ਦਿੱਤੇ ਗਏ। ਔਰ ਐਡੀ ਵੱਡੀ ਜੋ ਨਫਰੀ ਹੈ ਉਹ ਬਾਏ ਰੋਡ ਜਾ ਰਹੀ ਹੈ ਔਰ ਰੋਡ ਤੇ ਵੀ ਪੂਰੀ ਸੈਨੀਟਾਈਜ਼ਿੰਗ ਨਹੀਂ ਹੋਈ। ਮਤਲਬ ਸੈਨੀਟਾਈਜ਼ਿੰਗ ਦਾ ਮਤਲਬ ਇਹ ਹੈ ਕਿ ਪੂਰੀ ਚੌਕਸੀ ਨਹੀਂ ਹੈ, ਮੈਨਸ ਨਹੀਂ ਹੈ ਕਿ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕਰਨ ਕਿ ਐਡੀ ਵੱਡੀ ਨਫਰੀ ਜਾ ਰਹੀ ਹੈ। ਔਰ ਮੇਨ ਰੋਡ ਤੋਂ 7-8 ਲਿੰਕ ਰੋਡਸ ਨਿਕਲਦੀਆਂ ਨੇ, ਉਹਦੀ ਕੋਈ ਚੈਕਿੰਗ ਨਹੀਂ। ਔਰ 300 ਕਿਲੋ RDX ਵਾਲੀ ਗੱਡੀ ਜਿਹੜੀ ਹੈ ਉਹ ਉੱਤੇ ਘੁੰਮਦੀ ਰਹੀ, ਕਈ ਦਿਨ ਘੁੰਮਦੀ ਰਹੀ, ਉਹਨੂੰ ਕਿਉਂ ਨਹੀਂ ਫੜਿਆ ਗਿਆ? ਕਈ ਚੀਜ਼ਾਂ ਉਹਨਾਂ ਨੇ ਕਿਹਾ ਕਿ ਜੋ ਸਾਡੀ ਗਲਤੀ ਹੈ, ਸਾਡੀ ਗਲਤੀ ਕਾਰਨ ਇਹ ਹੋਇਆ, 40 ਜਵਾਨ ਸ਼ਹੀਦ ਹੋ ਗਏ CRPF ਦੇ। ਇਹ ਸਭ ਗੱਲਾਂ ਹੋਈਆਂ। ਇਸੇ ਤਰ੍ਹਾਂ ਦੀ ਇੱਕ ਗੱਲ ਹੋਰ ਵੀ ਹੈਗੀ ਆ ਕਿ 1962 'ਚ ਜਦੋਂ ਚਾਈਨਾ ਨਾਲ ਇੰਡੀਆ ਦੀ ਲੜਾਈ ਲੱਗੀ ਔਰ ਉਦੋਂ ਬਾਅਦ ਆਰਮੀ ਸਾਰੀ ਆਪਣੀ ਉੱਥੇ ਤਾਇਨਾਤ ਸੀਗੀ ਬਾਰਡਰ ਤੇ, ਔਰ ਜਦੋਂ ਬੜਾ ਘਮਸਾਨ ਦਾ ਯੁੱਧ ਹੋਇਆ ਵੈਲੀ ਦੇ ਵਿੱਚ ਔਰ ਪਹਾੜੀ ਏਰੀਏ ਦੇ ਵਿੱਚ, ਔਰ ਜਦੋਂ ਆਪਣੇ ਸਾਰੇ ਫੌਜੀ ਲੜ ਰਹੇ ਸੀ ਚਾਈਨਾ ਨਾਲ ਤੇ ਇਹਨਾਂ ਕੋਲ ਵੈਪਨ ਤਾਂ ਮੁੱਕ ਹੀ ਗਏ, ਹੈ ਹੀ ਨਹੀਂ। ਜਦੋਂ ਗ੍ਰਨੇਡ ਜੋ ਕੁਛ ਚਲਾਉਣਾ ਚਲਾਤਾ, ਉਦੋਂ ਡਿਮਾਂਡ ਹੋਈ ਕਿ ਵਾਇਰਲੈਸ ਦੇ ਰਾਹੀਂ ਕਿ ਸਾਨੂੰ ਹਥਿਆਰ ਭੇਜੋ, ਸਾਰਾ ਕੁਝ ਭੇਜੋ। ਔਰ ਉਸ ਵੇਲੇ ਪ੍ਰਧਾਨ ਮੰਤਰੀ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ, ਔਰ ਉਹਨਾਂ ਨੇ ਪਤਾ ਨਹੀਂ ਕੀ ਸੋਚਿਆ, ਉਹਨਾਂ ਡਿਫੈਂਸ ਮਿਨਿਸਟਰ ਨੂੰ ਕੋਈ ਆਰਡਰ ਨਹੀਂ ਕੀਤਾ। ਡਿਫੈਂਸ ਮਿਨਿਸਟਰ ਉਹਨਾਂ ਦੇ ਆਰਡਰ ਡੀਕਦਾ ਰਿਹਾ, ਉਹ ਉਹਨਾਂ ਦੇ ਡੀਕਦੇ ਰਹੇ, ਔਰ ਬਹੁਤ ਹੱਥੇ ਹੀ ਸਾਡੇ ਫੌਜੀ ਜਵਾਨ ਚਾਈਨਾ ਦੇ ਹੱਥੋਂ ਮਾਰੇ ਗਏ। ਔਰ ਉਹਦੇ ਵਿੱਚ ਉਹਨਾਂ ਨੇ ਘੇਰ ਕੇ ਮਾਰਿਆ ਉਹਨਾਂ ਨੂੰ। ਇਹਨਾਂ ਦੇ ਜਿਹੜੇ ਅਟੈਕ ਹੁੰਦਾ ਨਾ ਉਹ ਅੱਗੇ ਪਿੱਛੇ ਨਹੀਂ ਹੁੰਦਾ, ਵਿੱਚੋਂ ਗੁਰੀਲਾ ਯੁੱਧ ਹੁੰਦਾ, ਰੁਕ ਕੇ ਆਲੇ ਦੁਆਲੇ ਹੋ ਕੇ ਉਹਨਾਂ ਨੇ ਘੇਰਾ ਪਾ ਕੇ ਬਹੁਤ ਮੁੰਡੇ ਮਾਰ ਦਿੱਤੇ ਜਿਹੜੇ ਜਵਾਨ ਸੀਗੇ। ਜਿਹਦੇ ਹੱਥੇ ਤੇ ਲੜਨਾ ਔਖਾ, ਉਹਨਾਂ ਕੋਲ ਵੈਪਨ ਸੀਗੇ, ਉਹਨਾਂ ਕੋਲ ਗ੍ਰਨੇਡ ਸੀਗਾ, ਉਹਨਾਂ ਕੋਲ ਨਹੀਂ ਤੇ ਬਾਈ ਏਅਰ ਸਾਰਾ ਕੁਝ ਉੱਥੇ ਲਿਫਟ ਕਰਕੇ ਭੇਜਿਆ ਜਾ ਸਕਦਾ ਸੀ। ਪਹਾੜੀਆਂ ਤੇ ਭੇਜਿਆ ਕੁਝ ਨਹੀਂ ਗਾ ਔਰ ਬਹੁਤ ਵਿਚਾਰੇ ਮਰੇ। ਫਿਰ ਚਾਈਨਾ ਅੱਗੇ ਵੱਧ ਗਿਆ, ਬਹੁਤ ਕੁਝ ਸਚਨ ਗਲੇਸ਼ੀਅਰ ਤੋਂ ਬਹੁਤ ਦੂਰ ਤੱਕ ਆ ਕੇ ਉਹਨਾਂ ਨੇ ਕਬਜ਼ਾ ਮਾਰ ਲਿਆ। ਕਬਜ਼ਾ ਤਾਂ ਮਾਰਨਗੇ ਜਦੋਂ ਫੌਜੀ ਨਹੀਂ ਰਹੇ। ਔਰ ਅੱਜ ਤੱਕ ਉਹ ਮਾਮਲਾ ਇੰਨਾ ਉਲਝਿਆ ਜਾ ਰਿਹਾ ਚਾਈਨਾ ਤੇ ਇੰਡੀਆ ਦਾ। ਇਹ ਬਿਲਕੁਲ ਉਲਝਿਆ ਜਾ ਰਿਹਾ ਔਰ ਇਹ ਉਲਝੇ ਹੋਏ ਮਾਮਲੇ ਜਿਹੜੇ ਨੇ ਇਹਨਾਂ ਨੂੰ ਸੁਲਝਾਉਣਾ ਬੜਾ ਮੁਸ਼ਕਿਲ ਹੋਇਆ ਹੈ। ਔਰ ਅੱਗੇ ਆ ਕੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਵਾਸਤੇ ਇਹ ਸਾਰੇ ਮਤਲਬ ਜਿਹੜੇ ਮਾਮਲੇ ਨੇ ਹੋਰ ਜ਼ਿਆਦਾ ਪੇਚੀਦਾ ਹੁੰਦੇ ਜਾ ਰਹੇ ਨੇ। ਇਸ ਕਰਕੇ ਕਹਿੰਦੇ ਨੇ ਕਿ ਟਾਈਮ ਦੇ ਉੱਤੇ ਹਰ ਮਾਮਲਾ ਸੁਲਝਾ ਲਿਆ ਜਾਵੇ। ਟਾਈਮਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਸਟਿਚ ਇਨ ਟਾਈਮ ਸੇਵਸ ਦਾ 9 ਵਾਲੀ ਗੱਲ ਹੈ ਨਾ ਕਿ ਇੱਕ ਕੱਪੜਾ ਫਟ ਗਿਆ, ਜੇ ਉਸੇ ਟਾਈਮ ਉਹਨੂੰ ਟਾਂਕਾ ਲਾ ਲਓ ਤਾਂ ਠੀਕ ਹੈ, ਨਹੀਂ ਤਾਂ ਉਹ ਫਟਦਾ ਜਾਓ ਫਿਰ ਟਾਂਕਾ ਲਾਣਾ ਵੀ ਮੁਸ਼ਕਿਲ ਹੋ ਜਾਊਗਾ। ਕਈ ਵਾਰ 9-9 10-10 ਟਾਂਕੇ ਲਾਣੇ ਪੈਂਦੇ ਨੇ। ਧੁਖਦੀ ਅੱਗ ਆ ਨਾ ਜਦੋਂ ਕਿਤੇ ਛੋਟੀ ਜਿਹੀ ਤੁਹਾਨੂੰ ਲਾਟ ਨਜ਼ਰ ਆਉਂਦੀ ਹੈ, ਜੇ ਤੁਸੀਂ ਉੱਤੇ ਕਾਬੂ ਨਹੀਂ ਪਾਇਆ ਤਾਂ ਫਿਰ ਭਬਾਕਾ ਬਣੂਗਾ ਬਹੁਤ ਵੱਡਾ। ਫਿਰ ਉਹ ਇੰਨੀ ਅੱਗ ਬਣ ਜੂਗੀ ਪੂਰਾ ਪਿੰਡ ਹੀ ਸਾੜ ਦੋਗੀ। ਛੋਟੀ ਚੀਜ਼ ਤੋਂ ਜੇ ਅਸੀਂ ਉਹਨੂੰ ਕੰਟਰੋਲ ਕਰ ਲਈਏ ਤੇ ਕਰ ਲਈਏ, ਨਹੀਂ ਤਾਂ ਫਿਰ ਉਹਦਾ ਐਸਾ ਖਲਾਰਾ ਪੈਂਦਾ, ਫਿਰ ਤੁਹਾਡੀ ਕੰਟਰੋਲ ਤੋਂ ਬਾਹਰ। ਬਿਲਕੁਲ ਐਸੇ ਕਰਕੇ ਕਹਿੰਦੇ ਨੇ ਕਿ ਜਿਹੜੀ ਬੁਰਾਈ ਹੈ ਨਾ ਉਹਨੂੰ ਪੈਦਾ ਹੋਣ ਸਾਰੀ ਨੱਪ ਲਵੋ। ਨਿਪ ਦ ਈਵਲ ਇਨ ਦ ਬਡ। ਹਜੇ ਉਹ ਖੁੱਲਿਆ ਨਹੀਂ ਹੈ, ਹਜੇ ਉਹ ਫੁੱਲ ਖਿੜਿਆ ਨਹੀਂ ਹੈ ਬੁਰਾਈ ਦਾ, ਸ਼ੈਤਾਨ ਦਾ, ਹਜੇ ਉਹ ਪੁੰਗਰਨਾ ਸ਼ੁਰੂ ਹੋਇਆ। ਉਦੋਂ ਹੀ ਦੱਬ ਦਿਓ, ਉਦੋਂ ਹੀ ਖਤਮ ਕਰ ਦਿਓ ਉਹਨੂੰ, ਨਹੀਂ ਤੇ ਅੱਗੇ ਜਾ ਕੇ ਬੂਟਾ ਬਣੂ, ਦਰਖਤ ਬਣੂ, ਬਹੁਤ ਜ਼ਿਆਦਾ ਉਹਦੇ ਖਤਰਨਾਕ ਨਤੀਜੇ ਸਮਾਜ ਵਾਸਤੇ ਹੋ ਸਕਦੇ ਨੇ। ਸੋ ਆਪਾਂ ਅੱਗੇ ਵਧਦੇ ਹਾਂ। ਜਲੰਧਰ ਜ਼ਿਮਨੀ ਚੋਣਾਂ ਦੀ ਆਪਾਂ ਗੱਲ ਕਰਦੇ ਹਾਂ। ਔਰ ਰਿਹਰਸਲ ਹੋ ਰਹੀ ਹੈ ਜਿਹੜੀਆਂ ਵਿਧਾਨ ਸਭਾ ਵਾਸਤੇ ਕਈ ਇਸ ਹਲਕਿਆਂ ਦੇ ਵਿੱਚ ਹੋਣੀ ਹੈ। ਸੋ ਇਹਦਾ ਰੁਖ ਕੀ ਬਣਦਾ ਪਿਆ, ਕਿਉਂਕਿ ਇਹ ਵੀ ਸਿਆਸਤ ਮਗੀ ਹੋਈ ਹੈ। ਔਰ ਇਹਦੇ ਵਿੱਚ ਤਾਂ ਚਾਰੇ ਪਾਰਟੀਆਂ ਜਿਹੜੀਆਂ ਇਸ ਵੇਲੇ ਪੂਰੇ ਜੋਸ਼ ਚੌਧਰੀ ਸੰਤੋਖ ਸਿੰਘ ਜੀ ਦੀ ਡੈਥ ਤੋਂ ਬਾਅਦ ਕਾਂਗਰਸ ਦਾ ਤਾਂ ਅਨਾਉਂਸ ਕਰ ਗਏ ਸੀ ਰਾਹੁਲ ਗਾਂਧੀ ਜੀ, ਕਰਮਜੀਤ ਕੌਰ ਚੌਧਰੀ ਨੇ, ਸੰਤੋਖ ਚੌਧਰੀ ਦੇ ਵਾਈਫ ਉਹ ਇਸ ਵੇਲੇ ਕੈਂਡੀਡੇਟ ਕਾਂਗਰਸ ਦੇ। ਜਿਹੜਾ ਇਹਨਾਂ ਦਾ ਸੁਸ਼ੀਲ ਰਿੰਕੂ ਆ ਆਪ ਦਾ, ਉਹ ਵੀ ਇਹਨਾਂ ਦਾ ਪੂਰਾ ਜੋਸ਼ੋ ਖਰੋਸ਼ ਨਾਲ ਚੱਲ ਰਿਹਾ। ਔਰ ਇਹਦੇ ਵਿੱਚ ਹੀ ਇਹਨਾਂ ਨੇ ਰੋਡ ਸ਼ੋਅ ਕੀਤਾ ਭਗਵੰਤ ਮਾਨ ਜੀ ਨੇ ਜਲੰਧਰ ਦੇ ਵਿੱਚ, ਔਰ ਆਪੋਜੀਸ਼ਨ ਨੇ ਉਹਦੀ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਜਿਹੜਾ ਇਹ ਕੀਤਾ ਵਾ ਇਹ ਜਿਹੜਾ ਰੂਲ ਐਂਡ ਰੈਗੂਲੇਸ਼ਨ ਦਾ ਉਹਦੇ ਅਕੋਰਡਿੰਗ ਨਹੀਂ ਹੈਗਾ, ਔਰ ਇਹਦੇ ਵਿੱਚ ਪੈਸਾ ਵੀ ਬਰਬਾਦ ਹੋਇਆ, ਗੱਡੀਆਂ ਵੀ ਚੱਲੀਆਂ, ਲੋਕਾਂ ਦੀ ਆਵਾਜਾਈ ਵਿੱਚ ਵੀ ਵਿਘਨ ਪਿਆ। ਔਰ ਇਹਦੇ ਵਿੱਚ ਕੀ ਮਤਲਬ ਸੀ ਰੋਡ ਸ਼ੋਅ ਦਾ? ਜੇ ਲੋਕਾਂ ਨਾਲ ਮਿਲਣਾ ਤਾਂ ਸੰਬੋਧਨ ਕਰਨ, ਮੀਡੀਆ ਦੇ ਰਾਹੀਂ ਸੰਬੋਧਨ ਕਰਨ, ਪੈਸਾ ਬਰਬਾਦ ਨਾ ਕਰਨ। ਆਪੋਜੀਸ਼ਨ ਦੀ ਗੱਲ ਹੈ। ਔਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ, ਅਸੀਂ ਅੱਗੇ ਆਵਾਂਗੇ ਔਰ ਅਸੀਂ ਲੋਕਾਂ ਤੱਕ ਡੋਰ ਟੂ ਡੋਰ ਪਹੁੰਚ ਗਏ ਹਾਂ, ਲੋਕਾਂ ਤੱਕ ਸਾਡੀ ਹੈਗੀ ਸਾਰੀ ਪਹੁੰਚ। ਔਰ ਇਸ ਸ਼ੰਕੇ ਤੋਂ ਬਾਹਰ ਨਿਕਲਣਾ ਚਾਹੀਦਾ ਸਾਡੀ ਇਸ ਆਪ ਸਰਕਾਰ ਨੂੰ ਕਿ ਇਹ ਨਾ ਮੰਨਣ ਕਿ ਅਸੀਂ ਅੱਗੇ ਵੀ ਜਿੱਤ ਗਏ ਤਾਂ ਹੁਣ ਵੀ ਆ। ਔਰ ਇਹਨਾਂ ਨੇ ਕਿਹਾ ਬੰਦਾ ਤਾਂ ਕਾਂਗਰਸ ਦਾ ਹੀ ਆ ਜਿਹੜਾ ਐਤਕੀ ਲਿਆਂਦਾ ਇਹਨਾਂ ਨੇ, ਸੁਸ਼ੀਲ ਰਿੰਕੂ ਤਾਂ ਕਾਂਗਰਸ ਤੋਂ 2 ਵਾਰੀਆਂ ਬਣ ਚੁੱਕਿਆ MLA। ਔਰ ਇਹਦੇ ਵਿੱਚ ਖੰਨਾ ਜੀ ਤੁਹਾਨੂੰ ਪਤਾ ਔਰ ਸਾਡੇ ਦਰਸ਼ਕਾਂ ਨੂੰ ਪਤਾ, ਇਹਦੇ 'ਚ 9 ਹਲਕੇ ਆ। ਇਹ ਹਲਕਾ ਬਹੁਤ ਵੱਡਾ ਹੁੰਦਾ ਵਿਧਾਨ ਸਭਾ ਦਾ, ਔਰ ਇਹਦੇ ਵਿੱਚ 9 ਹਲਕੇ ਆ, ਅਤੇ ਇਹਦੇ 'ਚ ਮੈਂਬਰ ਪਾਰਲੀਮੈਂਟ ਲੈਣਾ ਜਿੰਨੀ ਚੋਣਾਂ ਦਾ ਮਤਲਬ ਉਪ ਚੋਣ ਹੋਈ ਇਹਦੇ 'ਚ। ਔਰ ਇਹਦੇ ਵਿੱਚ ਇਨਵੋਲਵਮੈਂਟ ਪੂਰੇ ਸਾਡੇ ਸੂਬੇ ਦੀ ਆ, ਕਿਉਂਕਿ ਪਾਰਟੀਆਂ ਸਾਰੀਆਂ ਇਕੱਠੀਆਂ ਹੋ ਕੇ ਆਈਆਂ ਨੇ ਔਰ ਸਾਰੀਆਂ ਪਾਰਟੀਆਂ ਦੇ ਹੈਗੇ। ਉਧਰ BJP ਔਰ BSP
ਤੇ ਅਕਾਲੀ ਦਲ ਦਾ ਗੱਠਜੋੜ ਆ, ਉਹਨਾਂ ਵੱਲੋਂ ਵੀ ਸੁਖਵਿੰਦਰ ਕੁਮਾਰ ਜੀ ਆ ਗਏ ਆ ਔਰ ਉਹਦੇ ਵਿੱਚੋਂ ਉਹ ਬਾਹਰਲੇ ਬੰਗਿਆਂ ਤੋਂ ਆ ਔਰ ਇਸੇ ਤਰ੍ਹਾਂ ਕੈਂਡੀਡੇਟ ਤੇ ਇਹਨਾਂ ਤੋਂ ਲਏ ਇਹਨਾਂ ਨੇ, ਕੋਈ ਕਿਤੋਂ ਲਿਆ ਕੋਈ ਕਿਤੋਂ ਲਿਆ, ਜਿਸ ਤਰ੍ਹਾਂ ਕਹਿੰਦੇ ਕਿ ਵਣ ਦੀ ਲੱਕੜੀ ਇਕੱਠੀ ਕਰ ਲਈ ਹੈ ਔਰ ਉਸੇ ਤਰ੍ਹਾਂ ਹੀ ਹੈਗਾ। ਕਾਂਗਰਸ ਵਾਲੇ ਉਹਨਾਂ ਤੇ ਦੂਸ਼ਣ ਲਾ ਰਹੇ ਵੀ ਇਹਨਾਂ ਕੋਈ ਕੈਂਡੀਡੇਟ ਨਹੀਂ, ਸਾਡਾ ਲੈ ਲਿਆ ਇਹਨਾਂ ਨੇ, ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਕੈਂਡੀਡੇਟ ਕਿਉਂ ਭੱਜ ਕੇ ਛੜਾਪਾ ਮਾਰ ਕੇ ਉੱਧਰ ਚਲੇ ਗਏ। ਅਸੀਂ ਦਲ ਬਦਲੂ ਜਿਹੜੀ ਰੋਕ ਆ ਨੀਤੀ ਆ ਉਹਨੂੰ ਰੋਕਣਾ ਚਾਹੀਦਾ। ਅੱਜ ਉੱਧਰ ਸ਼ਾਬਾ ਭਾਰਾ ਤਾਂ ਭੱਜ ਕੇ ਉੱਧਰ ਜਾ ਵੜਿਆ, ਜਦੋਂ ਕਾਂਗਰਸ ਦਾ ਸ਼ਾਬਾ ਭਾਰਾ ਇੱਧਰ ਆ ਗਿਆ ਤਾਂ ਕੀ ਕੰਮ ਕਰੋਗੇ, ਕੀ ਪਬਲਿਕ ਨੂੰ ਸਮਝਾਓਗੇ। ਹੁਣ ਪਬਲਿਕ ਸਿਆਣੀ ਆ, ਉਹਨਾਂ ਨੇ ਪਤਾ ਕਿ ਕੀ ਡਿਸਾਈਡ ਕਰਨਾ, ਕਿਹਨੂੰ ਉਹਨਾਂ ਨੇ ਚੋਣ ਤੋਂ ਜਿਤਾਉਣਾ ਔਰ ਕਿਸ ਬੰਦੇ ਨੂੰ ਜਿਹੜਾ MP ਬਣਾਉਣਾ ਵਾ। ਔਰ ਭਗਵੰਤ ਮਾਨ ਜੀ ਖੁਦ ਵੀ ਸੰਗਰੂਰ ਤੋਂ MP ਸੀਗੇ ਪਹਿਲੋਂ ਔਰ 2 ਵਾਰੀ MP ਬਣੇ, ਉਹ ਸਾਰਾ ਉਸ ਹਲਕੇ ਤੋਂ ਵੱਡੇ ਤੋਂ, ਫਿਰ ਹੌਲੀ ਹੌਲੀ ਦੇਖ ਲਓ ਪੰਜਾਬ ਦੇ ਮੁੱਖ ਮੰਤਰੀ ਬਣ ਗਏ। ਸਿਆਸਤ ਹੈਗੀ ਆ, ਸਿਆਸਤ ਦੇ ਵਿੱਚ ਦੇਖੋ ਪਤਾ ਨਹੀਂ ਕਿਸ ਕਰਵਟ ਜਿਹੜਾ ਉਹ ਊਠ ਬੈਠ ਜਾਂਦਾ। ਸੋ ਦਲ ਬਦਲੂ ਦੀ ਗੱਲ ਤਾਂ ਮੈਨੂੰ ਯਾਦ ਆਇਆ, ਮੈਂ ਪਿੱਛੇ ਜੇ ਨਾ ਵੀਡੀਓਜ਼ ਦੇਖ ਰਿਹਾ ਸੀਗਾ, ਸਰਫਿੰਗ ਕਰ ਰਿਹਾ ਸੀ ਨੈਟ ਦੇ ਉੱਤੇ, ਇੱਕ ਵੀਡੀਓ ਮੇਰੇ ਸਾਹਮਣੇ ਆਈ, ਦਲ ਬਦਲੂ ਚਾਟ ਭੰਡਾਰ। ਅੱਛਾ, ਮੈਂ ਕਿਹਾ ਆ ਗਈ, ਜਦੋਂ ਦੀ ਡਿਟੇਲ ਦੇਖੀ ਉਹ ਚਾਟ ਭੰਡਾਰ ਵਾਲਾ ਕਹਿੰਦਾ ਇੱਥੇ ਸਿਆਸਤ ਦੀ ਬੜੀ ਡਿਸਕਸ਼ਨਸ ਹੁੰਦੀ ਸੀ ਜਦੋਂ ਮੇਰੇ ਦਾਦਾ ਜੀ ਨੇ ਇਹ ਚਾਟ ਭੰਡਾਰ ਖੋਲਿਆ ਸੀ, ਲੋਕਾਂ ਨੇ ਆਉਣਾ ਕਿਉਂਕਿ ਦੇਸ਼ ਨਵਾਂ ਆਜ਼ਾਦ ਹੋਇਆ ਸੀ ਤੇ ਉਹ ਸਿਆਸਤ ਦੀਆਂ ਡਿਸਕਸ਼ਨਸ ਹੁੰਦੀਆਂ ਰਹਿੰਦੀਆਂ ਸੀ ਤੇ ਉਹ ਵੀ ਪਤਾ ਲੱਗਦਾ ਸੀ ਇੱਕ ਨੇਤਾ ਇੱਧਰ ਚਲਾ ਗਿਆ, ਦਲ ਬਦਲ ਕੇ ਉੱਧਰ ਚਲਾ ਗਿਆ, ਦਲ ਬਦਲ ਕੇ ਇੱਧਰ ਚਲਾ ਗਿਆ। ਕਹਿੰਦੇ ਮੇਰੇ ਦਾਦਾ ਜੀ ਨੂੰ ਨਾ ਇਹ ਨਾਂ ਬੜਾ ਪਸੰਦ ਆਇਆ, ਦਲ ਬਦਲੂ, ਉਹਨਾਂ ਨੇ ਦਲ ਬਦਲੂ ਚਾਟ ਭੰਡਾਰ ਨਾਂ ਰੱਖ ਦਿੱਤਾ। ਕਹਿੰਦੇ ਉਹ ਨਾਂ ਇੰਨਾ ਮਸ਼ਹੂਰ ਹੋਇਆ, ਇਸ ਨਾਂ ਦੇ ਉੱਤੇ ਸਾਡੀ ਚਾਟ ਹਿੱਟ ਹੋਈ ਹੈ। ਸੋ ਹਜੇ ਤੱਕ ਕੋਈ ਨਾਂ ਚੱਲਦਾ ਦਲ ਬਦਲੂ ਚਾਟ ਭੰਡਾਰ। ਸੋ ਅਸੀਂ ਜ਼ਿਮਨੀ ਚੋਣਾਂ ਦੀ ਗੱਲ ਕੀਤੀ ਹੈ, ਇਲੈਕਸ਼ਨਸ ਦੀ ਗੱਲ ਕੀਤੀ ਹੈ ਔਰ ਸਾਡੇ ਭਾਰਤ ਦੇ ਵਿੱਚ ਨਾ ਇਲੈਕਸ਼ਨਸ 4 ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਹੈ। ਤੁਹਾਡੀ ਜ਼ਾਤ ਕੀ ਹੈ, ਤੁਹਾਡਾ ਧਰਮ ਕੀ ਹੈ, ਤੁਹਾਡਾ ਇਲਾਕਾ ਕੀ ਹੈ, ਤੁਹਾਡੀ ਬੋਲੀ ਕੀ ਹੈ। ਮਤਲਬ ਆਜ਼ਾਦੀ ਦੇ 75 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ, ਹਜੇ ਤੱਕ ਵੀ ਇਹਨਾਂ 4 ਚੀਜ਼ਾਂ ਦੇ ਉੱਤੇ ਹੈ। ਪਤਾ ਨਹੀਂ ਐਜੂਕੇਸ਼ਨ ਦੇ ਉੱਤੇ ਮੁੱਦਿਆਂ ਦੇ ਉੱਤੇ ਕਦੋਂ ਅਸੀਂ ਆਵਾਂਗੇ, ਕਦੋਂ ਡੈਮੋਕ੍ਰੇਸੀ ਦਾ ਸਹੀ ਅਰਥ ਸਮਝਾਂਗੇ ਤਾਂ ਡੈਮੋਕ੍ਰੇਸੀ ਨੂੰ ਅਪਲਾਈ ਕਰਕੇ ਡੈਮੋਕ੍ਰੇਸੀ ਦੇ ਮੁਤਾਬਿਕ ਅਸੀਂ ਵੋਟਾਂ ਪਾਵਾਂਗੇ। ਕਿਉਂਕਿ ਵੋਟਿੰਗ ਆਰਟ ਹੈ, ਇੱਕ ਕਲਾ ਹੈ, ਇਹ ਘਰ ਦੇ ਵਿੱਚ ਵੀ ਸਿਖਾਈ ਜਾਣੀ ਚਾਹੀਦੀ ਹੈ, ਸਕੂਲ ਕਾਲਜ ਦੇ ਵਿੱਚ ਵੀ ਸਿਖਾਈ ਜਾਣੀ ਚਾਹੀਦੀ ਹੈ, ਸਾਡੀ ਸਟੱਡੀ ਦਾ ਹਿੱਸਾ ਹੋਣੀ ਚਾਹੀਦੀ ਹੈ ਕਿ ਵੋਟ ਪਾਉਣ ਲੱਗਾ ਕਿੱਦਾਂ ਤੁਸੀਂ ਧਿਆਨ ਰੱਖਣਾ ਹੈ, ਵੋਟ ਪਾਉਣ ਲੱਗਿਆਂ ਤੁਸੀਂ ਕਿਸ ਗੱਲ ਨੂੰ ਕੰਸੀਡਰ ਕਰਨਾ ਹੈ, ਉਸ ਤੋਂ ਬਾਅਦ ਤੁਸੀਂ ਵੋਟ ਪਾਉਣੀ ਹੈ ਟੂ ਐਕਸਰਸਾਈਜ਼ ਦੀ ਪ੍ਰੋਪਰ ਫੰਕਸ਼ਨਿੰਗ ਆਫ ਡੈਮੋਕ੍ਰੇਸੀ। ਪਰ ਉਹ ਚੀਜ਼ ਸਾਡੇ ਕੋਲ ਨਹੀਂ ਹੈਗੀ। ਸੋ ਹੁਣ ਅਸੀਂ ਇੱਕ ਮਰਦਮਸ਼ੁਮਾਰੀ ਕਰਦੇ ਪਏ ਹਾਂ ਤਾਂ ਜਿਹੜੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਮੋਦੀ ਸਾਹਿਬ ਨੂੰ ਇੱਕ ਖੁੱਲ੍ਹਾ ਪੱਤਰ ਭੇਜਿਆ ਕਿ ਤੁਸੀਂ ਇਹ ਜਿਹੜੀ ਮਰਦਮਸ਼ੁਮਾਰੀ ਕਰਨੀ ਹੈ ਜ਼ਾਤ ਦੇ ਆਧਾਰ ਤੇ ਕਰੋ ਤਾਂ ਕਿ ਫਿਰ ਜ਼ਾਤਾਂ ਨੂੰ ਜਿਹੜੇ ਤੁਸੀਂ ਬੈਨੀਫਿਟਸ ਦੇਣੇ ਨੇ ਨਾ ਉਸ ਦਾ ਤੁਸੀਂ ਐਨਾਲਿਸਿਸ ਪ੍ਰੋਪਰ ਵਿਸ਼ਲੇਸ਼ਣ ਕਰ ਸਕੋ। ਇਹ ਮਸਲਾ ਹੁਣੇ ਹੋਇਆ, ਉਹਨਾਂ ਨੇ ਸੰਬੋਧਨ ਕੀਤਾ ਸਾਰੇ ਦੇਸ਼ ਦੇ ਲੋਕਾਂ ਨੂੰ ਔਰ ਖੜਗੇ ਸਾਹਿਬ ਨੇ ਕਿਹਾ, ਮੋਦੀ ਸਾਹਿਬ ਨੂੰ ਖੁੱਲ੍ਹਾ ਪੱਤਰ ਵੀ ਲਿਖਿਆ, ਉਹਦੇ ਵਿੱਚ ਲਿਖਿਆ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਮਰਦਮਸ਼ੁਮਾਰੀ ਸੈਂਸਸ ਹੋਣੀ ਆ ਉਹ ਜਾਤ 'ਤੇ ਆਧਾਰਿਤ ਹੋਣੀ ਚਾਹੀਦੀ ਆ। ਇਹ ਪਤਾ ਨਹੀਂ ਕੀ ਹੈਗਾ ਕਿ ਡੈਮੋਕ੍ਰੇਸੀ ਆਉਣ ਤੋਂ ਬਾਅਦ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਾਤ ਪਾਤ ਦੇ ਵਿਤਕਰੇ 'ਚੋਂ ਸਾਡਾ ਦੇਸ਼ ਨਹੀਂ ਨਿਕਲ ਸਕਿਆ। ਧਰਮ ਦਾ ਮਸਲਾ, ਜਾਤ ਦਾ ਮਸਲਾ ਜਿੱਦਾਂ ਤੁਸੀਂ ਜ਼ਿਕਰ ਕੀਤਾ, ਉਹਦਾ ਬੋਲੀਆਂ, ਪਹਿਰਾਵਾ, ਖਾਣ ਪੀਣ, ਭਾਸ਼ਾ, ਕੋਈ ਕਮਿਊਨੀਕੇਸ਼ਨ ਪੂਰੀ ਤਰ੍ਹਾਂ ਦਾ ਨਹੀਂ, ਇਕਸੁਰਤਾ ਨਹੀਂ ਰਹੀ ਔਰ ਅੱਜ ਫਿਰ ਇਹਨਾਂ ਨਵਾਂ ਮਸਲਾ ਅੱਗੇ ਖੜਾ ਕਰ ਦਿੱਤਾ। ਕਿਉਂਕਿ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਗਰੀਬ ਲੋਕ ਨੇ ਚਲੋ ਜੀ ਉਹਨਾਂ ਨੂੰ ਮਿਲਣਾ ਚਾਹੀਦਾ ਸਾਰਾ ਕੁਝ, ਪਰ ਜਦੋਂ ਆਧਾਰ ਕਾਰਡ ਬਣਦਾ ਜਾਂ ਜਦੋਂ ਉਹਨਾਂ ਦੇ ਸਰਟੀਫਿਕੇਟ ਬਣ ਰਹੇ ਆ ਕਾਸਟ ਦੇ ਨਾਲ ਰਿਲੇਟਡ, ਉਤੋਂ ਨਹੀਂ ਗੌਰਮੈਂਟ ਨੂੰ ਪਤਾ ਲੱਗਦਾ ਵੀ ਇਹ ਲੋਕ ਕੌਣ ਨੇ ਔਰ ਕਿੱਥੇ ਰਹਿ ਰਹੇ ਆ। ਜਦੋਂ ਪੁਸ਼ਤਾਂ ਤੋਂ ਉਹ ਲੋਕ ਆਪਣੇ ਖਾਨਦਾਨ 'ਚ ਵਸੇ ਹੈ, ਕੋਈ ਬਾਹਰਲੇ ਦੇਸ਼ਾਂ ਤੋਂ ਤਾਂ ਆਏ ਨਹੀਂ, ਇੱਥੇ ਇੰਡੀਅਨ ਹੀ ਹੈਗਾ ਨਾ। ਬਾਹਰਲੇ ਦੇਸ਼ਾਂ 'ਚ ਵੀ ਖੰਨਾ ਜੀ ਮੂਲ ਨਿਵਾਸੀ ਜਿਹੜੇ ਹੈਗੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਟੈਕਸ ਮਾਫ ਨੇ ਔਰ ਬਾਕਾਇਦਾ ਤੌਰ 'ਤੇ ਉਹਨਾਂ ਨੂੰ ਸਪੈਸ਼ਲ ਪੈਸਾ ਟੈਕਸ ਦਿੱਤਾ ਜਾਂਦਾ ਔਰ ਸਾਰੇ ਕੰਟਰੀਆਂ 'ਚ ਬੈਠੇ ਹੋ, ਨਿਊਜ਼ੀਲੈਂਡ 'ਚ ਵੀ ਹੈਗੇ ਆ, ਆਸਟ੍ਰੇਲੀਆ 'ਚ ਵੀ ਹੈਗੇ ਆ, ਫਿਰ ਤੁਹਾਡਾ ਭਲਾ ਕਰੇ ਇੰਗਲੈਂਡ 'ਚ ਵੀ ਹੈਗੇ ਆ, ਅਮਰੀਕਾ 'ਚ ਵੀ ਹੈਗੇ ਆ ਔਰ ਉਹ ਮੂਲ ਨਿਵਾਸੀ ਨੇ। ਉਹਨਾਂ ਦਾ ਰਹਿਣ ਬਹਿਣ ਖਾਣ ਪੀਣ ਵੱਖਰੀ ਤਰ੍ਹਾਂ ਦਾ ਹੈਗਾ ਔਰ ਇੰਡੀਆ ਨੂੰ ਨਹੀਂ ਪਤਾ ਹੈ ਪੂਰਾ ਪ੍ਰਾਚੀਨ ਤੌਰ 'ਤੇ ਸੱਭਿਆਚਾਰਕ ਤੌਰ 'ਤੇ ਬੜਾ ਪੁਰਾਣਾ ਦੇਸ਼ ਹੈਗਾ ਔਰ ਦੁਬਾਰਾ ਇਹਨਾਂ ਨੂੰ ਜਾਤ ਪਾਤ ਦੇ ਵਿਤਕਰਿਆਂ ਨੂੰ ਉਸੇ ਤਰ੍ਹਾਂ ਰੱਖਣਾ ਔਰ ਉਸੇ ਤਰ੍ਹਾਂ ਕਰਕੇ ਚਲਾਉਣਾ, ਇਹਦੇ ਨਾਲ ਕੋਈ ਵਿਕਾਸ ਨਹੀਂ ਹੁੰਦਾ। ਇਹਦੇ ਨਾਲ ਜੇ ਹੁੰਦਾ ਤਾਂ ਲੜਾਈ ਝਗੜੇ ਜ਼ਿਆਦਾ ਹੁੰਦੇ ਆ ਔਰ ਡੋਮੀਨੇਸ਼ਨ ਹੁੰਦੀ ਹੈ ਇੱਕ ਕਾਸਟ ਦੀ। ਉਹਨਾਂ ਦੇ ਉੱਤੇ ਵੀ ਇਹ ਛੋਟੀ ਕਾਸਟ ਦੇ ਹੈਗੇ ਆ, ਇਹ ਵੱਡੀ ਦੇ ਹੈਗੇ ਆ, ਅਸੀਂ ਸੂਰੀਆਵੰਸ਼ੀ ਹਾਂ, ਇਹ ਵੱਡੀ ਕਾਸਟ ਤੇ ਆ, ਇਹ ਸਾਰਾ ਕੁਛ ਹੈ। ਲਿਆਕਤ ਦੀ ਗੱਲ ਹੋ ਰਹੀ ਹੈਗੀ, ਕਾਸਟ ਦੀ ਗੱਲ ਹੋਰ ਹੈਗੀ ਆ। ਕਿਉਂਕਿ ਜਦੋਂ ਡੈਮੋਕ੍ਰੇਸੀ ਆ, ਜੌਬ ਜਦੋਂ ਲੈਂਦੇ ਬੰਦੇ ਕੰਪੀਟੀਸ਼ਨ ਨਾਲ ਲੈ ਰਹੇ ਹੈਗੇ, ਉਹਦੇ ਵਿੱਚ ਜੇ ਰਿਜ਼ਰਵ ਕੋਟਾ ਹੋਊਗਾ ਥੋੜ੍ਹਾ ਬਹੁਤ ਹੁੰਦਾ, ਸਾਰਾ ਕੁਛ ਹੈਗਾ। ਹਾਲਾਂਕਿ ਉਹ ਸਾਰਾ ਕੁਛ ਇਸ ਵੇਲੇ ਸਮਾਪਤ ਵਾਲੀ ਗੱਲ ਹੈਗੀ ਆ। ਜਨਰਲ ਕੈਟਾਗਰੀ ਵਾਲਿਆਂ ਨੂੰ ਵੀ ਰਿਜ਼ਰਵ ਕੋਟਾ ਮਿਲ ਗਿਆ, ਸਾਰਿਆਂ ਨੂੰ ਹੈਗਾ, ਪਰ ਸਿਆਸਤ ਦੇ ਵਿੱਚ ਆ ਕੇ ਜੇ ਜਾਤ ਪਾਤ ਨਹੀਂ ਮੁੱਕੀ
ਇਸੇ ਤਰ੍ਹਾਂ ਦਾ ਹੈਗਾ। ਜੇ ਬੀਜੇਪੀ ਬੈਠੀ ਆ ਉਹ ਵੀ ਕਾਸਟ ਦੇ ਲਿਹਾਜ਼ ਤੇ, ਜੇ ਕਾਂਗਰਸ ਬੈਠੀ ਆ ਉਹ ਵੀ ਉਸੇ ਤਰ੍ਹਾਂ ਦੀ ਹੈ। ਜੇ ਤੁਹਾਡੇ ਬੀਜੇਪੀ ਦੇ ਨਾਲ ਲੱਗਦੀਆਂ ਹੋਰ ਵੀ ਪਾਰਟੀਆਂ ਨੇ, ਸਾਰੀਆਂ ਕਾਸਟਿਜ਼ਮ ਨਾਲ ਹੀ ਹੈਗੀਆਂ। ਇਸੇ ਕਰਕੇ ਅਸੀਂ 1000 ਸਾਲ ਪਿੱਛੇ ਆ ਬਾਹਰਲੇ ਦੇਸ਼ਾਂ ਨਾਲੋਂ। ਉਹ ਦੇਸ਼ਾਂ ਵਿੱਚ ਕੋਈ ਕਾਸਟਿਜ਼ਮ ਨਹੀਂ, ਕੋਈ ਉਹਦੇ ਵਿੱਚ ਲੋਕਾਂ ਦਾ ਨਹੀਂ ਹੈਗਾ। ਉਹ ਕਹਿੰਦੇ ਮੈਨ ਇਜ਼ ਮੈਨ, ਕੋਈ ਉਹਦੇ ਵਿੱਚ ਨਹੀਂ ਭਰਮ ਭਾਵ ਹੁੰਦਾ, ਕੋਈ ਉਸ 'ਚ ਨਹੀਂ ਹੁੰਦਾ। ਉਹ ਕਹਿੰਦੇ ਆਦਮੀ ਆਦਮੀ, ਔਰਤ ਔਰਤ ਹੈ, ਸਾਰਾ ਕੁਛ ਹੈਗਾ, ਇਕੁਅਲ ਸਾਰੇ ਲੋਕ ਨੇ, ਔਰ ਕਿਤੇ ਵੀ ਇੱਦਾਂ ਦੀ ਹੈਗੇ ਨਹੀਂ। ਹਿੰਦੁਸਤਾਨ ਆਰਥੋਡਿਕਸ ਹੈ, ਅਸੀਂ ਪਛਾਣ ਖਿੱਚੂ ਨੀਤੀ ਦੇ ਲੋਕ ਹੈਗੇ ਹਾਂ। ਅਸੀਂ ਉਹੀ ਗੱਲਾਂ 'ਤੇ ਅਜੇ ਫਸੇ ਪਏ ਹਾਂ। ਜਦੋਂ ਮੁਗਲ ਆਉਂਦੇ ਆ, ਜਦੋਂ ਇਹਨਾਂ ਨੂੰ ਉਹ ਮਾਰਦੇ ਕੁੱਟਦੇ ਸਾਰਾ ਕੁਝ, ਫਿਰ ਯੂਨਾਈਟ ਨਹੀਂ ਹੁੰਦੇ, ਫਿਰ ਵੀ ਕਾਸਟਿਜ਼ਮ ਆ ਜੀ, ਅਸੀਂ ਨਹੀਂ ਲੜ ਸਕਦੇ। ਅਜੇ ਤੱਕ ਅਸੀਂ ਗੁਲਾਮ ਹੀ ਰਹੇ ਹਾਂ। ਅੰਗਰੇਜ਼ਾਂ ਨੇ ਆ ਕੇ ਤਾਂ ਥੋੜ੍ਹਾ ਬਹੁਤ ਇਹਨਾਂ ਨੂੰ ਇਸ ਕਰਕੇ ਕੀਤਾ ਵੀ ਕਾਸਟਿਜ਼ਮ ਤੋਂ ਦੂਰ ਰਹੋ, ਔਰ ਜਿੱਥੇ ਧਾਰਮਿਕ ਸਥਾਨ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਚੀਜ਼ਾਂ ਤੋਂ ਦੂਰ ਰਹੋ। ਗੁਰਬਾਣੀ ਵਿੱਚ ਵੀ ਇਹਨਾਂ ਨੇ ਕਿਹਾ, ਗੁਰੂ ਸਾਹਿਬਾਨ ਨੇ। ਪਰ ਇਹ ਅਜੇ ਤੱਕ ਸਿਆਸਤ ਵਿੱਚੋਂ ਜਾਤ ਪਾਤ ਨਹੀਂ ਨਿਕਲੀ। ਔਰ ਮਰਦਮਸ਼ੁਮਾਰੀ ਗਿਣਤੀ ਦਾ ਕੀ ਮਤਲਬ ਹੈਗਾ ਕਿ ਉਹਦੇ ਵਿੱਚ ਗੌਰਮੈਂਟ ਨੂੰ ਪਤਾ ਹੈ ਕਿੱਥੇ ਗਰੀਬ ਲੋਕ ਬੈਠੇ ਆ, ਕਿੱਥੇ ਪਾਵਰਟੀ 'ਚ ਬੈਠੇ ਆ, ਕਿੱਥੇ ਉੱਦਾਂ ਕਹਿੰਦੇ ਅਸੀਂ ਗਰੀਬੀ ਦੂਰ ਕਰ ਦਾਂਗੇ, ਅਸੀਂ ਸਾਰਾ ਕੁਝ ਦੂਰ ਕਰ ਦਾਂਗੇ, ਤੇ ਮਰਦਮਸ਼ੁਮਾਰੀ ਨਾਲ ਦੂਰ ਹੋਣੀ ਹੈ। ਔਰ ਲੋਕ ਇਹਦੀ ਆਲੋਚਨਾ ਕਰਨਗੇ ਔਰ ਕਰ ਰਹੇ ਆ, ਮੀਡੀਆ ਵੱਲੋਂ ਵੀ ਹੋ ਰਹੀ ਹੈ। ਕਈ ਵਾਰੀ ਬਿਆਨਬਾਜ਼ੀ ਇਦਾਂ ਦੀ ਕਰ ਦਿੰਦੇ ਆ ਕਿ ਲੋਕਾਂ ਨੂੰ ਉਹਦਾ ਨੁਕਸਾਨ ਉਠਾਉਣਾ ਪੈਂਦਾ। ਦੇਖੋ, ਗਰੀਬੀ ਦੂਰ ਕਰੋਗੇ, ਇੱਥੋਂ ਤੱਕ ਕਿ ਜੋ ਯੂਨਾਈਟਿਡ ਨੇਸ਼ਨਸ ਆ ਉਹਨਾਂ ਦਾ ਵੀ ਇਹ ਸਲੋਗਨ ਹੈ, ਇਰੈਡੀਕੇਟ ਪਾਵਰਟੀ। ਸਾਰੀ ਦੁਨੀਆ ਵਿੱਚੋਂ ਗਰੀਬੀ ਦੂਰ ਕਰੋ। ਕਿੱਦਾਂ? ਇੱਕ ਪਾਸੇ ਬੈਠੇ ਨੇ ਜੋ ਜੰਗ ਲੜਦੇ ਨੇ ਉਹ ਦੇਸ਼, ਜੋ ਜੰਗ ਦੇ ਉੱਤੇ ਸਭ ਦੁਨੀਆ ਦੇ ਉੱਤੇ ਹਕੂਮਤ ਕਰਦੇ ਨੇ, ਜੰਗ ਜਿਨ੍ਹਾਂ ਦਾ ਵਪਾਰ ਹੈ, ਬਿਜ਼ਨਸ ਹੈ। ਇਨਵੇਡਰਸ ਇੱਕ ਪਾਸੇ ਬੈਠੇ ਨੇ, ਟ੍ਰੇਡਰਸ ਜਿਨ੍ਹਾਂ ਨੇ ਸਿਰਫ ਵਪਾਰ ਹੀ ਕਰਨਾ ਹੈ, ਮੁਨਾਫਾ ਹੀ ਕਮਾਉਣਾ ਹੈ। ਹੁਣ ਇੱਕ ਪਾਸੇ ਜੰਗ ਜਿੱਤਣ ਵਾਲੇ, ਜੰਗ ਲੜਨ ਵਾਲੇ, ਇੱਕ ਪਾਸੇ ਮੁਨਾਫਾ ਕਮਾਉਣ ਵਾਲੇ, ਆ ਦੋ ਜਮਾਤਾਂ ਬੈਠੀਆਂ ਨੇ। ਤੇ ਸ਼ਾਂਤੀ ਕਿਹਨੇ ਸਥਾਪਿਤ ਕਰਨੀ ਹੈ ਦੁਨੀਆ ਦੇ ਵਿੱਚ? ਗਰੀਬੀ ਕਿਹਨੇ ਦੂਰ ਕਰਨੀ ਹੈ? ਹੋਇਆ ਕੀ ਕਿ ਇੱਕ ਸਕੂਲ ਦੇ ਵਿੱਚ ਨਾਟਕ ਹੋ ਰਿਹਾ, ਇੱਕ ਰਾਜੇ ਦਾ ਰੋਲ ਹੈ, ਇੱਕ ਗਰੀਬ ਕਿਸਾਨ ਦਾ ਰੋਲ ਹੈ। ਹੁਣ ਜਿਹੜਾ ਅਮੀਰ ਆਦਮੀ ਦਾ ਬੱਚਾ ਸੀ ਸਕੂਲ 'ਚ ਪੜ੍ਹਦਾ, ਉਹ ਗਰੀਬ ਕਿਸਾਨ ਦਾ ਰੋਲ ਬਹੁਤ ਵਧੀਆ ਕਰਦਾ ਸੀ। ਤੇ ਇੱਕ ਗਰੀਬ ਬੰਦੇ ਦਾ ਬੱਚਾ ਸੀ, ਉਹ ਰਾਜੇ ਦਾ ਰੋਲ ਬਹੁਤ ਵਧੀਆ ਕਰਦਾ ਸੀ। ਉਹ ਨਾਟਕ ਕਰਦੇ ਪਏ ਨੇ। ਕਿਸੇ ਨੇ ਬੱਚੇ ਨੂੰ ਭੁਤਾ ਦਿੱਤਾ, ਤੂੰ ਤੇ ਅਮੀਰ ਆਦਮੀ ਦਾ ਪੁੱਤਰ, ਤੂੰ ਗਰੀਬ ਕਿਸਾਨ ਕਿਉਂ ਬਣਿਆ, ਤੂੰ ਰਾਜਾ ਬਣ। ਉੱਤੇ ਪਵਾੜਾ ਪੈ ਗਿਆ। ਹੁਣ ਕਿਹੜਾ ਬੰਦਾ ਕਿਹੜਾ ਰੋਲ ਕਰੇ? ਇਹ ਜਿਹੜੇ ਦਿਮਾਗ ਨੂੰ ਕਰਪਟ ਕਰਨ ਵਾਲੇ ਲੋਕ ਨੇ ਨਾ, ਇਹ ਵੱਡੇ ਲੋਕ ਨੇ ਜੋ ਬੱਚਿਆਂ ਦੇ ਦਿਮਾਗ ਨੂੰ ਕਰਪਟ ਕਰਦੇ ਨੇ। ਇਸੇ ਕਰਕੇ ਸਾਡੇ ਬਜ਼ੁਰਗ ਕਹਿੰਦੇ ਸੀ, ਜਿੱਦਾਂ ਦਾ ਰਾਜਾ ਹੁੰਦਾ ਹੈ, ਜਿੱਦਾਂ ਦੇ ਉੱਤੇ ਬੈਠੇ ਹੋਏ ਗਵਰਨੈਂਸ ਹੁੰਦੀ ਹੈ, ਜਿੱਦਾਂ ਦੇ ਰਾਜ ਕਰਨ ਵਾਲੇ ਲੋਕ ਹੁੰਦੇ ਨੇ, ਪਬਲਿਕ ਉੱਦਾਂ ਦੀ ਬਣ ਜਾਂਦੀ ਹੈ। ਜਿਸ ਤਰ੍ਹਾਂ ਰਾਜਾ, ਜਿਸ ਤਰ੍ਹਾਂ ਦੀ ਪ੍ਰਜਾ, ਉਸੇ ਤਰ੍ਹਾਂ ਦਾ ਸਾਰਾ ਕੁਝ ਬਣ ਜਾਂਦਾ ਹੈ। ਸਮਾਂ ਹੁਣ ਸਮਾਪਤ ਹੋ ਗਿਆ। ਜਾਂਦੇ ਜਾਂਦੇ ਆਪਾਂ ਇੰਨੀ ਗੱਲ ਕਰ ਲਈਏ, ਮਹਿੰਗਾਈ ਨੂੰ ਆਪਾਂ ਕਾਫੀ ਸੋਚਦੇ ਹਾਂ, ਇੱਥੇ ਵਿਚਾਰ ਕਰਦੇ ਹਾਂ। ਆਸਟ੍ਰੇਲੀਆ ਦੇ ਵਿੱਚ ਵੀ ਲੋਕਾਂ ਦਾ ਨੱਕ 'ਚ ਦਮ ਆਇਆ ਪਿਆ, ਇੰਨੀ ਮਹਿੰਗਾਈ ਹੋ ਗਈ ਹੈ। ਇਹ ਮਹਿੰਗਾਈ ਤਾਂ ਚਾਰੇ ਪਾਸੇ ਹੈਗੀ ਆ। ਅਮਰੀਕਾ 'ਚ ਵੀ ਰਹੀ ਹੈ, ਕੈਨੇਡਾ 'ਚ ਵੀ ਮਹਿੰਗਾਈ ਹੈਗੀ ਹੈ, ਹਿੰਦੁਸਤਾਨ 'ਚ ਤਾਂ ਮਹਿੰਗਾਈ ਹੁੰਦੀ ਹੈ। ਸਾਰਾ ਕੁਝ ਹੈਗਾ। ਆਪਾਂ ਇੱਕ ਵਾਰੀ ਗੱਲ ਕੀਤੀ ਵੀ ਅਮਰੀਕਾ 'ਚ ਤਾਂ ਆਟਾ ਵੀ ਮਹਿੰਗਾ ਹੋ ਗਿਆ, ਪਰੌਂਠੇ ਵੀ ਮਹਿੰਗੇ ਹੋ ਗਏ, ਸਾਰਾ ਕੁਝ ਹੈਗਾ। ਔਰ ਉੱਥੇ ਤਾਂ ਇਹ ਹੈਗਾ ਕਿ 25% ਜਿਹੜੀਆਂ ਚੀਜ਼ਾਂ ਦੀ ਰੇਟ ਵੱਧ ਗਿਆ ਆਸਟ੍ਰੇਲੀਆ 'ਚ। ਔਰ ਆਸਟ੍ਰੇਲੀਆ ਦੇ ਜਿਹੜੇ ਮੂਲ ਨਿਵਾਸੀ ਆ ਉਹ ਇਸ ਵੇਲੇ ਸੁਖੀ ਆ, ਜਿਹੜੇ ਬਾਹਰੋਂ ਆਏ ਉਹ ਵਿਚਾਰੇ ਦੁਖੀ ਆ। 50 ਸਟੇਟ ਨੇ, 50 ਸਟੇਟਾਂ ਦੇ ਵਿੱਚ ਸਾਰੇ ਪਾਸੇ ਮਹਿੰਗਾਈ ਦਾ ਮਾਰ ਹੈ। ਔਰ ਲੋਕ ਬਾਜ਼ਾਰਾਂ 'ਚ ਜਦੋਂ ਜਾਂਦੇ ਆ, ਉਹਦੇ ਪੈਸੇ ਅਸੀਂ ਡਾਲਰ ਅਸੀਂ ਪੰਡਾਂ 'ਚ ਲੈ ਕੇ ਜਾਂਦੇ, ਸਮਾਨ ਪੁੜੀਆਂ 'ਚ ਲੈ ਕੇ ਆਉਂਦੇ। ਸਮਾਨ ਥੋੜ੍ਹਾ ਮਿਲਦਾ ਔਰ ਪੈਸਾ ਜ਼ਿਆਦਾ ਵਰਤਣਾ ਪੈਂਦਾ। ਇਹਦਾ ਮਤਲਬ ਹੈ ਮਨੀ ਇਨਫਲੇਸ਼ਨ, ਜਿਹਦੇ ਵਿੱਚ ਮਨੀ ਦਾ, ਪੈਸੇ ਦਾ ਖਿਲਾਰਾ ਪੈ ਜਾਂਦਾ। ਨੋਟ ਕਈ ਵਾਰੀ ਖਿਲਰ ਜਾਂਦੇ ਆ, ਨੋਟ ਦੀ ਕੋਈ ਵੈਲਿਊ ਨਹੀਂ ਹੁੰਦੀ, ਚੀਜ਼ਾਂ ਦੀ ਵੈਲਿਊ ਬਣ ਜਾਂਦੀ ਹੈ। ਔਰ ਇਸੇ ਤਰ੍ਹਾਂ ਹੀ ਹੈਗਾ। ਪਰ ਅਸੀਂ ਅਰਦਾਸ ਕਰਦੇ ਹਾਂ ਕਿ ਸਾਰੇ ਦੇਸ਼ ਜਿਹੜੇ ਸੁਖੀ ਵਸਣ, ਤੇ ਖਾਸ ਕਰਕੇ ਇੰਡੀਆ 'ਚ ਜਿਹੜਾ ਕੋਈ ਇਸ ਤਰ੍ਹਾਂ ਦੀ ਮਹਿੰਗਾਈ ਦੀ ਮਾਰ ਨਾ ਹੋਵੇ, ਲੋਕ ਸੁਖੀ ਰਹਿਣ। ਰਿਸਕੀ ਹੋ ਗਿਆ ਨਾ, ਕਿਉਂਕਿ ਇੱਕ ਪਾਸੇ ਮਹਿੰਗਾਈ ਨੂੰ ਕਾਬੂ ਕਰਨਾ, ਦੂਸਰੇ ਪਾਸੇ ਬੈਂਕਾਂ ਦਾ ਸਟਰਕਚਰ ਬਚਾਉਣਾ ਹੈ। ਗਵਰਨਮੈਂਟ ਵਾਸਤੇ ਦੋਨੋਂ ਕੰਮ ਮਨਜ਼ੂਰ, ਬਹੁਤ ਜ਼ਿਆਦਾ ਬੈਂਕਾਂ ਉੱਥੇ ਸਾਰੀਆਂ ਘਾਟੇ ਜਾ ਰਹੀਆਂ, ਬਹੁਤ ਜ਼ਿਆਦਾ ਰਿਸਕੀ ਨੇ, ਬਹੁਤ ਜ਼ਿਆਦਾ ਇਹਨਾਂ ਨੂੰ ਮਜ਼ਬੂਤ ਕਰਨੇ ਪੈਣੇ ਨੇ। ਔਰ ਮਹਿੰਗਾਈ ਦੀ ਜਿੱਥੋਂ ਤੱਕ ਗੱਲ ਹੈ ਨਾ, ਕਹਿੰਦੇ ਨੇ ਇੱਕ ਮੁੰਡੇ ਦਾ ਨਾ ਕੱਦ ਨਹੀਂ ਵੱਧਦਾ ਪਿਆ ਸੀ, ਕਹਿੰਦੇ ਇਹਦਾ ਨਾਮ ਮਹਿੰਗਾਈ ਲਾਲ ਰੱਖ ਦਿਓ, ਫਿਰ ਦੇਖੋ ਕੱਦ ਕਿੱਥੇ ਤੱਕ ਜਾਂਦਾ। ਚਲੋ ਫਿਰ ਹੁਣ ਚੱਲੇ ਪਈਏ। ਜ਼ਰੂਰ। ਸਾਡੇ ਦਰਸ਼ਕਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਗਤਾਰ ਜੀ, ਜ਼ਰੂਰ ਜੀ। ਸਤਿ ਸ਼੍ਰੀ ਅਕਾਲ।